ਟਰੂਡੋ ਸਾਹਿਬ ਨੇ ਜਿਹੜੇ ਹਵਾਈ ਕੰਪਨੀ ਦੇ ਐਗਜ਼ੀਕਿਊਟਿਵ ਸੀਗੇ ਉਹਨਾਂ ਨੂੰ ਇੱਥੋਂ ਛੱਡਿਆ। ਉਹਦੀ ਬਦੌਲਤ ਚਾਈਨਾ ਨੇ ਦੋ ਜਿਹੜੇ ਆਪਣੇ ਮਾਈਕਲ ਲਾਸਟ ਨੇਮ ਵਾਲੇ ਬੰਦੇ ਜਿਹੜੇ ਉਹਨਾਂ ਨੇ ਅਰੈਸਟ ਕੀਤੇ ਹੋਏ ਸੀਗੇ ਉਹ ਵੀ ਵਾਪਸ ਛੱਡ ਦਿੱਤੇ। ਤੋ ਜਿਹੜੇ ਹਵਾਈ ਦੇ ਐਗਜ਼ੀਕਿਊਟਿਵ ਸੀਗੇ ਉਹ ਚਾਈਨਾ ਪਹੁੰਚ ਗਏ ਅਤੇ ਦੋਨੇ ਮਾਈਕਲ ਜਿਹੜੇ ਨੇ ਉਹ ਕੱਲ੍ਹ ਕਨੇਡਾ ਪਹੁੰਚ ਗਏ ਆਪੋ ਆਪਣੇ ਘਰੀਂ ਸਹੀ ਸਲਾਮਤ। ਸੋ ਅੱਛੀ ਗੱਲ ਆ, ਪਰਿਵਾਰ ਦੇ ਵਿੱਚ ਆਪਣੇ ਵਾਪਸ ਆਏ ਨੇ। ਉਹ ਵੀ ਹਵਾਈ ਦੇ ਜਿਹੜੇ ਐਗਜ਼ੀਕਿਊਟਿਵ ਨੇ ਉਹ ਵੀ ਆਪਣੇ ਪਰਿਵਾਰ ਦੇ ਵਿੱਚ ਵਾਪਸ ਪਹੁੰਚੇ ਨੇ। ਸੋ ਨਾਓ ਕੁਛ ਫਿਰ ਉਹੀ ਗੱਲ ਹੁੰਦੀ ਹੈ ਕਿ ਆਪੋ ਆਪਣੀ ਸੋਚ ਆ ਕਿ ਜੇ ਹੁਣ ਜੇ ਲਿਬਰਲ ਦੀ ਇਹਦੀ ਤੁਸੀਂ ਸਿਫਤ ਕਰੋ ਕਿ ਠੀਕ ਹੈ ਕਿ ਹਾਂਜੀ ਬਹੁਤ ਅੱਛਾ ਕੰਮ ਕੀਤਾ, ਸੇਮ ਟਾਈਮ 'ਤੇ ਵੀ ਇਹਦੇ 'ਚ ਕੋਈ ਏਡੀ ਕੋਈ ਗੱਲ ਹੈ ਨਹੀਂ ਕਿ ਇੰਨਾ ਚਿਰ ਆਪਾਂ ਅੜ ਕੇ ਰਹੇ ਵੀ ਨਹੀਂ ਜੀ ਅਸੀਂ ਆਹ ਕਰਨਾ ਉਹ ਕਰਨਾ, ਅਤੇ ਬਾਅਦ 'ਚ ਐਂਡ ਦੇ ਉੱਪਰ ਉਹੀ ਕੰਮ ਜਿਹੜਾ ਉਹ ਪਹਿਲਾਂ ਕਹਿੰਦੇ ਸੀਗੇ ਚਾਈਨਾ ਵਾਲੇ ਕਿ ਤੁਸੀਂ ਇਹਨੂੰ ਛੱਡ ਦਿਓ ਅਤੇ ਅਸੀਂ ਇਹਨਾਂ ਨੂੰ ਛੱਡ ਦਿੰਦੇ ਹਾਂ। ਇਸੇ ਕੰਮ ਲਈ ਉਹਨਾਂ ਨੇ ਫੜ ਕੇ ਰੱਖੇ ਸੀਗੇ, ਉਹਨਾਂ ਨੇ ਆਪਣਾ ਬੰਦਾ ਛੁਡਾ ਲਿਆ ਅਤੇ ਤੁਸੀਂ ਉਹਨਾਂ ਦਾ ਛੱਡ ਦਿੱਤਾ। ਸੋ ਹੁਣ ਲਿਬਰਲ ਸਰਕਾਰ ਜਿਹੜੀ ਆ ਫਿਰ ਪਹਿਲੀ ਗੱਲ ਤਾਂ ਕਿ ਹੁਣ ਟਰੂਡੋ ਸਾਹਿਬ ਇਸ ਵੇਲੇ ਜਿੱਦਾਂ ਹੀ ਪਾਰਲੀਮੈਂਟ ਖੁੱਲ੍ਹਣੀ ਆ, ਈਵਨ ਕਿ ਉਹਨਾਂ ਦੀ ਪਾਰਟੀ ਦੇ ਵਿੱਚ ਵੀ ਥੋੜ੍ਹਾ ਬਹੁਤ ਕਿੰਤੂ ਉਹਨਾਂ ਦੇ ਲੀਡਰਸ਼ਿਪ ਦੇ ਉੱਪਰ ਵੀ ਹੋਣਾ ਸ਼ੁਰੂ ਹੋ ਗਿਆ ਵਾ, ਜਿੱਥੇ ਐਰਨ ਓਟੂਲ ਹਰਾਂ ਦੇ ਉੱਪਰ ਹੋਣਾ ਸ਼ੁਰੂ ਹੋ ਗਿਆ ਵਾ, ਈਵਨ ਕਿ ਜਗਮੀਤ ਹਰਾਂ ਦੇ ਉੱਪਰ ਵੀ NDP ਦੇ ਵਿੱਚੋਂ ਆਵਾਜ਼ ਉੱਠਣੀ ਸ਼ੁਰੂ ਹੋ ਗਈ ਆ ਕਿ ਲੀਡਰ ਦੀ ਪਰਫਾਰਮੈਂਸ ਜਿਹੜੀ ਆ ਉਹ ਵਧੀਆ ਨਹੀਂ ਰਹੀ, ਲੀਡਰ ਸੀਟਾਂ ਜਿਹੜੀਆਂ ਇਹ ਕੱਢ ਕੇ ਨਹੀਂ ਲੈ ਕੇ ਆ ਪਾਏ। ਔਰ ਇਹ ਸਾਰੇ ਲੀਡਰਾਂ ਦੇ ਉੱਪਰ ਪਾਰਟੀ ਦੇ ਵਿੱਚੋਂ ਹੀ ਆਵਾਜ਼ ਉੱਠਣੀ ਸ਼ੁਰੂ ਹੋ ਗਈ ਆ। ਅੱਗੇ ਜਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਲੀਡਰਸ਼ਿਪ ਕਿਸ ਕਿਸ ਪਾਰਟੀ ਦੀ ਆਪਾਂ ਨੂੰ ਵੇਖਣ ਨੂੰ ਮਿਲ ਸਕਦੀ ਆ 6 ਮਹੀਨੇ ਸਾਲ ਦੇ ਵਿੱਚ ਕੰਜ਼ਰਵੇਟਿਵ ਦੀ ਤਾਂ ਪੱਕੀ ਸਮਝੋ ਕਿ ਬਹੁਤ ਆਲਮੋਸਟ ਜ਼ਿਆਦਾ ਨੇ 50% ਤੋਂ ਜਿਹੜੇ ਲੋਕ ਨੇ ਕਾਕਸ ਦੇ ਵਿੱਚ ਜਿਹੜੇ ਕਹਿੰਦੇ ਨੇ ਕਿ ਐਰਨ ਓਟੂਲ ਹਰਾਂ ਨੂੰ ਲਾ ਕੇ ਹੀ ਫਾਇਦਾ ਵਾ, ਲਾ ਕੇ ਹੀ ਅਗਲੀ ਇਲੈਕਸ਼ਨ ਲੜੀ ਜਾਣੀ ਆ, ਕਿਉਂਕਿ ਉਹਨਾਂ ਕੋਲੋਂ ਮੌਕਾ ਜਿਹੜਾ ਐਡਾ ਵਧੀਆ ਸੀਗਾ ਉਹ ਪ੍ਰੋਪਰਲੀ ਸਾਂਭਿਆ ਨਹੀਂ ਗਿਆ। ਔਰ ਟਰੂਡੋ ਹਰਾਂ ਦਾ ਤਾਂ ਖੈਰ ਨਹੀਂ ਕੁਛ ਕਹਿ ਸਕਦੇ ਹਜੇ ਵੀ ਕੀ ਹੋਵੇਗਾ ਕੀ ਨਹੀਂ, ਪਰ ਜਗਮੀਤ ਹਰਾਂ ਦਾ ਵੀ ਜਿਹੜਾ ਰੌਲਾ ਰੱਪਾ ਜਿਹੜਾ ਵਾ ਉਹ ਸ਼ੁਰੂ ਹੋਇਆ ਵਾ। 9744 ਵਾਲੇ ਮੇਰੇ ਨਾਲ ਕਾਲਰ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ ਆਂਟੀ ਜੀ। ਹੋਰ ਕੀ ਹਾਲ ਹੈ? ਠੀਕ ਠਾਕ ਹੈ ਆਂਟੀ, ਤੁਸੀਂ ਦੱਸੋ? ਚਲੋ ਪਰਮਾਤਮਾ ਤੁਹਾਨੂੰ ਲੰਬੀ ਉਮਰ ਕਰੇ। ਮੈਂ ਆਫ ਦੀ ਏਅਰ ਗੱਲ ਕਰਨੀ ਸੀ ਤੁਹਾਡੇ ਨਾਲ ਥੋੜ੍ਹੀ ਜੀ। ਮੈਨੂੰ ਤੁਸੀਂ ਕਾਲ ਕਰ ਲਿਓ ਜੀ 647 994 7775 ਦੇ ਉੱਪਰ ਜੀ। ਹੁਣ ਇਹ ਕਦੋਂ ਕਰੀਏ? ਤੁਸੀਂ ਮੈਨੂੰ ਜੀ ਪ੍ਰੋਗਰਾਮ ਤੋਂ ਬਾਅਦ 2 ਵਜੇ ਤੋਂ ਬਾਅਦ ਕਾਲ ਕਰ ਲਿਓ ਜੀ। ਉਹ ਅਸੀਂ ਹੁਣ ਗੱਲ ਕਰਨੀ ਥੋੜ੍ਹੀ। ਓਕੇ ਚਲੋ ਜੀ। ਮੈਨੂੰ ਤੁਸੀਂ ਦਿਓ ਫਿਰ ਮੈਂ 1 ਮਿੰਟ ਐਡ ਲੈ ਲਾਂ ਅਤੇ ਤੁਸੀਂ ਮੈਨੂੰ ਹੁਣੇ ਕਰ ਲਓ ਕਾਲ। ਥੈਂਕ ਯੂ ਥੈਂਕ ਯੂ। यहाँ कनाडा में रहते हुए आप दुबई में वेकेशन होम्स और प्रॉपर्टी इन्वेस्टमेंट कर सकते हैं जुकाकू रियल एस्टेट के सलाउद्दीन सरफराज जुकाकू जी की बदौलत। तो सोच कर रहे हैं आज ही अपना वेकेशन होम दुबई में बुक करवाएं और प्रॉपर्टी में इन्वेस्टमेंट भी करें। जुकाकू रियल एस्टेट 1102 B Block, Centurion Star Tower, Port Said, near Diriyah City Centre, or you can call 055 986 4884 or visit www.jukakurealestate.ae। हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर सिंस 1992। अफोर्डेबल, स्टाइलिश एंड क्वालिटी फर्नीचर। Visit in store for much more. 2 locations to serve you. 6 Marconi Court, Bolton. 905-951-9394. 2575 Steeles Avenue East, Brampton. 905-790-0560. Stevens Furniture.
ਉਹ ਕੀ ਗੱਲ ਮੌਂਟੂ, ਉਹ ਬੜੀਆਂ ਡੂੰਘੀਆਂ ਸੋਚਾਂ ਵਿੱਚ ਪਿਆ, ਗੱਲ ਕੀ ਹੈ? ਯਾਰ ਮੈਂ ਗੱਡੀ ਚਾਹੁੰਦਾ ਹੋਇਆ ਜਸ ਭੁੱਲਰ ਦਾ ਨਾਂ ਸੁਣਦਾ ਪਿਆ। ਇਹ ਉਹੀ ਹੈ ਨਾ ਜਿਹੜੇ ਕਿ 24 ਘੰਟਿਆਂ ਵਿੱਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਨੇ? ਬਿਲਕੁਲ ਸਹੀ ਪਛਾਣਿਆ, ਤੇ ਨਾਲੇ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ। ਉਹ ਮੇਰਾ ਕੇਸ ਵੀ ਤਾਂ ਜਸ ਭੁੱਲਰ ਨੇ ਹੀ ਸਿਰੇ ਚਾੜਿਆ। ਫਰਸਟ ਜਾਂ ਸੈਕੰਡ ਮੋਰਗੇਜ, ਪ੍ਰਾਈਵੇਟ ਫੰਡਿੰਗ, ਟਰੱਕ ਲੋਨ, ਹੈਵੀ ਮਸ਼ੀਨਰੀ। ਜੇ ਤੈਨੂੰ ਬਿਜ਼ਨਸ ਲੋਨ ਦੀ ਵੀ ਲੋੜ ਹੈ ਨਾ, ਉਹਦਾ ਹੱਲ ਵੀ ਜਸ ਭੁੱਲਰ ਦੇ ਕੋਲ ਹੈ। ਉਹ ਯਾਰ ਜਦ ਤੈਨੂੰ ਇੰਨਾ ਪਤਾ, ਨੰਬਰ ਵੀ ਦੇ ਫਿਰ। ਲੈ ਕਰ ਨੋਟ ਫਿਰ, 4167322611 416-732-2611। ਲਾइसेंस नंबर M12000176। ਜਸ ਭੁੱਲਰ ਨਾ ਯਾਦ ਰੱਖੀ। ਕੀ ਤੁਸੀਂ ਟ੍ਰੇਲਰਸ ਦੀ ਵਾਰ-ਵਾਰ ਰਿਪੇਅਰ ਕਰਾਉਣ ਤੋਂ ਬਾਅਦ ਵੀ ਸੈਟੀਸਫਾਈਡ ਨਹੀਂ ਹੋ ਰਹੇ ਤੇ ਇੱਕ ਐਕਸਪੀਰੀਅੰਸ ਮਕੈਨਿਕ ਦੀ ਭਾਲ ਚੋਂ? ਤਾਂ ਅੱਜ ਹੀ ਆਓ ਮਾਲਵਾ ਵੈਲਡਿੰਗ ਐਂਡ ਫੈਬਰਿਕੇਸ਼ਨ ਵਾਲਿਆਂ ਕੋਲ। ਵਨ ਐਂਡ ਓਨਲੀ ਟ੍ਰੇਲਰ ਬੋਡੀ ਰਿਪੇਅਰ ਸ਼ਾਪ, ਜੋ ਰਿਪੇਅਰ ਕਰਦੇ ਨੇ ਟ੍ਰੇਲਰ ਰੂਫ, ਫਲੋਰ, ਸਾਈਡ ਵਾਲਸ, ਬੰਪਰਸ, ਐਕਸਲ ਬੁਸ਼ਿੰਗ, ਐਕਸਲ ਅਲਾਈਨਮੈਂਟ, ਅੰਡਰ ਬੋਡੀ ਕ੍ਰਾਸ ਮੈਂਬਰ, ਸਪੋਰਟ ਲੈਗ, ਸਾਈਡ ਪੈਨल्स, पिकअप प्लेट्स, किंगपिन, एल्यूमीनियम बॉटम रेल, ट्रक फिफ्थ व्हील रैम्प्स, डीजल टैंक लॉक्स, टैंक रिपेयर। सिर्फ इतना ही नहीं, इन्हां कोल अवेलेबल है ਜੀ CRF 1350 AM ਰੇਡੀਓ ਹਮਸਫਰ ਦੇ ਉੱਪਰ ਕੈਨੇਡੀਅਨ ਸਾਥ ਨਾਲ ਤੁਸੀਂ ਜੁੜੇ ਹੋਏ ਹੋ। ਮੇਰੇ ਨਾਲ ਜਗਰਾਜ ਸਿੱਧੂ ਨੇ ਮਹਿਕ ਰੇਡੀਓ ਤੋਂ, ਔਰ ਅੱਜ ਕੱਲ੍ਹ ਸਾਡੇ ਵੀਰ ਰੀਅਲਟਰ ਵੀ ਨੇ। ਜਗਰਾਜ ਜੀ, ਸਵਾਗਤ ਹੈ ਤੁਹਾਡਾ ਕੈਨੇਡੀਅਨ ਸਾਥ ਦੇ ਵਿੱਚ ਜੀ। ਜੀ ਜਗਰਾਜ ਜੀ, ਹੈਲੋ ਜੀ। ਸਿੱਧੂ ਸਾਹਿਬ, ਮੈਨੂੰ ਲੱਗਦਾ ਜੀ ਲਾਈਨ ਦੇ ਵਿੱਚ ਕੋਈ ਇਸ਼ੂ ਆ, ਆਪਾਂ ਸਟੂਡੀਓ ਤੋਂ ਮਿਲਾ ਲੈਂਦੇ ਆ, ਵਾਪਸ ਕੱਟ ਕੇ ਦੁਬਾਰਾ ਮਿਲਾ ਲਓ ਜੀ। ਜੀ CRF 1350 AM ਰੇਡੀਓ ਹਮਸਫਰ ਦੇ ਉੱਪਰ ਕੈਨੇਡੀਅਨ ਸਾਥ ਨਾਲ ਤੁਸੀਂ ਜੁੜੇ ਹੋਏ ਹੋ। ਔਰ ਸੋ ਪ੍ਰੋਗਰਾਮ ਦੇ ਵਿੱਚ 2 ਵਜੇ ਤੱਕ ਤੁਹਾਡਾ ਸਾਥ ਬਣਿਆ ਰਹਿਣਾ ਵਾ। ਸਟੂਡੀਓ ਦੇ ਵਿੱਚ ਕਾਲ ਕਰਨੀ ਚਾਹੁੰਦੇ ਹੋ 905 670 6896 ਦੇ ਉੱਪਰ ਕਾਲ ਕਰ ਸਕਦੇ ਹੋ। ਜਗਰਾਜ ਜੀ ਜੁੜ ਗਏ ਨੇ ਮੇਰੇ ਨਾਲ, ਕਿਉਂਕਿ ਲਾਈਨਾਂ ਦੇ ਵਿੱਚ ਕਿਸੇ ਵੇਲੇ ਇਸ਼ੂ ਕੋਈ ਆ ਜਾਂਦਾ ਵਾ, ਕੋਈ ਨੈਟਵਰਕ ਦਾ। ਸੋ ਜਗਰਾਜ ਸਿੱਧੂ ਜੀ ਨਾਲ ਗੱਲਬਾਤ ਕਰਦੇ ਹਾਂ, ਫਿਰ ਆਪਾਂ ਆਪਣੇ ਮੁੱਦਿਆਂ ਦੇ ਉੱਪਰ ਆਉਂਦੇ ਹਾਂ। ਜੀ ਜਗਰਾਜ ਜੀ, ਸਤਿ ਸ਼੍ਰੀ ਅਕਾਲ ਜੀ, ਔਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਢਿੱਲੋਂ ਸਾਹਿਬ, ਜਗਰਾਜ ਜੀ, ਜਿੱਥੇ ਤੁਸੀਂ ਮਹਿਕ ਰੇਡੀਓ ਦੇ ਵਿੱਚ ਛਾਏ ਪਏ ਹੋ, ਮੀਡੀਆ ਦੇ ਵਿੱਚ, ਹੁਣ ਤੁਸੀਂ ਰੀਅਲ ਸਟੇਟ ਦੀ ਦੁਨੀਆ ਦੇ ਵਿੱਚ ਵੀ, ਉਹ ਕਹਿੰਦੇ ਨਵਾਂ ਆਇਆ ਹੈ ਤੇ ਛਾ ਗਏ ਠਾਹ ਕਰਕੇ। ਥੈਂਕ ਯੂ ਵੈਰੀ ਮਚ। ਔਰ ਤੁਹਾਡੇ ਵਰਗੇ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਆ, ਔਰ ਜਦੋਂ ਭਰਾਵਾਂ ਦਾ ਆਸ਼ੀਰਵਾਦ ਹੁੰਦਾ, ਔਰ ਹਮੇਸ਼ਾ ਬੰਦਾ ਬੁਲੰਦੀਆਂ ਤੇ ਪਹੁੰਚਦਾ ਜੀ। ਔਰ ਉਮੀਦ ਕਰਦੇ ਕਿ ਨਵੇਂ ਫੀਲਡ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਵੱਖਰਾ ਮਕਾਮ ਜਿਹੜਾ ਕਾਇਮ ਕਰਾਂਗੇ। ਔਰ ਮੈਂ ਆਪਣੇ ਭੈਣ ਭਰਾਵਾਂ ਨਾਲ ਕੁਝ ਕੁ ਜਿਹੜੀਆਂ ਇਨਫੋਰਮੇਸ਼ਨ ਸਾਂਝੀ ਕਰਨੀ ਚਾਹੁੰਦਾ ਸੀ ਕਿ ਸਾਡੇ ਕੋਲ ਇੱਕ ਬੈਰੀ ਦੇ ਵਿੱਚ ਪ੍ਰੋਜੈਕਟ ਆਇਆ, ਬਿਲਕੁਲ ਨਵੇਂ ਘਰ ਆ, ਔਰ 7,70,000 ਤੋਂ ਸ਼ੁਰੂ ਹੁੰਦੇ ਨੇ, ਔਰ ਡਿਟੈਚ ਵੀ ਆ ਤੇ ਸੈਮੀ ਡਿਟੈਚ ਵੀ ਆ, ਤੇ 2023 ਦੇ ਵਿੱਚ ਇਹਨਾਂ ਦੀ ਕਲੋਜ਼ਿੰਗ ਆ। 10% ਡਿਪੋਜ਼ਿਟ ਦੇਣਾ, ਔਰ ਜੇ ਕਿਸੇ ਨੇ ਕਾਲ ਕਰਨੀ ਹੋਵੇ ਤਾਂ ਨੰਬਰ ਨੋਟ ਕਰ ਲਓ 416-302-3600, 416-302-3600। ਤੇ ਨਾਲ ਹੀ ਇੱਕ ਸਾਡੇ ਕੋਲ ਲੰਡਨ ਦੇ ਵਿੱਚ ਪ੍ਰੋਜੈਕਟ ਆ, ਟਾਊਨ ਹਾਊਸ ਆਏ ਨੇ। ਅਗਰ ਜੇ ਕਿਸੇ ਨੇ ਟਾਊਨ ਹਾਊਸ ਖਰੀਦਣੇ ਚਾਹੁੰਦੇ ਲੰਡਨ ਦੇ ਵਿੱਚ, ਤੇ ਅੱਜ ਅਸੀਂ ਸਾਡੀ ਟੀਮ ਇਸ ਗਰੁੱਪ ਜਿਹੜੀ ਲੰਡਨ ਦੇ ਵਿੱਚ ਆ, ਔਰ ਤੁਸੀਂ ਜਤਿੰਦਰ ਗੰਡਮ ਜੀ ਨੂੰ ਕਾਲ ਕਰ ਸਕਦੇ 647-225-0606। ਤੇ ਇੱਕ 100 ਏਕੜ ਦਾ ਫਾਰਮ ਆ ਢਿੱਲੋਂ ਸਾਹਿਬ, ਵੁੱਡ ਸਟਾਕ ਦੇ ਏਰੀਆ ਵਿੱਚ 250 ਐਗਜ਼ੈਕਟ ਕੱਢ ਕੇ 145 ਏਕੜ ਜਗ੍ਹਾ ਹੈ। ਨਾਲ ਹੀ ਬਿਲਡਰ 250 ਏਕੜ ਦੀ ਦੇ ਵਿੱਚ ਜਿਹੜੇ ਬਿਲਡਰ ਘਰ ਬਣਾ ਰਿਹਾ, ਉਹਦੇ ਨਾਲ ਕਿਸੇ ਨੇ ਵੀ ਸਾਡੇ ਭਰਾ ਨੇ ਇੱਥੇ ਕੋਈ ਖਰੀਦਣੀ ਹੋਵੇ ਜ਼ਮੀਨ, ਤੇ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਸਿਟੀ ਦਾ ਪਾਣੀ ਆ ਤੇ ਟਰੱਕ ਰੂਟ ਆ, ਜੇ ਕਿਸੇ ਨੇ ਵੀ ਇਹ ਖਰੀਦਣਾ 145 ਏਕੜ ਵਿੱਚ 2 ਘਰ ਬਣੇ ਹੋਏ ਨੇ। ਔਰ ਜੇ ਕਿਸੇ ਨੇ ਇਹ ਖਰੀਦਣੇ ਨੇ ਤੇ ਨੰਬਰ ਹੈ 416-302-3600, 416-302-3600। ਤੇ ਇੱਕ ਸਾਡੇ ਕੋਲ 8 ਏਕੜ ਦੇ ਵਿੱਚ ਗੋਲਫ ਦੇ ਵਿੱਚ ਫਾਰਮ ਆ, ਉਹ ਕਿਸੇ ਨੇ 16.5 ਲੱਖ ਦਾ ਖਰੀਦਣਾ ਚਾਹੁੰਦੇ ਆ, ਤੇ ਤਾਂ ਵੀ ਨੰਬਰ 416-302-3600। ਸਮਾਂ ਦੇਣ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ ਢਿੱਲੋਂ ਸਾਹਿਬ, ਤੁਸੀਂ ਹਮੇਸ਼ਾ ਹੀ ਆਪਣੇ ਛੋਟੇ ਭਰਾ ਦੀ ਸਪੋਰਟ ਕੀਤੀ ਆ, ਇਹਦੇ ਲਈ ਮੈਂ ਬਹੁਤ ਬਹੁਤ ਰਿਣੀ ਆ। ਧੰਨਵਾਦ ਜਗਰਾਜ ਜੀ। ਔਰ ਜਗਰਾਜ ਸਿੱਧੂ ਹਰੀ ਜਿੱਥੇ ਮੀਡੀਆ ਦੇ ਵਿੱਚ ਵਧੀਆ ਕੰਮ ਕਰਦੇ ਨੇ, ਉੱਥੇ ਰੀਅਲ ਸਟੇਟ ਦੇ ਵਿੱਚ ਵੀ ਤੁਹਾਨੂੰ ਇਮਾਨਦਾਰੀ ਨਾਲ ਸੇਵਾਵਾਂ ਦੇਣਗੇ। ਸੋ ਜਿਹੜੇ ਪ੍ਰੋਜੈਕਟਾਂ ਦੀ ਗੱਲਬਾਤ ਕੀਤੀ ਆ, ਤੁਸੀਂ ਇਹਨਾਂ ਨੂੰ ਮਿਲੋ ਔਰ ਇਹਨਾਂ ਨਾਲ ਗੱਲਬਾਤ ਕਰੋ, ਔਰ ਇਹਨਾਂ ਦੀ ਜਿਹੜੀ ਨਵੇਂ ਆਏ ਨੇ ਫੀਲਡ ਦੇ ਵਿੱਚ, ਸੋ ਜਿੰਨੀ ਹੈਲਪ ਹੋ ਸਕਦੀ ਹੈ ਉਨੀ ਕਰੋ। ਧੰਨਵਾਦ ਜਗਰਾਜ ਜੀ, ਮਿਹਰਬਾਨੀ ਜੀ, ਥੈਂਕ ਯੂ।
ਔਰ ਗੱਲਬਾਤ ਆਪਾਂ ਜਾਰੀ ਰੱਖਾਂਗੇ। ਦੇਖੋ ਲਿਬਰਲ ਸਰਕਾਰ ਜਿਹੜੀ ਹੈ, ਜਿੱਦਾਂ ਆਂਟੀ ਜੀ ਦਾ ਫੋਨ ਆਇਆ ਸੀਗਾ, ਕਹਿੰਦੇ ਕਿ ਵੀ ਇਹਨਾਂ ਨੂੰ ਜਿੱਤੇ ਹੋਏ ਕਹੀਏ ਕਿ ਹਾਰੇ ਹੋਏ ਕਹੀਏ। ਬੇਸਿਕਲੀ ਹਾਰ ਹੀ ਆ ਇਹਨਾਂ ਦੀ, ਕਿਉਂਕਿ 610 ਮਿਲੀਅਨ ਡਾਲਰ ਲਵਾ ਕੇ ਖਰਚਾ ਕਰਾ ਕੇ ਤੇ ਜੇ ਮਿਨੋਰਟੀ ਲੈਣੀ ਹੈ ਉਹਨੂੰ ਤੁਸੀਂ ਜਿੱਤ ਨਹੀਂ ਕਹਿ ਸਕਦੇ, ਉਹਨੂੰ ਹਾਰ ਹੀ ਕਵਾਂਗੇ। ਸੋ ਖੈਰ ਸਾਡੇ ਆਪਣੇ ਲੋਕਲ ਬੰਦਿਆਂ ਦੀ ਆਪਣੀ ਜਿਹੜੀ ਹੈਗੀ ਆ ਉਹ ਗੱਲਬਾਤ ਇਹ ਹੈਗੀ ਆ ਜ਼ਰੂਰ ਕਿ ਉਹ ਆਪਣੇ ਆਪ ਨੂੰ ਜਿੱਦਾਂ ਮਰਜ਼ੀ ਕਹੀ ਜਾਣ ਵੀ ਅਸੀਂ ਜਿਤਾਏ, ਫਲਾਨਾ ਕਵੇ ਅਸੀਂ ਜਿਤਾਏ। ਚਲੋ ਖੈਰ ਉਹਨਾਂ ਨੂੰ ਮੁਬਾਰਕਬਾਦ, ਕੈਂਪੇਨ ਕੀਤੀ ਆ, ਉਹਨਾਂ ਦਾ ਹੱਕ ਬਣਦਾ ਵਾ। ਪਰ ਜੇ ਲੌਜੀਕਲੀ ਦੇਖਿਆ ਜਾਵੇ ਇਹ ਕੋਈ ਜਿੱਤ ਨਹੀਂ ਗੀ, ਇੱਕ ਹਾਰ ਹੀ ਆ। ਕਿਉਂਕਿ ਪਹਿਲਾਂ ਉਹ MP ਸੀਗੇ ਹੀ, ਕੰਮਕਾਰ ਉਹ ਕਰ ਹੀ ਰਹੇ ਸੀਗੇ, ਫਿਰ ਦੁਬਾਰਾ ਵਿੱਚੋਂ ਪੈਸੇ ਲਵਾ ਕੇ ਦੁਬਾਰਾ ਇਲੈਕਸ਼ਨ ਕਰਾ ਕੇ ਫਿਰ ਉਨੀਆਂ ਹੀ ਸੀਟਾਂ ਲੈ ਕੇ ਫਿਰ ਉਹ ਦੁਬਾਰਾ ਸਰਕਾਰ 'ਚ ਆ ਗਏ ਨੇ। ਸੋ ਗੱਲ ਇਹ ਹੈ ਕਿ ਹੁਣ ਜਿਹੜੇ ਪਿਛਲੇ ਪੈਂਡਿੰਗ ਕੰਮ ਸੀਗੇ ਉਹਨਾਂ ਦੇ ਉੱਪਰ ਹੀ ਉਹ ਨਿਗਾਹਸਾਨੀ ਆਪਣੀ ਕਰਕੇ ਪਲਾਨ ਬਣਾ ਕੇ ਜਿੱਦਾਂ ਵੀ ਕੈਬਨਿਟ ਜਿਹੜੀ ਨਵੀਂ ਬਣਾਉਣੀ ਆ, ਮੁਲਕ ਦੀ ਇਕਨੋਮੀ ਬਾਰੇ ਸੋਚਣ, ਔਰ ਜਿਹੜਾ ਕ੍ਰਾਈਮ ਵੱਧ ਰਿਹਾ ਉਹਦੇ ਬਾਰੇ ਸੋਚਣ, ਬਾਰਡਰ ਕੰਟਰੋਲ ਬਾਰੇ ਸੋਚਣ, ਔਰ ਜਿਹੜਾ ਕੋਵਿਡ ਹਜੇ ਸਟਿਲ ਪੈਂਡੈਮਿਕ ਚੱਲ ਰਿਹਾ ਵਾ, ਕਾਰੋਬਾਰੀਆਂ ਦਾ ਕਾਫੀ ਵੱਡਾ ਨੁਕਸਾਨ ਜਿਹੜਾ ਵਾ ਪੈਂਡੈਮਿਕ ਦੇ ਵਿੱਚ ਹੋ ਰਿਹਾ ਵਾ, ਵੈਕਸੀਨ ਦਾ ਕਾਫੀ ਜ਼ਿਆਦਾ ਰੌਲਾ ਪੈ ਰਿਹਾ ਵਾ। ਇਹ ਸਾਰੇ ਮੁੱਦੇ ਜਿਹੜੇ ਨੇ ਉਹ ਐਡਰੈਸ ਕਰਨ ਵਾਲੇ ਨੇ। ਸੋ ਲਿਬਰਲ ਸਰਕਾਰ ਹੁਣ ਇਹਨਾਂ ਮੁੱਦਿਆਂ ਨੂੰ ਕਿੱਦਾਂ ਐਡਰੈਸ ਕਰਦੀ ਆ, ਇਹ ਨਾਲ ਦੀ ਨਾਲ ਜਿਹੜਾ ਵਾ ਤੁਹਾਨੂੰ ਵੀ ਪਤਾ ਜਿਹੜਾ ਵਾ ਉਹ ਲੱਗਦਾ ਰਹਿਣਾ ਵਾ। ਸੋ ਸਵਾਲ ਤੁਸੀਂ ਬਿਲਕੁਲ ਵੀ, ਜਿੱਦਾਂ ਅਸੀਂ ਪਹਿਲਾਂ ਵੀ ਕਹਿੰਦੇ ਸੀਗੇ, ਆਪਣੇ MPs ਨੂੰ ਪੁੱਛਣੇ ਬਿਲਕੁਲ ਨਾ ਬੰਦ ਕਰਿਆ ਕਰੋ। ਭੁਪਿੰਦਰ ਦੋਸਾਂਝ ਹਰਾਂ ਦਾ ਮੈਂ ਸੰਦੇਸ਼ ਤੁਹਾਨੂੰ ਦੇ ਦੇਵਾਂ। ਰਾਇਲ ਸਟਾਰ ਰਿਐਲਿਟੀ ਇੰਕ ਦੇ ਨਾਲ ਪਿਛਲੇ 10 ਸਾਲ ਤੋਂ ਭੁਪਿੰਦਰ ਦੋਸਾਂਝ ਹਰੀ ਕੰਮ ਕਰਦੇ ਨੇ। ਜਿਹੜੀ ਇਹਨਾਂ ਦੀ ਟੀਮ ਹੈ ਕਾਫੀ ਪ੍ਰੋਫੈਸ਼ਨਲੀ ਕੰਮ ਕਰਦੀ ਹੈ, ਕਾਫੀ ਲੰਬਾ ਇਹਨਾਂ ਕੋਲੇ ਐਕਸਪੀਰੀਅੰਸ ਹੈ ਇਮਾਨਦਾਰੀ ਦਾ। ਇਹਨਾਂ ਦੇ ਕਾਫੀ ਰੈਫਰਲਸ ਨੇ ਜਿਹੜੇ ਵਧੀਆ ਇਹਨਾਂ ਬਾਰੇ ਗੱਲਬਾਤ ਕਰਦੇ ਨੇ। ਇਹਨਾਂ ਕੋਲੇ ਇੱਕ 2 ਡਿਟੈਚ ਹੋਮ ਨੇ, ਅਸਾਈਨਮੈਂਟ ਕਲੌਸ ਦੇ ਨੇ, ਬ੍ਰੈਂਟਫੋਰਡ ਦੇ ਵਿੱਚ 2550 ਸਕੁਅਰ ਫੀਟ ਦੇ। ਤੇ ਕਾਲ ਤੁਸੀਂ ਕਰ ਲੈਣੀ ਆ ਜੇ ਤੁਸੀਂ ਬ੍ਰੈਂਟਫੋਰਡ ਦੇ ਵਿੱਚ ਅਸਾਈਨਮੈਂਟ ਕਲੌਸ ਦੇ ਉੱਪਰ ਬ੍ਰੈਂਡ ਨਿਊ ਘਰ ਕੋਈ ਖਰੀਦਣਾ ਚਾਹੁੰਦੇ ਹੋ ਤੇ 4164576698 ਦੇ ਉੱਪਰ 416 457 6698 ਦੇ ਉੱਪਰ ਕਾਲ ਭੁਪਿੰਦਰ ਦੋਸਾਂਝ ਹਰਾਂ ਨੂੰ ਤੁਸੀਂ ਕਰ ਸਕਦੇ ਹੋ। ਇੱਕ ਇਹਨਾਂ ਨੂੰ ਲਿਸਟਿੰਗ ਦੀ ਲੋੜ ਆ ਕ੍ਰੈਡਿਟ ਵੈਲੀ ਏਰੀਆ ਬ੍ਰੈਂਪਟਨ ਵੈਸਟ ਦੇ ਵਿੱਚ, ਤੇ ਜਿਹੜਾ ਇਹਨਾਂ ਦਾ ਕਲਾਇੰਟ ਆ ਇਸ ਏਰੀਏ ਦੇ ਵਿੱਚ ਘਰ ਜਿਹੜਾ ਉਹ ਲੱਭ ਰਿਹਾ ਵਾ। ਸੋ ਤੁਸੀਂ ਕਾਲ ਕਰ ਲੈਣੀ ਹੈ 416 457 6698 ਦੇ ਉੱਪਰ। ਔਰ ਬੇਰੀ ਦੇ ਵਿੱਚ ਭੁਪਿੰਦਰ ਦੋਸਾਂਝ ਹਰਾਂ ਕੋਲੇ ਵੀ ਇੱਕ ਨਵਾਂ ਪ੍ਰੋਜੈਕਟ ਹੈਗਾ ਵਾ। 7,70,000 ਤੋਂ ਡਿਟੈਚ ਜਿਹੜੇ ਨੇ ਸ਼ੁਰੂ ਹੋ ਰਹੇ ਨੇ ਘਰ, ਸੈਮੀ ਡਿਟੈਚ ਜਿਹੜਾ ਵਾ ਉਹ 1 ਮਿਲੀਅਨ ਤੋਂ ਸ਼ੁਰੂ ਹੋ ਰਿਹਾ ਵਾ। ਸੋ ਜੇ ਤੁਸੀਂ ਨਵੇਂ ਪ੍ਰੋਜੈਕਟ ਦੇ ਵਿੱਚ ਨਵੀਂ ਕੋਈ ਇਨਵੈਸਟਮੈਂਟ ਕਰਨੀ ਚਾਹੁੰਦੇ ਹੋ ਬੇਰੀ ਦੇ ਵਿੱਚ, ਤੇ ਭੁਪਿੰਦਰ ਦੋਸਾਂਝ ਹਰਾਂ ਨੂੰ ਕਾਲ ਤੁਸੀਂ ਕਰ ਲੈਣੀ ਆ 416 457 6698 ਦੇ ਉੱਪਰ। ਸੋ ਮੇਰੇ ਵੀਰੋ, ਜਿੱਦਾਂ ਕਿ ਬਰੈਂਪਟਨ ਦੀ ਵੀ ਕੱਲ ਗੱਲਬਾਤ ਆਪਾਂ ਕੀਤੀ ਸੀਗੀ ਕਿ ਬਰੈਂਪਟਨ ਦੇ ਵਿੱਚ ਜਿਹੜੇ CEO ਨੇ ਡੇਵਿਡ ਬੈਰਿਕ ਹਰੀ, ਉਹ ਰਿਪੋਰਟ ਹੁਣ ਆਪ ਖੁਦ ਪਹਿਲਾਂ ਦੇਖਣੀ ਚਾਹੁੰਦੇ ਨੇ ਪਬਲਿਕ ਨੂੰ ਦੇ ਵਿੱਚ ਛਾਇਆ ਕਰਨ ਤੋਂ ਪਹਿਲਾਂ। ਸੋ ਕਿਉਂਕਿ ਇਲਜ਼ਾਮ ਵੀ ਚੋਰੀ ਦੇ ਉੱਪਰ ਉਹਨਾਂ ਦੇ ਹੀ ਲੱਗੇ ਸੀਗੇ ਔਰ ਰਿਪੋਰਟ ਵੀ ਉਹਨਾਂ ਨੇ ਹੀ ਚੈੱਕ ਕਰਨੀ ਆ ਟੈਕਸ ਪੇਅਰ ਦੇ ਮਨੀ ਦੇ ਨਾਲ। ਇਹ ਜਿਹੜੀ ਇਨਵੈਸਟੀਗੇਸ਼ਨ ਡਿਲਾਇਟ ਕੰਪਨੀ ਨੇ ਕੀਤੀ ਆ, ਇਹ ਡਿਲਾਇਟ ਕੰਪਨੀ ਦੀ ਜਿਹੜੀ ਇਨਵੋਇਸ ਕਲੀਅਰ ਕੀਤੀ ਗਈ ਆ, ਉਹ ਇਨਵੋਇਸ ਪਬਲਿਕ ਦੇ ਪੈਸੇ ਦੇ ਨਾਲ ਕੀਤੀ ਗਈ ਆ। ਉਹ ਕੋਈ ਕਿਸੇ ਕਾਉਂਸਲਰ ਨੇ, ਕਿਸੇ ਮੇਅਰ ਨੇ, ਕਿਸੇ ਨੇ, ਡੇਵਿਡ ਬੈਰਿਕ ਨੇ ਆਪਣੀ ਜੇਬ ਦੇ ਵਿੱਚੋਂ ਨਹੀਂ ਦਿੱਤੀ ਕਿ ਵੀ ਅਸੀਂ ਇਨਵੈਸਟੀਗੇਸ਼ਨ ਕਰਾਉਣੀ ਆ। ਉਹ ਸਿਟੀ ਦਾ ਪੈਸਾ ਵਾ, ਟੈਕਸ ਪੇਅਰ ਦਾ ਮਨੀ ਆ। ਟੈਕਸ ਪੇਅਰ ਦੇ ਮਨੀ ਦੇ ਨਾਲ ਕਰਕੇ 3 ਮਹੀਨੇ ਤੁਸੀਂ ਇਨਵੈਸਟੀਗੇਸ਼ਨ ਕਰਦੇ ਹੋ ਔਰ ਫਿਰ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜਿਹੜੀ ਰਿਪੋਰਟ ਹੈ ਆਪਣੀ ਤੁਸੀਂ ਉਹ ਕਿ ਉਸੇ ਚੋਰ ਦੇ ਹੱਥ ਦੇ ਦਿੰਦੇ ਹੋ ਜਿਹੜੇ ਚੋਰ ਦੇ ਉੱਪਰ ਇਲਜ਼ਾਮ ਲੱਗੇ ਹੋਏ ਆ। ਔਰ ਤਾਂ ਕਿ ਉਹ ਜਿਹੜੀ ਵੀ ਕੋਈ ਕੱਟ ਵੱਢ ਜਿਹੜੀ ਉਹਨੇ ਕਰਨੀ ਆ, ਜਿਹੜੀ ਚੀਜ਼ ਉਹਨੂੰ ਨਹੀਂ ਪਸੰਦ ਆਉਂਦੀ ਤੇ ਉਹ ਜਿਹੜੀ ਚੀਜ਼ ਆ ਉਹ ਉੱਥੇ ਮਾਈਨਸ ਕਰਕੇ ਤੇ ਫਿਰ ਪਬਲਿਕ ਜਾਂ ਕੌਂਸਲ ਦੇ ਸਾਹਮਣੇ ਕਰ ਦੂਗਾ। ਤੇ ਫਿਰ ਉਹ ਕਹਿਣਗੇ ਵੀ ਫਿਰ ਇਹਦੀ ਲੋੜ ਹੀ ਕੀ ਸੀਗੀ ਇੰਨੇ ਪੈਸੇ ਲਾਉਣ ਦੀ, ਤੁਹਾਨੂੰ ਇੰਨੇ ਟੈਕਸ ਪੇਅਰ ਦਾ ਪਹਿਲਾਂ ਤਾਂ ਉਹ ਚੋਰੀ ਕਰ ਗਿਆ, ਉਹ ਵੀ ਟੈਕਸ ਪੇਅਰ ਦਾ ਮਨੀ ਸੀਗਾ। ਫਿਰ ਤੁਸੀਂ ਇਨਵੈਸਟੀਗੇਸ਼ਨ ਦੇ ਉੱਪਰ ਅੱਖਾਂ 'ਚ ਧੂੜ ਪਾਉਣ ਦੀ ਲੋੜ ਕੀ ਸੀਗੀ, ਪੈਸੇ ਇੰਨੇ ਖਰਚਣ ਦੀ ਲੋੜ ਹੀ ਨਹੀਂ ਸੀ। ਉੱਦਾਂ ਹੀ ਕਹਿ ਦਿੰਦੇ ਹੋ ਵੀ ਸਾਡਾ ਬੰਦਾ ਵੀ ਚੋਰ ਆ, ਸਾਧੂ ਆ, ਸਾਡਾ ਯਾਰ ਆ, ਅਸੀਂ ਤਾਂ ਇੱਥੇ ਰੱਖਣਾ, ਇਹ ਤਾਂ ਇਦਾਂ ਹੀ ਚੱਲੂ। ਠੀਕ ਆ, ਚਲੋ ਪਬਲਿਕ ਆਪਣਾ ਮੰਨ ਲੈਂਦੀ ਵੀ ਠੀਕ ਹੈ ਵੀ ਹੁਣ ਸਾਡੇ ਹੱਥ ਵੱਸ ਕੋਈ ਪਾਵਰ ਤਾਂ ਹੈ ਨਹੀਂ ਕਿ ਵੀ ਅਸੀਂ ਇਹਨੂੰ ਕੰਨੋਂ ਫੜ ਕੇ ਕੱਢ ਦੇਣਾ ਵਾ।
ਤੇ ਜੇ ਤੁਸੀਂ ਪਬਲਿਕ ਦੇ ਧੂੜ ਪਾਉਣੀ ਸੀ ਅੱਖਾਂ 'ਚ ਕੌਂਸਲ ਨੂੰ, ਤੇ ਫਿਰ ਤੁਸੀਂ ਰਿਪੋਰਟ ਅਸਲੀ ਓਰੀਜਨਲ ਆਉਣ ਦਿੰਦੇ। ਸਿੱਧਾ ਜਿੱਦਾਂ ਹੀ ਡਿਲਾਈਟ ਨੇ ਲਿਖਿਆ, ਜੋ ਵੀ ਲਿਖਿਆ ਉਹ ਉਹਦੇ ਹੱਕ 'ਚ ਲਿਖਿਆ, ਉਹਦੇ ਵਿਰੋਧ 'ਚ ਲਿਖਿਆ, ਉਹ ਸਿੱਧਾ ਪਬਲਿਕ ਦੇ ਸਾਹਮਣੇ ਛਾਇਆ ਕਰ ਦਿੰਦੇ। ਉਸ ਤੋਂ ਬਾਅਦ ਪਬਲਿਕ ਆਪੇ ਡਿਸੀਜਨ ਆਪਣਾ ਲੈ ਲੈਂਦੀ ਔਰ ਤੁਹਾਨੂੰ ਵੀ ਦੱਸ ਦਿੰਦੀ। ਸੋ ਕੁੱਲ ਮਿਲਾ ਕੇ ਇਹ ਇੱਕ ਫਿਰ ਆਪਣੇ ਆਪ ਦੇ ਵਿੱਚ ਇਹਨੂੰ ਕਰਪਸ਼ਨ, ਆਪਣੇ ਆਪ ਦੇ ਵਿੱਚ ਇੱਕ ਫਰਾਡ, ਆਪਣੇ ਆਪ ਦੇ ਵਿੱਚ ਇੱਕ ਚੋਰੀ ਆ। ਟੈਕਸ ਪੇਅਰ ਦੇ ਮਨੀ ਦੇ ਨਾਲ ਸਿੱਧਾ ਇਹ ਖਿਲਵਾੜ ਆ। ਸੋ ਇਸ ਕਰਕੇ ਤੁਸੀਂ ਆਪਣੀਆਂ ਅੱਖਾਂ ਖੋਲ ਕੇ ਰੱਖਿਆ ਕਰੋ। ਸਾਡਾ ਕੰਮ ਆ ਇਹ ਗੱਲਾਂ ਤੁਹਾਨੂੰ ਦੱਸਣ ਦਾ। ਅਸੀਂ ਕਿਸੇ ਦੇ ਕੋਈ ਵੈਰੀ ਨਹੀਂ ਹੈਗੇ, ਅਸੀਂ ਕਿਸੇ ਦੇ ਕੋਈ ਮਤਲਬ ਵੀ ਸਾਡੀ ਦੁਸ਼ਮਣੀ ਨਹੀਂ ਹੈਗੀ। ਗੱਲ ਸਿਰਫ ਇੱਕ ਇੰਨੀ ਕੁ ਜ਼ਰੂਰ ਆ ਕਿ ਸਾਡਾ ਫਰਜ਼ ਹੈ ਤੁਹਾਨੂੰ ਦੱਸਣਾ ਕਿ ਆਪਾਂ ਆਪਣੀਆਂ ਅੱਖਾਂ ਕਿੱਦਾਂ ਬੰਦ ਕਰ ਸਕਦੇ ਹਾਂ। ਆਪਾਂ ਆਪਣੀਆਂ ਅੱਖਾਂ ਨਹੀਂ ਬੰਦ ਕਰ ਸਕਦੇ। ਕਿਉਂ ਨਹੀਂ ਬੰਦ ਕਰ ਸਕਦੇ? ਕਿਉਂਕਿ ਸਾਡਾ ਪੈਸਾ ਵਾ। ਜੇ ਸਾਡਾ ਪੈਸਾ ਨਾ ਹੋਵੇ ਨਾ, ਫਿਰ ਅਸੀਂ ਚਲੋ ਕਹੀਏ ਵੀ ਸਾਡਾ ਕੀ ਜਾਂਦਾ ਵਾ, ਜੋ ਕੋ ਮਰਜ਼ੀ ਕਰੇ। ਟੈਕਸ ਤਾਂ ਅਸੀਂ ਦਿੰਦੇ ਹਾਂ ਨਾ ਆਪਣੀ ਜੇਬ 'ਚੋਂ। ਟੈਕਸ ਦੇ ਹੁਣ ਜੇ ਆਪਾਂ ਕਈ ਸਾਡੇ ਦਰਸ਼ਕ ਸਰੋਤੇ ਇਹ ਗੱਲ ਕਹਿ ਦਿੰਦੇ ਨੇ ਵੀ ਚਲੋ ਫਿਰ ਕੀ ਹੋ ਗਿਆ, 600 ਮਿਲੀਅਨ ਲੱਗ ਗਿਆ, ਕੀ ਹੋ ਗਿਆ? ਬਾਈ 600 ਮਿਲੀਅਨ ਕਿਸੇ ਦਾ ਨਹੀਂ ਲੱਗਾ। ਉਹ ਕਈ ਵਾਰ ਇਹ ਆ ਨਾ ਵੀ ਜੇ ਹੁਣ ਜਿੱਦਾਂ ਸਾਡੇ ਕੱਪ ਦੇ ਕੌਫੀ ਦੇ ਕੱਪ ਦੇ ਵਿੱਚੋਂ 2 ਘੁੱਟਾਂ ਡਿੱਗ ਪੈਣ, ਉਹ ਸਾਨੂੰ ਮਹਿਸੂਸ ਨਹੀਂ ਹੁੰਦੀਆਂ। ਪਰ ਵੱਡੀ ਪਿਕਚਰ ਦੇਖੋ, ਜੇ 2 ਤੁਪਕਾ ਕਰਕੇ ਕੌਫੀ ਖਾਲੀ ਹੋ ਸਕਦੀ ਹੈ, ਕੱਪ ਖਾਲੀ ਹੋ ਸਕਦਾ, ਆਪਾਂ ਨੂੰ ਪੀਣ ਨੂੰ ਕੱਖ ਨਹੀਂ ਲੱਭਣਾ। ਸੋ ਉਹ ਗੱਲ ਆ ਕਿ ਉਹ ਜਿਹੜਾ ਹੁਣ ਆਪਾਂ ਇਲੈਕਸ਼ਨਾਂ 'ਤੇ ਪੈਸਾ ਲੱਗਦਾ, ਇਸ ਜਿਹੜਾ ਆਪਾਂ 13% ਆਪਾਂ ਕੈਂਡੀ ਵੀ ਲੈਂਦੇ ਹਾਂ ਉਹਦੇ ਉੱਪਰ ਵੀ ਦਿੰਦੇ ਹਾਂ, ਡਾਲਰ ਖਰਚਦੇ ਹਾਂ ਉਹਦੇ ਉੱਪਰ ਵੀ 13% ਆਪਾਂ HST ਦਿੰਦੇ ਹਾਂ। ਇਹ ਸਾਰਾ ਜਿਹੜਾ ਮਨੀ ਆ, ਆਪਾਂ ਆਪਣੀ ਤਨਖਾਹਾਂ ਦਾ ਆਪਾਂ ਕੰਮ ਕਰਦੇ ਹਾਂ, ਆਪਾਂ ਘੰਟੇ ਲਾਉਂਦੇ ਹਾਂ, ਆਪਾਂ ਘੰਟੇ ਲਾ ਕੇ ਉੱਥੋਂ ਜਿਹੜਾ ਆਪਾਂ ਨੂੰ ਚੈੱਕ ਮਿਲਦਾ ਵਾ, ਜਿੰਨੀ ਆਪਣੀ ਅਮਾਊਂਟ ਹੁੰਦੀ ਪੂਰੇ ਦਾ ਪੂਰਾ ਥੋੜ੍ਹਾ ਨਾ ਮਿਲ ਜਾਂਦਾ ਵਾ। ਕਿੰਨਾ ਪੈਸਾ ਦੇਖੋ ਕੱਟ ਕਟਾ ਕੇ ਤੁਹਾਡੇ ਘਰ ਆਉਂਦਾ ਵਾ, ਬਾਕੀ ਸਾਰਾ ਕਿੱਥੇ ਜਾਂਦਾ? ਉਹ ਸਾਰਾ ਆਪਣਾ ਇਹਨਾਂ ਕੰਮਾਂ ਵਾਸਤੇ ਹੀ ਲੱਗਦਾ ਵਾ। ਚਾਹੇ ਉਹ ਹੈਲਥ ਹੋਵੇ, ਚਾਹੇ ਸਾਡੀਆਂ ਰੋਡਸ ਹੋਣ, ਚਾਹੇ ਸਾਡੀਆਂ ਇਲੈਕਸ਼ਨਸ ਹੋਣ, ਇਹਨਾਂ ਦੇ ਉੱਪਰ ਸਾਡਾ ਪੈਸਾ ਜਿਹੜਾ ਵਾ ਉਹ ਲੱਗਦਾ ਵਾ। ਸੋ ਕੁੱਲ ਮਿਲਾ ਕੇ ਉਹ ਸਾਡਾ ਆਪਣਾ ਪੈਸਾ ਵਾ, ਉਹ ਕਿਸੇ ਦਾ ਪੈਸਾ ਨਹੀਂ ਹੈਗਾ। ਜੇ ਉਹ ਸਹੀ ਜਗ੍ਹਾ 'ਤੇ ਲੱਗਦਾ ਵਾ ਤਾਂ ਵੀ ਸਾਡਾ ਵਾ, ਜੇ ਉਹ ਗਲਤ ਜਗ੍ਹਾ 'ਤੇ ਲੱਗਦਾ ਵਾ ਤਾਂ ਵੀ ਸਾਡਾ ਵਾ। ਸੋ ਇਸ ਕਰਕੇ ਆਪਾਂ ਨੂੰ ਬੋਲਣਾ ਬਹੁਤ ਜ਼ਰੂਰੀ ਆ। ਆਪਣੇ ਜਿਹੜੇ ਸਵਾਲ ਨੇ ਉਹ ਵਾਜਿਬ ਨੇ, ਔਰ ਜਿਹੜੇ MPs ਨੇ ਜਾਂ ਜਿਹੜੇ MPPs ਨੇ ਜਾਂ ਕਾਉਂਸਲਰਸ ਨੇ, ਮੇਅਰਸ ਨੇ, ਉਹਨਾਂ ਦਾ ਜਵਾਬ ਆ, ਉਹਨਾਂ ਦਾ ਫਰਜ਼ ਆ ਕਿ ਇਹਨਾਂ ਸਵਾਲਾਂ ਦਾ ਜਵਾਬ ਦੇਣਾ। ਕਿਉਂ ਨਹੀਂ ਦੇਣਾ? ਕਿਉਂਕਿ ਉਹ ਕੋਈ ਅਪਾਇੰਟਮੈਂਟ ਲੈ ਕੇ ਇਹਨਾਂ ਕੁਰਸੀਆਂ ਦੇ ਉੱਪਰ ਨਹੀਂ ਆਏ। ਉਹ ਅਸੀਂ ਚੁਣੇ ਨੇ, ਅਸੀਂ ਵੋਟਾਂ ਪਾਈਆਂ ਨੇ ਔਰ ਉਹ ਜਵਾਬਦੇ ਨੇ। ਪਰ ਹਾਂ, ਸਾਡੇ ਲਈ ਇਹ ਜਾਣਨਾ ਬੜਾ ਜ਼ਰੂਰੀ ਹੋਵੇਗਾ ਕਿ ਸਾਡੇ ਵਿੱਚ ਇੰਨੀ ਹਿੰਮਤ ਹੈਗੀ ਆ, ਸਾਡੇ ਵਿੱਚ ਇੰਨੀ ਸੂਝ-ਬੂਝ ਹੈਗੀ ਆ ਕਿ ਅਸੀਂ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਇਹਨਾਂ ਨੂੰ ਜਵਾਬਦੇਹ ਬਣਾ ਸਕੀਏ, ਇਹਨਾਂ ਕੋਲੋਂ ਸਵਾਲ ਪੁੱਛ ਸਕੀਏ ਔਰ ਇਹਨਾਂ ਕੋਲ ਜਵਾਬ ਲੈਣਾ ਸਾਡਾ ਹੱਕ ਆ। ਔਰ ਜੇ ਅਸੀਂ ਮੰਗਾਂਗੇ ਤੇ ਇਹਨਾਂ ਨੂੰ ਦੇਣੇ ਪੈਣਗੇ। ਪਰ ਜੇ ਅਸੀਂ ਸਿਰਫ ਵੀਜ਼ੇ ਦੀਆਂ ਚਿੱਠੀਆਂ ਮੰਗਣੀਆਂ ਵਾ, ਫੋਟੋਆਂ ਖਿਚਾਉਣੀਆਂ ਵਾ, ਚਾਹ ਪਕੌੜੇ ਖਾਣੇ ਆ, ਫਿਰ ਇਹਨਾਂ ਨੇ ਸਾਨੂੰ ਜਵਾਬ ਕੋਈ ਨਾ ਦੇਣੇ ਆ ਤੇ ਨਾ ਹੀ ਅਸੀਂ ਡਿਜ਼ਰਵ ਕਰਦੇ ਆ ਉਹ ਜਵਾਬ। ਸੋ ਮੇਰੇ ਵੀਰੋ, ਇਹ ਗੱਲ ਜਿਹੜੀ ਆ ਸਮਝੋ। ਹੁਣ ਟਰੱਕਿੰਗ ਐਸੋਸੀਏਸ਼ਨ ਬਣਾਈ ਆ, ਟਰੱਕ ਵਾਲਿਆਂ ਦੇ ਆਪਣੇ ਮਸਲੇ ਨੇ, ਇੰਸ਼ੋਰੈਂਸਿਸ ਦੇ ਆਪਣੇ ਮਸਲੇ ਨੇ, ਕ੍ਰਾਈਮ ਦਾ ਸ਼ਹਿਰ ਦੇ ਵਿੱਚ ਇੱਕ ਆਪਣਾ ਮਸਲਾ ਵਾ। ਰੋਜ਼ ਕਤਲੋ ਗਾਰਤ, ਗੋਲੀ, ਲੜਾਈ ਝਗੜੇ ਦੀਆਂ ਖਬਰਾਂ, ਵੀਡੀਓਜ਼ ਜਿਹੜੀਆਂ ਨੇ ਉਹ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ। ਫਿਰ ਆਪਾਂ ਕਿੱਦਾਂ ਕਹਿ ਸਕਦੇ ਹਾਂ ਵੀ ਇਹ UP ਬਿਹਾਰ ਬਣਨ ਦੇ ਵਿੱਚ ਹਜੇ ਕੋਈ ਕਸਰ ਆ? ਕੋਈ ਕਸਰ ਨਹੀਂ ਹੈਗੀ। ਜਿੱਥੇ ਦੇਖੋ ਸ਼ਰੇਆਮ ਜਨਤਾ ਡਾਂਗਾ ਚੱਕ ਕੇ ਤੁਰੀ ਫਿਰਦੀ ਆ, ਹਥਿਆਰ ਚੱਕ ਕੇ ਤੁਰੀ ਫਿਰਦੀ ਆ। ਹਥਿਆਰ ਆਮ ਬਰੈਂਪਟਨ ਦੇ ਵਿੱਚ ਹੁਣ ਆਮ ਜੀ ਗੱਲ ਹੋ ਗਈ ਆ। ਔਰ ਚੋਰੀ ਚਕਾਰੀ, ਡਕੈਤੀ, ਇੱਥੇ ਫਿਰੌਤੀ, ਸਾਰਾ ਕੁਝ ਚੱਲ ਰਿਹਾ ਵਾ, ਡਰੱਗ। ਸੋ ਹਰ ਚੀਜ਼ ਜਿਹੜੀ ਆ ਉਹ ਇੱਥੇ ਦੂਜੇ ਸ਼ਹਿਰਾਂ ਨਾਲੋਂ ਵੱਧ ਆ। ਸੋ ਇਸ ਕਰਕੇ ਆਪਾਂ ਹਮੇਸ਼ਾ ਤੁਹਾਨੂੰ ਜਗਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰਦੇ ਰਹਿੰਦੇ ਆ, ਔਰ ਕੋਸ਼ਿਸ਼ ਵੀ ਇਹ ਕਰਦੇ ਰਹਿੰਦੇ ਆ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਅਸਰ ਜਿਹੜਾ ਵਾ ਉਹ ਤੁਹਾਡੇ 'ਤੇ ਜ਼ਰੂਰ ਹੋਵੇ। ਇੱਕ ਕਮਰਸ਼ੀਅਲ ਬ੍ਰੇਕ ਲੈਂਦੇ ਆ ਔਰ ਉਸ ਤੋਂ ਬਾਅਦ ਵਾਪਸ ਪਰਤਦੇ ਹਾਂ।
बैटरी कवर्स, मेल बॉक्स, मड फ्लैप्स, एल्यूमीनियम वॉकिंग फ्लोर एंड मच मोर। किसी भी तरह की वेल्डिंग एंड फैब्रिकेशन ਲਈ ਅੱਜ ਹੀ ਕੰਟੈਕਟ ਕਰੋ ਬਲਜੀਤ ਪੁਰਵਾ ਜੀ ਨੂੰ 9054536006 ਤੇ ਯਾਨੀ 9054536006 ਤੇ ਮਾਲਵਾ ਵੈਲਡਿੰਗ ਐਂਡ ਫੈਬਰਿਕੇਸ਼ਨ 180 ਐਡਵਾਂਸ ਬੁਲੇਵਾਰਡ ਬ੍ਰੈਂਪਟਨ। ਕੀ ਤੁਸੀਂ ਆਪਣੇ ਬਿਜ਼ਨਸ ਦੀ ਟੈਕਸੇਸ਼ਨ ਸੰਬੰਧੀ ਪ੍ਰੋਬਲਮਸ ਤੋਂ ਹੋ ਪਰੇਸ਼ਾਨ ਅਤੇ ਤੁਹਾਨੂੰ ਟੈਨਸ਼ਨ ਰਹਿੰਦੀ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨ ਦੀ? ਤਾਂ ਹੋ ਜਾਓ ਬਿਲਕੁਲ ਫ੍ਰੀ, ਕਿਉਂਕਿ ਤੁਹਾਡੀਆਂ ਨਾ ਸਾਰੀਆਂ ਪ੍ਰੋਬਲਮਸ ਦਾ ਸੋਲੂਸ਼ਨ ਹੈ ਲਖਵਿੰਦਰ ਜੀ ਦੇ ਕੋਲ, ਜੋ ਕਿ ਤੁਹਾਡੇ ਬਿਜ਼ਨਸ ਦੇ ਲਈ ਦੇਣਗੇ ਤੁਹਾਨੂੰ efficient taxation solutions through corporate and IFA policies ਅਤੇ ਤੁਹਾਨੂੰ ਅਤੇ ਤੁਹਾਡੇ ਬਿਜ਼ਨਸ ਨੂੰ ਪ੍ਰੋਟੈਕਟ ਕਰਦੇ ਨੇ ਵਿਦ ਇੰਸ਼ੋਰੈਂਸ ਪ੍ਰੋਡਕਟਸ ਜੋ RRSP and super visa insurance ਵੀ ਆਫਰ ਕਰਦੇ ਨੇ, ਜੋ ਕਿ ਨੇ ਇੱਕ experienced taxation and insurance advisor। ਜੇਕਰ ਤੁਸੀਂ ਐਕਸਪੈਂਡ ਕਰਨਾ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਤਾਂ ਅੱਜ ਹੀ ਕਾਲ ਕਰੋ ਲਖਵਿੰਦਰ ਜੀ ਨੂੰ 6472993637 647-299-3637 ਤੇ। कितना चाहते थे राहुल मुझे, पर मैं स्टूडेंट वीजा पे थी ना, इमिग्रेशन के लिए कहाँ से अप्लाई करना है समझ ही नहीं आ रहा था, पर मेट्रो ने सब सॉल्व कर दिया। मुझे कनाडा आए 1 ही साल हुआ है और मेरे पेरेंट्स आ रहे हैं थैंक्स टू मेट्रो। थैंक्स दीदी, तुसी स्पॉन्सरशिप भेजी ते मैं कनाडा आ सकिया। ओए कमलिया थैंक्स टू मेट्रो बोल। मेट्रो इमिग्रेशन ने सब प्रॉब्लम्स का सॉल्यूशन देता है। For a solid representation at Immigration Refugee Board regarding your sponsorship appeals, for example marriage, medical, criminality, residency obligation. Metro Immigration 905-673-1200। ਸੈਂਚੁਰੀ 21 ਰੈਡ ਸਟਾਰ ਰਿਐਲਿਟੀ ਇੰਕ ਬ੍ਰੋਕਰੇਜ ਹੁਣ ਹਾਇਰ ਕਰਨ ਜਾ ਰਹੇ ਨੇ ਨਵੇਂ ਅਤੇ ਐਕਸਪੀਰੀਅੰਸ ਸੇਲਸ ਰਿਪਰੈਜ਼ੈਂਟੇਟਿਵ ਅਤੇ ਬ੍ਰੋਕਰਸ। ਹੁਣੇ ਜੁਆਇਨ ਕਰੋ ਵਿਨਿੰਗ ਟੀਮ ਨੂੰ ਤੇ ਇੱਕ ਹੀ ਛੱਤ ਥੱਲੇ ਰੀਅਲ ਏਸਟੇਟ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੋ, ਜਿਵੇਂ ਕਿ 24 ਘੰਟੇ 7 ਦਿਨ ਰੀਅਲਟਰਸ ਵਾਸਤੇ ਆਫਿਸ ਐਕਸੈਸ, ਫ੍ਰੀ ਵੈਬਸਾਈਟ ਅਤੇ ਈਮੇਲ ਆਈਡੀ, free after office hours answering service, ਵਧੀਆ agent commission package, one-on-one training program, expert ਅਤੇ flexible mortgage advisors। 15 ਸਾਲਾਂ ਦੇ ਤਜਰਬੇ ਵਾਲੇ ਬ੍ਰੋਕਰ ਨਿਕ ਸ਼ਰਮਾ ਨੂੰ ਜੁਆਇਨ ਕਰਨ ਲਈ ਕਾਲ ਕਰੋ 416 565 5000 416-565-5000। Century 21 Red Star Realty Inc Brokerage। ਇੱਕ ਤਾਂ ਏਜੰਟਸ ਦਾ ਕੋਈ ਭਰੋਸਾ ਨਹੀਂ, ਆਪਣੀ ਕਮਿਸ਼ਨ ਲਈ ਕਲਾਇੰਟ ਨੂੰ ਫਸਾ ਦਿੰਦੇ ਨੇ। ਘਰ ਲੈਣ ਦਾ ਸੁਪਨਾ ਇੰਨਾ ਕਰਕੇ ਸੁਪਨਾ ਹੀ ਰਹਿ ਜਾਂਦਾ ਹੈ। ਪਰ ਹੁਣ ਹੋਮ ਲਾਈਫ ਮਿਰੇਕਲ ਦੇ ਸਰਦਾਰ ਜ਼ਹੂਰ ਖਾਨ ਦੇ ਹੁੰਦਿਆਂ ਕੋਈ ਟੈਨਸ਼ਨ ਨਹੀਂ। ਭਾਈ ਸਾਡੀ ਟੈਨਸ਼ਨ ਵੀ ਆਪ ਹੀ ਲੈ ਲੈਂਦੇ ਨੇ, ਭਾਵੇਂ ਮੌਰਗੇਜ ਅਰੇਂਜ ਕਰਨੀ ਹੋਵੇ ਜਾਂ ਵਕੀਲ ਦੀ ਫੀਸ ਆਪ ਹੀ ਪੇ ਕਰ ਦਿੰਦੇ ਨੇ। ਇਹ ਰੀਅਲਟਰ ਨੇ ਕਾਬਿਲ ਤੇ ਇਮਾਨਦਾਰ, ਕਰਦੇ ਨੇ ਤੁਹਾਡੇ ਘਰ ਲੈਣ ਦਾ ਸੁਪਨਾ ਸਾਕਾਰ। ਹੋਮ ਲਾਈਫ ਮਿਰੇਕਲ ਦੇ ਸਰਦਾਰ ਜ਼ਹੂਰ ਖਾਨ। ਕਾਲ 647927 1700 647 927 1700। वाह सिमर क्या बात है। लास्ट टाइम मैं जब ਤੁਹਾਡੇ ਘਰ ਆਇਆ ਸੀ ਤਾਂ ਬੈਕਯਾਰਡ, ਡਰਾਈਵੇ, ਵਾਕਵੇ ਸਾਰੀ ਜਗ੍ਹਾ ਤੋਂ ਕੰਕਰੀਟ ਟੁੱਟਿਆ ਪਿਆ ਸੀ, ਪਰ ਇੱਕ ਹਫਤੇ ਦੇ ਅੰਦਰ ਅੰਦਰ ਇੰਨੀ ਖੂਬਸੂਰਤੀ, ਇੰਨੀ ਕ੍ਰੀਏਟੀਵਿਟੀ ਕਿੱਦਾਂ? ਭਈ ਇਹ ਖੂਬਸੂਰਤੀ ਲਿਆਂਦੀ ਹੈ SM ਕੰਕਰੀਟ ਵਾਲਿਆਂ ਨੇ, ਜੋ ਨੇ ਐਕਸਪੀਰੀਅੰਸਡ, ਕ੍ਰੀਏਟਿਵ ਤੇ ਹਾਰਡ ਵਰਕਰ। ਹੁਣ ਤਾਂ ਜਿਹੜਾ ਹੁੰਦਾ ਉਹੀ ਘਰ ਵੱਲ ਵੇਖਦਾ ਰਹਿੰਦਾ ਹੈ। ਜੇਕਰ ਤੁਸੀਂ ਵੀ ਆਪਣੇ ਘਰ ਨੂੰ ਖੂਬਸੂਰਤ ਤੇ ਅਟਰੈਕਟਿਵ ਬਣਾਉਣਾ ਚਾਹੁੰਦੇ ਹੋ ਤਾਂ ਹੁਣੇ ਕੰਟੈਕਟ ਕਰੋ SM ਕੰਕਰੀਟ ਵਾਲਿਆਂ ਨੂੰ, ਜਿਨ੍ਹਾਂ ਨੂੰ ਹੈ 8 ਸਾਲਾਂ ਦਾ ਐਕਸਪੀਰੀਅੰਸ, ਜੋ ਕਿ ਡੀਲ ਕਰਦੇ ਨੇ ਪਲੇਨ, ਸਟੈਂਪ ਐਂਡ ਐਗਰੀਗੇਟ ਕੰਕਰੀਟ ਦੇ ਵਿੱਚ। ਕਾਲ 6474084000 647 408 4000। ਘਰ ਦੇ ਇੰਟਰਨੈਟ ਦਾ ਤਾਂ ਪੱਠਾ ਹੀ ਬਹਿ ਗਿਆ, ਬੱਚਿਆਂ ਨੇ ਪੜ੍ਹਾਈ ਵੀ ਕਰਨੀ ਹੈ, ਮੇਰੇ ਸੀਰੀਅਲ ਤੇ ਪਾਪਾ ਦੀਆਂ ਖਬਰਾਂ, ਹਾਏ ਹਾਏ IPTV ਵੀ ਨਹੀਂ ਚੱਲ ਰਿਹਾ। ਦੁਖੀ ਆ ਗਈ ਆ ਮੈਂ ਇਸ ਇੰਟਰਨੈਟ ਤੋਂ। ਮੈਂ ਕਿਹਾ ਦੁਖੀ ਕਿਉਂ ਹੁੰਨੀ ਏ, ਮੈਂ ਹੁਣੇ ਚੱਲਾ ਵਨ ਟੱਚ ਕਮਿਊਨੀਕੇਸ਼ਨ ਵਾਲਿਆਂ ਕੋਲ। ਘਰ ਲਈ ਵਧੀਆ ਇੰਟਰਨੈਟ ਦਾ ਪਲਾਨ ਵੀ ਲਵਾਉਣਾ ਤੇ ਨਾਲੇ USA ਕੈਨੇਡਾ ਵਾਲਾ ਸੈੱਲਫੋਨ ਦਾ ਪਲਾਨ ਵੀ ਲੈ ਕੇ ਆਉਣਾ। ਮੰਮੀ ਜੀ ਦੇ ਲਈ ਘਰ ਵਾਲਾ ਲੌਂਗ ਡਿਸਟੈਂਸ ਪਲਾਨ ਵੀ ਲਵਾ ਲਿਓ ਤੇ ਮੈਂ ਵੀ ਆਪਣੇ ਫੋਨ ਤੇ ਐਪ ਪਾ ਕੇ ਇੰਡੀਆ ਗੱਲਾਂ ਕਰ ਲਿਆ ਕਰੂੰ। ਹਾਂਜੀ, ਜੇਕਰ ਤੁਹਾਡਾ ਕੋਈ ਬਿਜ਼ਨਸ ਹੈ ਤਾਂ ਬੈਸਟ ਇੰਟਰਨੈਟ ਪਲਾਨ ਅਤੇ ਬਿਜ਼ਨਸ ਫੋਨ ਲਾਈਨਸ ਲੈਣ ਲਈ ਅੱਜ ਹੀ ਕੰਟੈਕਟ ਕਰੋ ਵਨ ਟੱਚ ਕਮਿਊਨੀਕੇਸ਼ਨ ਵਾਲਿਆਂ ਨੂੰ 9052033636 ਤੇ 9052033636 ਤੇ। ਹਾਊਸ ਸਵੀਟ ਮਹਿਲ ਦੇ ਸਵਾਦ ਦੀ ਯਾਰੋ ਦੁਨੀਆ ਹੋਈ دیਵਾਨੀ, ਹੋ ਸ਼ੁੱਧ ਖੋਏ ਦੀ ਜੇ ਮਠਿਆਈ ਰੱਜ ਰੱਜ ਕੇ ਤੁਸੀਂ ਖਾਣੀ। ਨੌਨ ਵੈਜ ਤੇ ਵੈਜ ਫੂਡ ਦਾ ਸਵਾਦ ਬੜਾ ਤੂਫਾਨੀ, ਸਾਡੇ ਸਵੀਟ ਮਹਿਲ ਦਾ ਲੱਭਣਾ ਨਹੀਂ ਕੋਈ ਸਾਨੀ। ਯੈਸ, ਸਵੀਟ ਮਹਿਲ, ਜਿੱਥੇ ਮਿਲਦੀਆਂ ਨੇ ਆਥੈਂਟਿਕ, ਟੇਸਟੀ, ਫਲੇਵਰਡ ਤੇ ਯੂਨੀਕ ਡਿਸ਼ਸ ਫਰੋਮ ਦੀ ਟੌਪ ਸ਼ੈਫ। ਸੋ ਅੱਜ ਹੀ ਵਿਜ਼ਿਟ ਕਰੋ sweetmahal.ca ਤੇ। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁੱਖਾ ਕੰਗ ਜੀ ਨੂੰ 416 679 9191 ਤੇ 4166799191। यार आपे इनकम टैक्स फाइल करके ना पंगा ही पा लिया, उतो इन्ने सारे इनकम टैक्स का बोझ पा लिया। इनकम टैक्स दियां सारियां प्रॉब्लम्स दा हल पाओ माई CPA प्रोफेशनल कॉर्पोरेशन दे मोहम्मद यूनुस जी कोल जाओ। टैक्स अकाउंटिंग बिजनेस
advisor Mohammad Yunus. Accounting and bookkeeping. Personal and corporate taxes. Information returns for charitable NGOs. Non-resident tax. HST, EHT, payroll and WSIB returns. Tax planning and advisory. CRA audit representation. कॉल करो माई CPA प्रोफेशनल कॉर्पोरेशन दे मोहम्मद यूनुस 647 946 1802 यानी 647 946 1802। ਤੁਸੀਂ ਬਹੁਤ ਜਦੋਜਹਿਦ ਕੀਤੀ ਹੈ ਆਪਣੀਆਂ ਖੁਆਇਸ਼ਾਂ ਦਾ ਘਰ ਲੈਣ ਲਈ ਪਰ ਉਹ ਤੁਹਾਡੀ ਨਾ ਪੂਰੀ ਹੋਣ ਵਾਲੀ ਖੁਆਇਸ਼ ਹੀ ਬਣ ਕੇ ਰਹਿ ਗਈ ਹੈ ਤਾਂ ਫਿਰ ਫਿਕਰ ਨਾ ਕਰੋ ਅੱਜ ਹੀ ਮਿਲੋ ਸੈਂਚੁਰੀ 21 ਰੈੱਡ ਸਟਾਰ ਰਿਐਲਿਟੀ ਦੇ ਵਰਦੀਪ ਢਿੱਲੋਂ ਜੀ ਨੂੰ ਜੋ ਤੁਹਾਡੀ ਘਰ ਲੈਣ ਦੀ ਖੁਆਇਸ਼ ਪੂਰੀ ਕਰਨਗੇ ਘਰ ਸੇਲ ਕਰਨਾ ਚਾਹੁੰਦੇ ਹੋ ਚੰਗੇ ਰੇਟ ਤੇ ਜਾਂ ਖਰੀਦਣਾ ਚਾਹੁੰਦੇ ਹੋ ਤੇ ਮੋਰਗੇਜ ਦੀ ਚਿੰਤਾ ਕਰਨ ਦੀ ਤੁਹਾਨੂੰ ਕੋਈ ਲੋੜ ਨਹੀਂ ਕਿਉਂਕਿ ਮੋਰਗੇਜ ਦੀ ਰਿਸਪੌਂਸਿਬਿਲਿਟੀ ਉਹ ਆਪ ਲੈਂਦੇ ਨੇ ਤਾਂ ਅੱਜ ਹੀ ਕੰਟੈਕਟ ਕਰੋ ਵਰਦੀਪ ਢਿੱਲੋਂ ਜੀ ਨੂੰ ਹੁਣੇ ਕਾਲ ਕਰੋ 6476847000 647 684 7000 ਜਿਨ੍ਹਾਂ ਕੋਲੋਂ ਤੁਸੀਂ $1500 ਤੱਕ ਦਾ ਗਿਫਟ ਲੈ ਸਕਦੇ ਹੋ ਦੇਖੋ ਜੀ ਘਰ ਤਾਂ ਮੈਂ ਲਵਾਂਗੀ ਵਰਦੀਪ ਢਿੱਲੋਂ ਹੋਣਾ ਕੋਲੋਂ ਹੀ ਉਹ ਕੀ ਗੱਲ ਮੌਂਟੂ ਉਹ ਬੜੀਆਂ ਡੂੰਘੀਆਂ ਸੋਚਾਂ ਵਿੱਚ ਪਿਆ ਗੱਲ ਕੀ ਹੈ ਯਾਰ ਮੈਂ ਗੱਡੀ ਚਾਉਂਦਾ ਹੋਇਆ ਜਸ ਭੁੱਲਰ ਦਾ ਨਾਂ ਸੁਣਦਾ ਪਿਆ ਇਹ ਉਹੀ ਹੈ ਨਾ ਜਿਹੜੇ ਕਿ 24 ਘੰਟਿਆਂ ਵਿੱਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਨੇ ਬਿਲਕੁਲ ਸਹੀ ਪਛਾਣਿਆ ਤੇ ਨਾਲੇ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ ਉਹ ਮੇਰਾ ਕੇਸ ਵੀ ਤਾਂ ਜਸ ਭੁੱਲਰ ਨੇ ਸਿਰੇ ਚਾੜਿਆ ਫਰਸਟ ਜਾਂ ਸੈਕੰਡ ਮੋਰਗੇਜ ਪ੍ਰਾਈਵੇਟ ਫੰਡਿੰਗ ਟਰੱਕ ਲੋਨ ਹੈਵੀ ਮਸ਼ੀਨਰੀ ਜੇ ਤੈਨੂੰ ਬਿਜ਼ਨਸ ਲੋਨ ਦੀ ਵੀ ਲੋੜ ਹੈ ਨਾ ਉਹਦਾ ਹੱਲ ਵੀ ਜਸ ਭੁੱਲਰ ਦੇ ਕੋਲ ਹੈ ਉਹ ਯਾਰ ਜਦ ਤੈਨੂੰ ਇੰਨਾ ਪਤਾ ਨੰਬਰ ਵੀ ਦੇ ਫਿਰ ਲੱਕ ਕਰ ਨੋਟ ਫਿਰ 4167322611 416-732-2611 ਲਾइसेंस नंबर M12000176 ਜਸ ਭੁੱਲਰ ਨਾ ਯਾਦ ਰੱਖੀ CARF 1350 AM ਰੇਡੀਓ ਹਮਸਫਰ ਦੇ ਉੱਪਰ ਕੈਨੇਡੀਅਨ ਸਾਥ ਨਾਲ ਤੁਸੀਂ ਜੁੜੇ ਹੋਏ ਹੋ ਔਰ ਠਾਕੁਰ ਅਮਨਦੀਪ ਜੀ ਸਾਡੇ ਨਾਲ ਜੁੜ ਚੁੱਕੇ ਨੇ ਠਾਕੁਰ ਜੀ ਸਵਾਗਤ ਹੈ ਤੁਹਾਡਾ ਕੈਨੇਡੀਅਨ ਸਾਥ ਦੇ ਵਿੱਚ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਤੁਹਾਡੇ ਨਾਲ ਸਾਡੇ ਵੀਰ ਐਡਵੋਕੇਟ ਇੰਦਰਜੀਤ ਸਿੰਘ ਵੀ ਜੁੜ ਚੁੱਕੇ ਨੇ ਇੰਦਰਜੀਤ ਵੀਰ ਜੀ ਸਵਾਗਤ ਹੈ ਤੁਹਾਡਾ ਕੈਨੇਡੀਅਨ ਸਾਥ ਦੇ ਵਿੱਚ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਠਾਕੁਰ ਜੀ ਔਰ ਇੰਦਰਜੀਤ ਵੀਰ ਜੀ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਕੈਬਨਿਟ ਦੇ ਵਿੱਚ ਨਵੇਂ ਚਿਹਰੇ ਆ ਗਏ ਨੇ ਪੰਜਾਬ ਦੇ DGP ਜਿਹੜੇ ਨੇ ਉਹ ਬਦਲ ਦਿੱਤੇ ਗਏ ਨੇ ਸੋ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਬੜੀਆਂ ਅਨਐਕਸਪੈਕਟਡ ਚੀਜ਼ਾਂ ਹੋ ਰਹੀਆਂ ਨੇ ਅਨਪ੍ਰੈਡਿਕਟੇਬਲ ਚੀਜ਼ਾਂ ਹੋ ਰਹੀਆਂ ਨੇ ਕੱਲ ਅਸੀਂ ਦੱਸ ਕੇ ਗਏ ਸੀ ਅਨਮੋਲ ਵਿਕਰਮ ਸਿੱਧੂ ਹੋਣਾ ਨੂੰ ਜੋ ਹੈ ਉਹ ਐਡਵੋਕੇਟ ਜਨਰਲ ਆਇਆ ਜਾ ਰਿਹਾ ਪਰ ਹੁਣ ਜਿਹੜੀ ਚਰਚਾ ਇਹ ਹੈ ਵੀ ਉਹਨਾਂ ਕੋਲੋਂ ਇਹ ਵੀ ਨਹੀਂ ਹੁਣ APS ਦਿਓਲ ਐਡਵੋਕੇਟ APS ਦਿਓਲ ਨੂੰ ਲਾਇਆ ਜਾ ਰਿਹਾ APS ਦਿਓਲ ਉਹ ਵਕੀਲ ਨੇ ਮੇਰੇ ਖਿਆਲ ਇੰਦਰਜੀਤ ਵੀਰ ਦੀ ਜ਼ਿਆਦਾ ਬਿਹਤਰੀ ਨਾਲ ਦੱਸ ਸਕਣਗੇ ਜਿਹੜੇ ਇਸ ਵੇਲੇ ਸੁਮੇਧ ਸਿੰਘ ਸੈਣੀ ਦਾ ਕੇਸ ਲੜ ਰਹੇ ਨੇ ਸੁਮੇਧ ਸਿੰਘ ਸੈਣੀ ਦੇ ਵੱਲੋਂ ਕੇਸ ਲੜ ਰਹੇ ਨੇ ਸੁਮੇਧ ਸਿੰਘ ਸੈਣੀ ਦੇ ਵਕੀਲ ਨੇ ਤੇ ਹੁਣ ਇਹ ਚੀਜ਼ਾਂ ਕਿਹੜੇ ਪਾਸੇ ਨੂੰ ਜਾ ਰਹੀਆਂ ਨੇ ਉਹ ਬੜਾ ਦਿਲਚਸਪ ਮੋੜ ਹੈ ਜੀ ਤੇ ਦੂਜੇ ਪਾਸੇ ਜਿਹੜੇ ਨਵੇਂ ਹੁਣ DGP ਸਾਹਿਬ ਮਸਹੂਤਾ ਸਾਹਿਬ ਨੇ ਐਡੀਸ਼ਨਲ ਚਾਰਜ ਦਿੱਤਾ ਗਿਆ DGP ਦਾ ਤੇ ਉਹਨਾਂ ਦੀ ਵੀ ਜੇ ਅਸੀਂ ਗੱਲ ਕਰੀਏ ਉਹਨਾਂ ਦੀ ਕਈ ਅਜਿਹੀਆਂ ਉਹਨਾਂ ਦੀਆਂ ਜੀ ਤੁਸੀਂ ਕਹਿ ਸਕਦੇ ਸਪੈਸ਼ਲ ਇਨਵੈਸਟੀਗੇਟਿਵ ਟੀਮਸ ਦਾ ਜਿਹੜਾ ਗਠਨ ਹੋਇਆ ਜਿਨ੍ਹਾਂ ਨੂੰ ਉਹਨਾਂ ਨੇ ਲੀਡ ਕੀਤਾ ਹੈ ਉਹਨਾਂ ਦੇ ਜ਼ਿਆਦਾਤਰ ਜਿਹੜੇ ਨੇ ਉਹ ਕੇਸ ਜਾਂ ਤਾਂ ਡਿਸਮਿਸ ਹੋਏ ਨੇ ਜਾਂ ਫਿਰ ਜਿਹੜੇ ਮੁਲਜ਼ਮ ਸੀ ਉਹ ਬਰੀ ਹੋਏ ਨੇ ਮਤਲਬ ਇਹ ਹੁਣ ਚੀਜ਼ਾਂ ਜਿਹੜੀਆਂ ਨੇ ਹਾਂ ਇੱਕ ਗੱਲ ਜ਼ਰੂਰ ਹੈ ਜਿਵੇਂ ਅਸੀਂ ਕੱਲ ਵੀ ਦੱਸਿਆ ਸੀ ਜਿਹੜਾ ਮੰਤਰੀ ਮੰਡਲ ਦਾ ਜਿਹੜਾ ਕੈਬਨਿਟ ਦਾ ਵਿਸਤਾਰ ਹੋਣਾ ਸੀ ਉਹ ਚਿਹਰੇ ਜਿਹੜੇ ਅਸੀਂ ਕੱਲ ਡਿਸਕਸ ਕੀਤੇ ਸੀ ਉਹ ਸ਼ਾਮਲ ਕੀਤੇ ਗਏ ਨੇ ਜਿਨ੍ਹਾਂ ਨੂੰ ਆਪਾਂ ਦੱਸਿਆ ਸੀ ਬਾਹਰ ਕੀਤਾ ਜਾਣਾ ਉਹ ਬਾਹਰ ਹੋਏ ਨੇ ਤੇ ਹੁਣ ਜਿਹੜਾ ਕੱਲ ਹੈਗਾ ਹੈ ਕੱਲ ਸ਼ਾਮ ਨੂੰ 4:30 ਵਜੇ ਆਈ ਥਿੰਕ ਜਿਹੜਾ ਇਹਨਾਂ ਨੇ ਰੱਖਿਆ ਹੈ ਕੈਬਨਿਟ ਦੇ ਵਿਸਤਾਰ ਦਾ ਜਿਹੜਾ ਪ੍ਰੋਗਰਾਮ ਹੈਗਾ ਨਵੇਂ ਚਿਹਰਿਆਂ ਨੂੰ ਜਿਹੜੀ ਥਾਂ ਦਿੱਤੀ ਜਾਣੀ ਹੈ ਉਹ ਹੈਗਾ ਤੇ 4:30 ਵਜੇ ਐਤਵਾਰ ਨੂੰ ਇਹ ਪ੍ਰੋਗਰਾਮ ਹੈਗਾ ਤੇ ਗੱਲ ਇਹ ਵੀ ਹੈਗੀ ਹੈ ਕਿ ਹੁਣ ਮੰਤਰਾਲਾ ਜਿਹੜਾ ਹੈਗਾ ਮਤਲਬ ਮਿਨਿਸਟਰੀ ਕਿਹੜੇ ਬੰਦੇ ਨੂੰ ਕਿਹੜੀ ਮਿਨਿਸਟਰੀ ਦਿੱਤੀ ਜਾਵੇਗੀ ਇਹ ਦੇਖਣਾ ਦਿਲਚਸਪ ਹੋਵੇਗਾ ਇੰਦਰਜੀਤ ਜੀ ਠਾਕੁਰ ਜੀ ਤੇ ਢਿੱਲੋਂ ਸਾਹਿਬ ਮੈਂ ਤੁਹਾਡੀ ਗੱਲ ਦੇ ਵਿੱਚ ਥੋੜੀ ਜਿਹੀ ਅਮੈਂਡਮੈਂਟ ਕਰ ਦਿਆਂ ਇਹ ਜੀ ਪੰਜਾਬ ਜਿਹੜੇ ਸੀਗੇ ਪਹਿਲਾਂ ਪਟਵਾਲੀਆ ਸਾਹਿਬ ਫਿਰ ਸਿੱਧੂ ਸਾਹਿਬ ਫਿਰ APS ਦਿਓਲ ਦਾ ਨਾਮ ਤੇ ਲੇਟੈਸਟ ਨਾਮ ਹੁਣ ਤਾਂ ਚੱਲ ਪਿਆ
ਉਹ ਜਿਹੜਾ ਅਤੁਲ ਨੰਦਾ ਜਿਹੜੇ ਫਾਰਮਰ ਏਜੀ ਸੀਗੇ ਉਹਨਾਂ ਨੂੰ ਦੁਬਾਰਾ ਉਸੇ ਉਹਦੇ ਤੇ ਲਿਆਉਣ ਦੀਆਂ ਜਿਹੜੀਆਂ ਇਹ ਕਵਾਇਦਾਂ ਵਾਪਸ ਚੱਲ ਪਈਆਂ। ਆ ਤੁਹਾਨੂੰ ਮੈਂ ਲੇਟੈਸਟ ਅਮੈਂਡਮੈਂਟ ਦੱਸ ਦਿਆਂ, ਕਿਉਂਕਿ ਜਿਹੜੀ ਗੱਲ ਹੈਗੀ ਆ, ਕਿਉਂਕਿ ਜਿਹਨੇ ਆ ਲੇਟੈਸਟ ਹੁਣ ਅੱਜ ਅੱਧੇ ਘੰਟੇ ਪਹਿਲਾਂ ਦੀ ਗੱਲ ਆ, ਜੋ ਮੇਰੇ ਸੋਰਸਿਸ ਦੱਸ ਰਹੇ ਨੇ, ਅਤੁਲ ਨੰਦਾ ਨਾਲ ਵੀ ਗੱਲ ਕੀਤੀ ਗਈ ਹੈ, ਕਿਉਂਕਿ ਉਹ ਸਾਰੀਆਂ ਜਿਹੜੀਆਂ ਅਹਿਮ ਫਾਈਲਾਂ ਸੀਗੀਆਂ ਏਜੀ ਆਫਿਸ ਦੀਆਂ ਸਾਰਿਆਂ ਤੋਂ ਜਾਣੂ ਸੀਗੇ ਤੇ ਨਵੇਂ ਏਜੀ ਕੋਲੇ ਕੋਈ ਇਹੋ ਜਿਹੀ ਮਸ਼ੀਨ ਨਹੀਂ ਗੀ ਕਿ ਉਹ ਮਹੀਨਿਆਂ 2 ਮਹੀਨਿਆਂ ਦੇ ਵਿੱਚ ਉਹ ਸਾਰੀਆਂ ਫਾਈਲਾਂ ਪੜ੍ਹ ਕੇ ਪਲੀਡਿੰਗ ਜਿਹੜੀ ਹਾਈ ਕੋਰਟ ਵਿਖੇ ਕਰ ਸਕਣ। ਤੇ ਚਾਹੇ ਉਹ ਬਿਜਲੀ ਸਮਝੌਤੇ ਸੀਗੇ, ਚਾਹੇ ਉਹ ਬਰਗਾੜੀ ਕੇਸ ਸੀਗਾ, ਚਾਹੇ ਸਮੇਤ ਸੈਣੀ ਕੇਸ ਸੀਗਾ, ਚਾਹੇ ਉਹ ਪੰਜਾਬ ਦੇ ਵਿੱਚ ਟੋਲ ਟੈਕਸਾਂ ਦਾ ਨਵਾਂ ਰੌਲਾ ਪਿਆ, ਜਿੰਨੀਆਂ ਵੀ ਅਹਿਮ ਫਾਈਲਾਂ ਸੀਗੀਆਂ ਉਹ ਸਾਰੀਆਂ ਦਾ ਵਿੱਚ ਜਿਹੜਾ ਅਤੁਲ ਨੰਦਾ ਨੂੰ ਇਹ ਗੱਲ ਕਿਹਾ ਗਿਆ ਵੀ ਜਿੰਨੀ ਦੇਰ ਸਾਡੀ ਨਵੀਂ ਅਪਾਇੰਟਮੈਂਟ ਨਹੀਂ ਹੁੰਦੀ ਤੁਸੀਂ ਇਹਨਾਂ ਸਾਰਿਆਂ ਨੂੰ ਸਾਂਭੋ। ਤੇ ਉਹ ਆ ਨਵੀਂ ਜਿਹੜੀ ਹੈਗੀ ਹੈ ਚਰਚਾ ਸ਼ਾਮ ਦੀ ਛਿੜੀ ਹੋਈ ਹੈ। ਕਿੰਨਾ ਸੱਚ ਹੈ ਕਿੰਨਾ ਝੂਠ ਹੈ ਇਹਦੇ ਬਾਰੇ ਮੈਂ ਪੁਖਤਾ ਜਾਣਕਾਰੀ ਨਹੀਂ ਰੱਖਦਾ, ਪਰ ਸਾਡੇ ਜਿਹੜਾ ਕੋਈ ਕੌਨਫੀਡੈਂਸ਼ੀਅਲ ਗਰੁੱਪ ਹੈਗਾ ਉਹਦੇ ਵਿੱਚ ਇਹ ਗੱਲ ਜਿਹੜੀ ਹੈਗੀ ਆ ਨਿਕਲ ਕੇ ਬਾਹਰ ਆਈ ਆ। ਤੇ ਪਰ ਅੱਜ ਸਵੇਰੇ ਮੈਂ ਚਲੋ ਮੇਰੇ ਬਹੁਤ ਅਜ਼ੀਜ਼ ਨੇ ਜਿਹੜੇ ਅਨਮੋਲ ਰਤਨ ਸਿੱਧੂ ਸਾਹਿਬ ਨੇ, ਉਹਨਾਂ ਨੂੰ ਮੈਂ ਵਧਾਈ ਦਿੱਤੀ ਸੀ ਅੱਜ ਸਵੇਰੇ। ਉਹਨਾਂ ਨੇ ਵਧਾਈ ਦਾ ਮੈਨੂੰ ਧੰਨਵਾਦ ਦਾ ਰਿਪਲਾਈ ਕੀਤਾ, ਪਰ ਜੇ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਤਾਂ ਉਹਨਾਂ ਦੀ ਕੰਪੀਟੈਂਸੀ ਤੇ ਵਿਸ਼ਵਾਸ ਨਹੀਂ ਕੀਤਾ ਗਿਆ। 7 ਵਾਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉਹ ਪ੍ਰਧਾਨ ਰਹੇ ਨੇ ਤੇ ਬਹੁਤ ਵਧੀਆ ਤਾਲਮੇਲ ਹੈਗਾ ਉਹਨਾਂ ਦਾ, ਚਾਹੇ ਸਮਾਜ ਵਿੱਚ, ਚਾਹੇ ਪ੍ਰਸ਼ਾਸਨ ਵਿੱਚ, ਚਾਹੇ ਉਹ ਕਿਸੇ ਵੀ ਜ਼ਰੀਏ ਨਾਲ। ਇਸ ਕਰਕੇ ਆਉਣ ਵਾਲਾ ਸਮਾਂ ਦੱਸੇਗਾ ਵੀ ਇਹ ਕੀ ਕੁਝ ਹੋ ਰਿਹਾ। ਪਰ ਇੱਕ ਸੋਰਸਿਸ ਇਹ ਵੀ ਦੱਸ ਰਹੇ ਨੇ ਵੀ ਇਹ ਸਾਰੀ ਪ੍ਰਸ਼ਾਂਤ ਕਿਸ਼ੋਰ ਦੀ ਰਚੀ ਰਚਾਈ ਸਾਰੀ ਚੀਜ਼ ਚੱਲ ਰਹੀ ਹੈ। ਆ ਸਿਰਫ ਤੇ ਸਿਰਫ ਪ੍ਰਸ਼ਾਂਤ ਕਿਸ਼ੋਰ ਹਾਈ ਕਮਾਂਡ ਦੇ ਜ਼ਰੀਏ ਇਹ ਸਾਰਾ ਕੁਝ ਕਰਵਾ ਰਹੇ ਆ। ਜਦੋਂ ਪਹਿਲਾਂ ਉਹ ਪੰਜਾਬ ਵਿੱਚ ਆਏ ਸੀ ਸਾਰੇ ਉਹਨਾਂ ਨੇ ਸਰਵੇ ਕਰਾ ਲਏ ਸੀ, ਸਾਰਾ ਕੁਝ ਉਹਨਾਂ ਨੇ ਬਣਾ ਲਿਆ ਸੀਗਾ। ਉਹਨਾਂ ਕੋਲੇ ਇੱਕ MLA ਦੀ, ਇੱਕ ਮੰਤਰੀ ਦੀ ਰਿਪੋਰਟ ਹੈਗੀ ਆ ਕਿੱਥੇ ਕਿਹੜਾ ਫਿੱਟ ਕਰਨਾ। ਜਿਹੜੇ ਮੰਤਰਾਲੇ ਨੇ ਉਹ ਵੀ ਸਾਰੇ PK ਦੀ ਸਿਫਾਰਿਸ਼ ਦੇ ਨਾਲ ਰਾਹੁਲ ਗਾਂਧੀ ਦੇ ਜ਼ਰੀਏ ਦਿੱਤੇ ਜਾਣਗੇ। ਤੇ ਇੱਕ ਲੇਟੈਸਟ ਖਬਰ ਇਹ ਵੀ ਆਈ ਹੈ, ਚੰਨੀ ਤੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਪਸ ਵਿੱਚ ਥੋੜੀ ਬਹੁਤ ਤਲਖੀ ਹੋਈ ਹੈ ਮੰਤਰਾਲੇ ਵੰਡਣ ਤੋਂ। ਤੇ ਚੰਨੀ ਸਾਹਿਬ ਨੇ ਅੱਜ ਪਹਿਲਾਂ 12:30 ਦਾ ਸਮਾਂ ਮੰਗਿਆ ਸੀ ਰਾਜਪਾਲ ਤੋਂ, ਹੁਣ ਕੱਲ ਸ਼ਾਮ ਦਾ ਸਮਾਂ ਹੈਗਾ ਮੰਤਰੀ ਮੰਡਲ ਚ ਵਿਸਤਾਰ ਕਰਨ ਦਾ। ਕਿਹੜਾ ਮਹਿਕਮਾ ਕਿਹਨੂੰ ਮਿਲਦਾ ਹੈ ਇਹ ਤਾਂ ਆਉਣ ਵਾਲਾ ਸਮੇਂ ਦੱਸੇਗਾ ਕਿ ਇਹ ਪੰਜਾਬ ਦੇ ਭਵਿੱਖ ਵਿੱਚ ਪੰਜਾਬ ਦੀ ਚੰਨੀ ਦੀ ਤਾਜਪੋਸ਼ੀ ਜਿਹੜੀ ਹੈਗੀ ਆ ਪੰਜਾਬ ਦਾ ਭਵਿੱਖ ਸਵਾਰ ਸਕੇਗੀ। ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ। ਹੋ ਸਕਦਾ ਪੰਜਾਬ ਨੂੰ ਭੰਗੜਾ ਪਾਉਣ ਵਾਲਾ CM ਮਿਲ ਗਿਆ ਹੋਵੇ, ਹੋ ਸਕਦਾ ਪੰਜਾਬ ਨੂੰ ਵਧੀਆ ਆਮ ਜਿਵੇਂ ਤੁਸੀਂ ਗੱਲ ਕਹੀ ਹੈ ਵੀ ਪ੍ਰਸ਼ਾਂਤ ਕਿਸ਼ੋਰ ਇਹ ਸਾਰਾ ਕੁਝ ਜੋ ਹੈ ਉਹ ਪਲੈਨਿੰਗ ਚੱਲ ਰਹੀ ਹੈ ਦਿੱਲੀ ਦੇ ਵਿੱਚ ਬੈਠ ਕੇ। ਪਹਿਲਾਂ ਪੰਜਾਬ ਦੇ ਵਿੱਚ 2017 ਚ ਆਏ ਤੇ ਹੁਣ ਦਿੱਲੀ ਵਿੱਚ ਜਾ ਕੇ ਬੈਠੇ ਨੇ ਰਾਹੁਲ ਗਾਂਧੀ ਦੇ ਕੋਲ। ਇਹ ਕਿਤੇ ਲੱਗਦਾ ਨਹੀਂ ਵੀ ਪੰਜਾਬ ਦੇ ਲੋਕਾਂ ਦੀਆਂ ਖਾਸ ਕਰਕੇ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ, ਜੇ ਵਾਕਈ ਅਜਿਹਾ ਕੁਛ ਹੈਗਾ? ਦੇਖੋ ਠਾਕੁਰ ਜੀ, ਲੋਕ ਮੈਂ ਤਾਂ ਪੰਜਾਬ ਦੇ ਦਬੇ ਕੁਚਲੇ ਤੇ ਹੁਣ ਗਰੀਬ ਲੋਕ ਹੀ ਸਮਝਣ ਲੱਗ ਗਿਆ। ਜੋ ਮੇਰੀ ਸੋਚ ਤਾਂ ਇਹ ਕਹਿਣ ਲੱਗ ਗਈ ਹੈ ਵੀ ਬਹੁਤ ਵੱਡੇ ਵਾਅਦੇ ਕੀਤੇ ਸੀਗੇ, ਕਰਜ਼ਾ ਕੁਰਕੀ ਖਤਮ ਦੇ, ਬੇਰੁਜ਼ਗਾਰੀ ਦੇ, ਬੁਢਾਪਾ ਪੈਨਸ਼ਨਾਂ ਦੇ, ਬੱਸ ਸਫ਼ਰ ਦੇ ਤੇ ਬਿਲਕੁਲ ਸ਼ਗਨ ਸਕੀਮਾਂ ਦੇ ਬਹੁਤ ਵੱਡੇ ਵਾਅਦੇ ਕਰਕੇ ਕੈਪਟਨ ਸਾਹਿਬ ਪਾਵਰ ਚ ਆਏ ਸੀ। ਘਰ ਨੌਕਰੀ, ਘਰ ਰੁਜ਼ਗਾਰ। ਸਾਡੇ ਚੰਨੀ ਸਾਹਿਬ ਕਹਿੰਦੇ ਆ ਵੀ ਜਦੋਂ ਬੇਟੀ ਪੜ੍ਹਾ ਦਿਓ, ਬੱਚਾ ਪੜ੍ਹਾ ਦਿਓ ਤਾਂ ਉਹਨੂੰ ਭੱਤਾ ਦੇਣ ਦੀ ਲੋੜ ਨਹੀਂ, ਉਹਨੂੰ ਰੁਜ਼ਗਾਰ ਆਪਣੇ ਆਪ ਪੈਦਾ ਕਰ ਲਏਗਾ। ਇਹ ਸਾਰੇ ਗਰੀਬਾਂ ਆਮ ਲੋਕਾਂ ਨੂੰ ਗੁੰਮਰਾਹ ਕਰਨ ਤੇ ਆਪਦੀ ਜਿਹੜੇ ਕਾਂਗਰਸ ਤੇ ਤੁਹਮਤਾਂ ਲੱਗੀਆਂ ਉਹਨਾਂ ਤੋਂ ਛਡਾਉਣ ਦਾ ਤਰੀਕਾ ਸਾਰਾ ਸਟੇਟਮੈਂਟ ਸਾਡੇ CM ਸਾਹਿਬ ਜਿਹੜੇ ਹੈਗੇ ਆ ਮਾਨਯੋਗ ਨਵੇਂ CM ਸਾਹਿਬ ਨੇ ਉਹ ਦੇ ਰਹੇ ਨੇ। ਆਹ ਗੱਲ ਆਪਣਾ ਜਿਹੜੇ ਵੀ ਉਹ ਡਿਲੀਵਰ ਕਰ ਰਹੇ ਆ ਸਟੇਜ ਤੋਂ ਕੋਈ ਵੀ ਭਾਸ਼ਣ ਦੇ ਰਹੇ ਆ। ਚੰਨੀ ਸਾਹਿਬ ਨੂੰ ਮੈਨੂੰ ਤਾਂ ਕੱਲ ਕਿਸੇ ਨੇ ਇਹ ਦੱਸਿਆ ਸੀਗਾ ਵੀ ਚੰਨੀ ਸਾਹਿਬ ਨੂੰ ਬਣਿਆ ਬਣਾਇਆ ਉੱਥੇ ਚਿੱਠੀ ਦਿੱਤੀ ਗਈ ਵੀ ਤੁਸੀਂ ਆਹ ਕੁਝ ਪੰਜਾਬ 'ਚ ਜਾ ਕੇ ਲਾਗੂ ਕਰਨਾ। ਜੇ ਚੰਨੀ ਸਾਹਿਬ ਨੇ PTU ਜਾ ਕੇ ਬੋਲਿਆ ਮੈਂ ਤਾਂ ਆਮ ਬੰਦਾ, ਮੈਨੂੰ ਇੰਨੀ ਸਿਕਿਉਰਿਟੀ ਦੀ ਕੀ ਲੋੜ ਹੈ, ਮੈਂ ਕਿਹੜਾ ਸੁਖਬੀਰ ਬਾਦਲ ਹਾਂ, ਮੇਰੀ ਤਾਂ ਕਾਨਵੇ ਘਟਾ ਦਿਓ, ਮੈਨੂੰ ਤਾਂ ਵੱਡੀਆਂ ਕੋਠੇ ਜਿੱਡੀਆਂ ਗੱਡੀਆਂ ਨਹੀਂ ਚਾਹੀਦੀਆਂ, ਐਡੀਆਂ ਤਾਂ ਗਰੀਬਾਂ ਦਾ ਐਡਾ ਤਾਂ ਗਰੀਬਾਂ ਦਾ ਘਰ ਹੁੰਦਾ ਇੰਨੇ ਮਰਲਿਆਂ ਦੇ ਵਿੱਚ। ਇਹ ਸਾਰੀ ਬਣੀ ਬਣਾਈ ਸਕ੍ਰਿਪਟ ਹੈ। ਇਹ ਚੰਨੀ ਸਾਹਿਬ ਸਿਰਫ ਤੇ ਸਿਰਫ ਆਪਦੇ ਹੁਕਮ ਲੈ ਕੇ ਉੱਥੋਂ ਬੋਲ ਰਹੇ ਨੇ। ਇਹ ਗੱਲਾਂ ਗੱਡੀਆਂ ਹਟਾਉਣੀਆਂ, ਸਿਕਿਉਰਟੀਆਂ ਹਟਾਉਣੀਆਂ ਜਾਂ ਸਿਸਟਮ ਨੂੰ ਲੈ ਕੇ ਸਾਰਾ ਕੁਝ PK ਦੀ ਵਿਉਂਤਬੰਦੀ ਨਾਲ ਚੱਲ ਰਿਹਾ ਤਾਂ ਕਿ ਲੋਕਾਂ 'ਚ ਆਮ ਬੰਦੇ ਦਾ
ਜਿਹੜਾ ਹੈਗਾ ਉਹ ਭਰਮ ਪਾਇਆ ਜਾ ਸਕਦੇ, ਦੁਬਾਰਾ ਕਾਂਗਰਸ ਨੂੰ ਚੰਗੇ ਥਾਂ ਤੇ ਲਿਆ ਕੇ ਖੜਾ ਕੀਤਾ ਜਾ ਸਕੇ। ਪਰ ਮੈਂ ਤੁਹਾਨੂੰ ਦੂਜੇ ਜ਼ਰੀਏ ਦੱਸ ਦਿਆਂ, ਅੱਜ ਸਾਡੇ ਮਾਣਯੋਗ ਸਾਬਕਾ CM ਸਾਹਿਬ, ਕੈਪਟਨ ਸਾਹਿਬ, ਉਹ ਵੀ ਢਿੱਲੋਂ ਸਾਹਿਬ ਪਹਾੜਾਂ ਤੇ ਚੜ੍ਹ ਗਏ। ਉਹਨਾਂ ਦੇ ਦਿਮਾਗ ਤੇ ਪਹਾੜਾਂ ਤੇ ਚੜ੍ਹ ਕੇ ਤੁਸੀਂ ਸ਼ਾਇਦ ਫੋਟੋਆਂ ਦੇਖੀਆਂ ਹੋਣੀਆਂ, ਜਿੰਨੇ ਵੀ ਉਹ ਪੁਰਾਣੇ ਸੂਬੇ ਦੇ ਜਿੰਨੇ ਸਾਬਕਾ ਸੈਨਿਕ ਸੀਗੇ, ਸਾਰਿਆਂ ਨਾਲ ਉਹਨਾਂ ਦਾ ਬਹੁਤ ਵੱਡਾ ਉਹਨਾਂ ਨੇ ਇਕੱਠ ਕੀਤਾ ਸੀਗਾ, ਬਹੁਤ ਵੱਡਾ ਉਹਨਾਂ ਨੇ ਤਾਲਮੇਲ ਕੀਤਾ ਸੀਗਾ। ਤੇ ਆਪਾਂ ਉਹਨਾਂ ਨੂੰ ਵੀ ਕਿਸੇ ਨਜ਼ਰੀਏ ਦੇ ਨਾਲ ਆਮ ਪੰਜਾਬ ਦੀ ਜਨਤਾ 'ਚ ਮਾੜਾ ਨਹੀਂ ਗਿਣ ਸਕਦੇ, ਕਿਉਂਕਿ ਉਹ ਬਹੁਤ ਵੱਡੇ ਆਧਾਰ ਨਾਲ ਰਹੇ ਆ, ਲੋਕ ਉਹਨਾਂ ਦਾ ਸਨਮਾਨ ਕਰਦੇ ਆ। ਖਾਸ ਕਰਕੇ ਬਾਈਏ ਦੀ ਗੱਲ ਕਰੀਏ, ਬਾਈਆ ਬਠਿੰਡੇ ਤੋਂ ਲੈ ਕੇ ਪਟਿਆਲੇ ਤੱਕ ਬਹੁਤ ਵੱਡੀ ਰਿਆਸਤ ਰਹੀ ਹੈ। ਬਾਈਏ ਵਾਲੇ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਪੂਰਵਜਾਂ ਤਰ੍ਹਾਂ ਪੂਜਦੇ ਆ। ਤੇ ਮਾਲਵੇ 'ਚ ਗੱਲ ਕਰੀਏ, ਮਾਲਵੇ ਦੇ ਇਕੱਲੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਰਹਿ ਗਏ ਆ। 55 ਸੀਟਾਂ ਮਾਲਵੇ 'ਚ ਆਉਂਦੀਆਂ, ਉਹਦੇ 'ਚ ਇਕੱਲੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਰਹਿ ਗਏ ਆ। ਪ੍ਰਧਾਨ ਵੀ ਮਾਝੇ ਕੋਲੇ ਗਿਆ, ਡਿਪਟੀ ਮੁੱਖ ਮੰਤਰੀ ਵੀ ਦੋਨੋਂ ਮਾਝੇ ਕੋਲੇ ਗਏ, 3 ਮੰਤਰੀ ਵੀ ਮਾਝੇ ਕੋਲੇ ਗਏ। ਤੇ ਜੇ ਮੰਨੀਏ ਤਾਂ 25 ਸੀਟਾਂ ਵਾਲਾ ਮਾਝਾ ਅੱਜ ਦੀ ਡੇਟ ਸਾਰਿਆਂ ਨਾਲੋਂ ਵੱਡਾ ਪਾਵਰ ਸੈਂਟਰ ਬਣ ਗਿਆ। ਮੁੱਖ ਮੰਤਰੀ ਦੁਆਬੇ ਚ ਆ ਗਿਆ ਤੇ ਮਾਲਵਾ ਜਿੱਥੇ ਸਾਰਿਆਂ ਨਾਲੋਂ ਵੱਧ ਸੀਟਾਂ ਲੈ ਕੇ ਆਉਣੀਆਂ, ਉੱਥੋਂ ਦੇ ਸਰਦਾਰ ਕੇਵਲ ਮਨਪ੍ਰੀਤ ਸਿੰਘ ਬਾਦਲ ਰਹਿ ਗਏ ਆ। ਇਲਾਕੇ 'ਚ ਹੋਰ ਕੋਈ ਕਾਂਗੜ ਸਾਹਿਬ ਵੀ ਹਟਾ ਦਿੱਤੇ ਗਏ ਆ। ਉਸ ਤੋਂ ਬਾਅਦ ਕਾਂਗੜ ਸਾਹਿਬ ਦੀ ਗੱਲ ਕਰੀਏ, ਉਸ ਤੋਂ ਬਾਅਦ ਇਲਾਕੇ 'ਚ ਰਾਣਾ ਸੋਢੀ ਵੀ ਮਾਲਵੇ 'ਚ ਆਉਂਦੇ, ਉਹ ਵੀ ਹਟਾ ਦਿੱਤੇ ਗਏ ਆ। ਜੇ ਇਹਨਾਂ ਸਾਰੀਆਂ ਗੱਲਾਂ ਨੂੰ ਆਪਾਂ ਦੇਖੀਏ ਤਾਂ ਪੂਰਨ ਤੌਰ ਤੇ ਮਾਝੇ ਤੇ ਦੁਆਬੇ ਜ਼ਿਆਦਾ ਪਾਵਰ ਸੈਂਟਰ ਬਣ ਗਏ ਮਾਲਵੇ ਦੇ ਸੰਬੰਧ ਜੀ। ਬਹੁਤ ਵੈਸੇ ਜਿਹੜੇ ਭਾਜੀ ਆંકੜੇ ਜਿਹੜੇ ਹੁਣ ਠਾਕੁਰ ਜੀ, ਮੈਂ ਇੱਕ ਸਟੇਸ਼ਨ ID ਲੈ ਕੇ ਤੇ ਤੁਹਾਡੇ ਨਾਲ ਕੰਟੀਨਿਊ ਕਰਦਾ ਵਾਂ, ਮੈਂ 2 ਮਿੰਟ 'ਚ ਵਾਪਸ ਆਉਂਦਾ ਜੀ। चिकन टिक्का फिश टिक्का ते बकरा मसाला पाके वे मूली देते गोभी वाले, मूली गोभी वाले गरम परोठे मक्खन लाके वे देसी घ्यो विच बणियां जलेबियां, देसी घ्यो विच बणियां जलेबियां इश्क चाशनी लाके आ जाओ खा जाओ जी। फार्मर्स किचन ते आके छेती खा जाओ जी, फार्मर्स किचन ते आके छेती खा जाओ जी, फार्मर्स किचन ते आके छेती खा जाओ जी। ਹਾਂਜੀ, ਜੇਕਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਲਜ਼ੀਜ਼ਦਾਰ ਡਿਸ਼ਸ ਦਾ ਸਵਾਦ ਤਾਂ ਅੱਜ ਹੀ ਆਓ ਫਾਰਮਰਸ ਕਿਚਨ ਐਂਡ ਮਿਸਟਰ ਚਾਏ, 239 ਕੁਈਨ ਸਟਰੀਟ ਈਸਟ, ਯੂਨਿਟ 13। ਕਾਲ 9052160678 905 216 0678। ਤੁਸੀਂ ਬਹੁਤ ਜਦੋਜਹਿਦ ਕੀਤੀ ਹੈ ਆਪਣੀਆਂ ਖੁਆਇਸ਼ਾਂ ਦਾ ਘਰ ਲੈਣ ਲਈ, ਪਰ ਉਹ ਤੁਹਾਡੀ ਨਾ ਪੂਰੀ ਹੋਣ ਵਾਲੀ ਖੁਆਇਸ਼ ਹੀ ਬਣ ਕੇ ਰਹਿ ਗਈ ਹੈ? ਤਾਂ ਫਿਰ ਫਿਕਰ ਨਾ ਕਰੋ, ਅੱਜ ਹੀ ਮਿਲੋ ਸੈਂਚੁਰੀ 21 ਰੈੱਡ ਸਟਾਰ ਰਿਐਲਿਟੀ ਦੇ ਵਰਦੀਪ ਢਿੱਲੋਂ ਜੀ ਨੂੰ, ਜੋ ਤੁਹਾਡੀ ਘਰ ਲੈਣ ਦੀ ਖੁਆਇਸ਼ ਪੂਰੀ ਕਰਨਗੇ। ਘਰ ਸੇਲ ਕਰਨਾ ਚਾਹੁੰਦੇ ਹੋ ਚੰਗੇ ਰੇਟ ਤੇ ਜਾਂ ਖਰੀਦਣਾ ਚਾਹੁੰਦੇ ਹੋ ਤੇ ਮੋਰਗੇਜ ਦੀ ਚਿੰਤਾ ਕਰਨ ਦੀ ਤੁਹਾਨੂੰ ਕੋਈ ਲੋੜ ਨਹੀਂ, ਕਿਉਂਕਿ ਮੋਰਗੇਜ ਦੀ ਰਿਸਪੌਂਸਿਬਿਲਿਟੀ ਉਹ ਆਪ ਲੈਂਦੇ ਨੇ। ਤਾਂ ਅੱਜ ਹੀ ਕੰਟੈਕਟ ਕਰੋ ਵਰਦੀਪ ਢਿੱਲੋਂ ਜੀ ਨੂੰ, ਹੁਣੇ ਕਾਲ ਕਰੋ 6476847000 647 684 7000, ਜਿਨ੍ਹਾਂ ਕੋਲੋਂ ਤੁਸੀਂ $1500 ਤੱਕ ਦਾ ਗਿਫਟ ਲੈ ਸਕਦੇ ਹੋ। ਦੇਖੋ ਜੀ, ਕੱਲ ਤਾਂ ਮੈਂ ਲਊਂਗੀ ਵਰਦੀਪ ਢਿੱਲੋਂ ਹੋਣਾ ਕੋਲੋਂ ਹੀ। Throughout the pandemic, our kids have shown how strong, patient, and resilient they can be. But now, it's time for them to make memories again. With family and friends, with teammates, with peers. Vaccination against COVID-19 can help kids get back to being kids. Help protect your child and those around them. Book your child's vaccination when it's available to them. A message from the Government of Canada. ਟੋਰਾਂਟੋ ਤੋਂ 45 ਕਿਲੋਮੀਟਰ ਦੂਰ ਇੱਕ ਫਾਰਮ ਸੇਲ ਤੇ ਹੈ। 12 ਏਕੜ ਫਾਰਮ ਫਾਰਮਿੰਗ ਲਈ ਬਹੁਤ ਹੀ ਵਧੀਆ ਸਮਝੀ ਜਾਂਦੀ ਹਾਲੈਂਡ ਮਾਰਸ਼ ਲੈਂਡ ਉੱਪਰ, ਕਲੋਜ਼ ਟੂ ਬੈਰੀ, ਹਾਈਵੇ 400 ਤੋਂ 2.5 ਕਿਲੋਮੀਟਰ ਤੇ ਔਨ ਹਾਈਵੇ 9। ਜ਼ਮੀਨ ਫਾਰਮਿੰਗ ਵਾਸਤੇ ਰੈਂਟ ਤੇ ਦਿੱਤੀ ਹੋਈ ਹੈ ਅਤੇ ਪ੍ਰਾਪਰਟੀ ਵਿੱਚ ਬਣਿਆ ਹੋਇਆ ਘਰ ਵੀ ਰੈਂਟਡ ਹੈ। ਬਹੁਤ ਹੀ ਵਧੀਆ ਇਨਵੈਸਟਮੈਂਟ ਪ੍ਰਾਪਰਟੀ ਹੈ। Call Jag Singh of Century 21 Green Realty 416-822-2239 416-822-2239। ਇੰਸ਼ੋਰੈਂਸ ਦੀ ਐਡਾਂ ਸੁਣ ਕੇ ਕੰਨ ਭਰ ਜਾਂਦੇ ਆ। ਵੈਸੇ ਵੀ ਕੰਮ ਤੋਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਮਿਲਦੀ ਆ, ਪਰ ਇਹ ਨਹੀਂ ਪਤਾ ਸੀ ਕਿ ਕੰਮ ਛੱਡਣ ਤੋਂ ਬਾਅਦ ਇੱਕ ਤਾਂ ਪ੍ਰੀਮੀਅਮ ਵੱਜੂਗਾ ਜਾਂ ਤਾਂ ਇੰਸ਼ੋਰੈਂਸ ਹੀ ਖਤਮ ਹੋ ਜੂਗੀ। ਅਸੀਂ ਅਮਨ ਅਹੂਜਾ ਦੀ ਸਲਾਹ ਲੈ ਕੇ ਪ੍ਰਾਈਵੇਟ ਇੰਸ਼ੋਰੈਂਸ ਕਰਵਾਈ। ਅਮਨ ਅਹੂਜਾ 416
81166100। पूरी लाइफ ले पूरी प्रोटेक्शन। This is CIRF 1350 AM Brampton, Radio Humsafar। CRF 1350 AM ਰੇਡੀਓ ਹਮਸਫਰ ਦੇ ਉੱਪਰ ਕੈਨੇਡੀਅਨ ਸਾਥ ਨਾਲ ਤੁਸੀਂ ਜੁੜੇ ਹੋਏ ਹੋ ਔਰ ਮੇਰੇ ਨਾਲ ਕਾਲਰ ਨੇ ਹਰਭਜਨ ਸਿੰਘ ਢਿੱਲੋਂ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਵੀਰਾ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਠਾਕੁਰ ਅਮਨਦੀਪ ਸਿੰਘ ਹੋਣਾ ਨੂੰ ਤੇ ਬਾਕੀ ਬਾਈ ਜੀ ਇੰਦਰਜੀਤ ਸਿੰਘ ਹੋਣਾ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ। ਜੀ ਤੇ ਬਾਈ ਜੀ ਗੱਲਾਂ ਬਹੁਤ ਵਧੀਆ ਦੱਸ ਰਹੇ ਆ ਕਿ ਪਰ ਇੱਕ ਚੀਜ਼ ਮੈਂ ਕਹਿਣੀ ਚਾਹੁੰਦਾਗਾ ਵੀ ਚਲੋ ਅਸੀਂ ਤਾਂ ਹਾਂ ਹੀ ਪ੍ਰੋ ਅਕਾਲੀ ਹੈ ਨਾ, ਸਾਡਾ ਤਾਂ ਸੰਬੰਧ ਹੀ ਅਕਾਲੀ ਦਲ ਦੇ ਨਾਲ ਹੈਗਾ। ਅਸੀਂ ਤਾਂ ਇਹ ਗੱਲਾਂ ਕਰਨੀਆਂ ਪਰ ਤੁਸੀਂ ਤਾਂ ਦੋਨੇ ਕਾਂਗਰਸ ਦੇ ਪੱਕੇ ਵਰਕਰ ਹੋਗੇ ਤੇ ਬਹੁਤ ਵਧੀਆ ਅਹੁਦਿਆਂ ਤੇ ਕੰਮ ਕੀਤਾਗਾ। ਢਿੱਲੋਂ ਸਾਹਿਬ ਤੁਸੀਂ ਵੀ ਕਾਂਗਰਸ ਦੇ ਨਾਲ ਜੁੜੇ ਹੋਏ ਹੋ, ਵਕੀਲ ਸਾਹਿਬ ਵੀ ਜੁੜੇ ਹੋਏ ਆ। ਮੇਰੇ ਖਿਆਲ ਮੁਤਾਬਕ ਭਾਵੇਂ ਮਾਲਵਾ ਦੁਆਬਾ ਜਾਂ ਮਾਝੇ ਦੀ ਗੱਲ ਨਹੀਂ, ਜੇ ਕੋਈ ਬੰਦਾ ਕੰਮ ਵਧੀਆ ਨਹੀਂ ਕਰਦਾ ਹੈਗਾ ਉਹਨੂੰ ਕੋਈ ਹੱਕ ਨਹੀਂ ਹੈਗਾ ਆਪਦੀ ਇਹ ਮੰਤਰੀ ਪੁਣੇ ਉੱਤੇ ਰਹਿਣ ਦੀ ਖਾਤਰ। ਜਾਂ ਗੁਰਪ੍ਰੀਤ ਕਾਂਗੜ ਹੋ ਗਿਆ ਜਾਂ ਆਪਣਾ ਇਹਨਾਂ ਦਾ ਘੁਟਾਲਾ ਹੋਇਆ ਸੀ ਤਾਂ ਸਾਧੂ ਸਿੰਘ ਧਰਮ ਸਰੋਤ ਹੋ ਗਿਆ। ਜਿਹੜੇ ਲੋਕਾਂ ਨੇ ਵਧੀਆ ਕੰਮ ਨਹੀਂ ਕੀਤੇ ਜੀ ਉਹਨਾਂ ਨੂੰ ਤਾਂ ਮੰਤਰੀ ਮੰਡਲ ਚੋਂ ਬਾਹਰ ਕੀਤਾ ਹੀ ਵਧੀਆਗਾ। ਜੇ ਵਧੀਆ ਕੰਮ ਕਰਦੇ ਆ, ਜੇ ਮਾਝੇ ਦੇ ਵਿੱਚ ਚੀਜ਼ਾਂ ਚਲੀਆਂ ਗਈਆਂ, ਪੰਜਾਬ ਦਾ ਭਲਾ ਹੋਣਾ ਚਾਹੀਦਾਗਾ ਤੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਮਾਲਵੇ ਨੇ ਕੋਈ ਠੇਕਾ ਹੀ ਨਹੀਂ ਲਿਆ ਹੋਇਆ ਹੈਗਾ ਵੀ ਸਾਰੀ ਉਮਰ ਇਹਨਾਂ ਚੀਜ਼ਾਂ ਦੇ ਉੱਤੇ ਕਾਬਜ ਰਹਿਣਾਗਾ। ਜੇ ਵਧੀਆ ਕੰਮ ਕਰਦੇ ਆ ਤਾਂ ਇਹਦੇ 'ਚ ਕੋਈ ਫਰਕ ਨਹੀਂ ਪੈਂਦਾ। ਬਾਕੀ ਤੁਸੀਂ ਆਪਦੇ ਰਾਏ ਦੇ ਦਿਓ। ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ ਜੀ। ਜੀ ਭਾਈ ਜਿਵੇਂ ਸਾਡੇ ਹੁਣ ਕਾਲਜ ਵਿੱਚ ਕਹਿ ਕੇ ਗਏ ਨੇ, ਇੰਦਰਜੀਤ ਨੇ ਵੀ ਕਿਹਾ, ਇੰਦਰਜੀਤ ਜੀ ਸਾਡੇ ਨਾਲ ਹੀ ਨੇ। ਇੰਦਰਜੀਤ ਜੀ ਵੈਸੇ ਮੈਂ ਚਲੋ ਇਹ ਤਾਂ ਸਿਰਫ ਆંકੜਿਆਂ ਦੀ ਗੇਮ ਹੈਗੀ ਹੈ। ਵੈਸੇ ਇਸ ਵੇਲੇ ਵੀ ਜੇ ਅਸੀਂ ਦੇਖੀਏ ਤਾਂ ਜਿਹੜਾ ਸਰਦਾਰੀ ਇਸ ਵੇਲੇ ਮਾਲਵੇ ਰੀਜਨ ਨੂੰ ਜ਼ਿਆਦਾ ਨਜ਼ਰ ਆਉਂਦੇ ਕਿਉਂਕਿ ਟੋਟਲ ਸੀਟਾਂ ਮਾਲਵੇ ਦੇ 69 ਨੇ। 69 ਦੇ ਵਿੱਚੋਂ ਕਾਂਗਰਸ ਦੇ ਕੋਲ ਇਸ ਵੇਲੇ 42 ਸੀਟਾਂ ਨੇ ਤੇ ਉਸ ਤੋਂ ਇਲਾਵਾ ਮੁੱਖ ਮੰਤਰੀ ਸਾਹਿਬ ਮਾਲਵੇ ਤੋਂ ਨੇ, 8 ਕੈਬਨਿਟ ਮੰਤਰੀ, ਕੁੱਲ ਮਿਲਾ ਕੇ 9 ਸੀਟਾਂ ਤੁਸੀਂ ਕਹਿ ਸਕਦੇ 9 ਇੱਕ ਬੰਦੇ ਜਿਹੜੇ ਨੇ ਸਰਕਾਰ ਦੇ ਵਿੱਚ ਉਹ ਮਾਲਵੇ ਤੋਂ ਨੇ। ਇਸ ਤੋਂ ਇਲਾਵਾ ਮਾਝੇ ਦੇ ਵਿੱਚ 25 ਸੀਟਾਂ ਨੇ ਜਿਨ੍ਹਾਂ ਵਿੱਚ 22 ਸੀਟਾਂ 22 ਵਿਧਾਇਕ ਜਿਹੜੇ ਨੇ ਕਾਂਗਰਸ ਦੇ ਨੇ, 2 ਡਿਪਟੀ ਸੀਐਮ ਤੇ 3 ਕੈਬਨਿਟ ਮੰਤਰੀ, ਟੋਟਲ ਹੋ ਗਏ 5 ਤੇ ਦੁਆਬੇ ਦੇ ਵਿੱਚ 23 ਟੋਟਲ ਸੀਟਾਂ ਨੇ ਜਿਨ੍ਹਾਂ ਵਿੱਚੋਂ 16 ਵਿਧਾਇਕ ਕਾਂਗਰਸ ਦੇ ਨੇ ਤੇ 4 ਕੈਬਨਿਟ ਮੰਤਰੀ ਤੇ ਮਾਲਵਾ ਮਾਝਾ ਫਿਰ ਦੁਆਬਾ ਮੇਰੇ ਖਿਆਲ ਦੇ ਵਿੱਚ। ਲੇਕਿਨ ਸ਼ਾਇਦ ਜਿਵੇਂ ਸਾਡੇ ਹੁਣ ਕਾਲਰ ਕਹਿ ਕੇ ਗਏ ਨੇ ਵੀ ਪਰਫਾਰਮੈਂਸ ਤੇ ਜਾਂ ਕੰਮ ਤੇ ਜਿਹੜੀ ਹੈਗੀ ਹੈ ਸਾਨੂੰ ਉਸ ਤੋਂ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ ਤੇ ਹੁਣ ਕੰਮ ਨੂੰ ਲੈ ਕੇ ਆਬਵੀਅਸਲੀ ਟੀਮ ਤਾਂ ਇੱਕ ਤਰ੍ਹਾਂ ਨਾਲ ਤਿਆਰ ਹੋ ਚੁੱਕੀ ਹੈ। ਹੁਣ ਅੱਗੇ ਜਿਹੜੀ ਇਹ ਟੀਮ ਹੈ ਉਹ ਪਰਫਾਰਮ ਕਿਵੇਂ ਕਰਦੀ ਹੈ ਉਹ ਜ਼ਿਆਦਾ ਇੰਪੋਰਟੈਂਟ ਰਹਿਣ ਵਾਲਾ ਹੈ। ਠਾਕੁਰ ਜੀ, ਬਾਈ ਜਣਾ ਨੇ ਕਿਹਾ ਵੀ ਕੰਮ ਬੰਦੇ ਚੰਗੇ ਬੰਦੇ ਕੰਮ ਕਰਨੇ ਚਾਹੀਦੇ ਆ। ਤਾਂ ਸੁੱਖੀ ਰੰਧਾਵਾ ਪਹਿਲਾਂ ਵੀ ਮੰਤਰੀ ਸੀਗੇ ਤੇ ਤ੍ਰਿਪਤ ਬਾਜਵਾ ਪਹਿਲਾਂ ਵੀ ਮੰਤਰੀ ਸੀਗੇ, ਸੁਖ ਸਕਾਰੀਆ ਪਹਿਲਾਂ ਵੀ ਮੰਤਰੀ ਸੀਗੇ, ਓਪੀ ਸੋਨੀ ਪਹਿਲਾਂ ਵੀ ਮੰਤਰੀ ਸੀਗੇ ਤੇ ਸਿੱਧੂ ਸਾਹਿਬ ਵੀ ਮੰਤਰੀ ਸੀਗੇ। ਮੈਂ ਬਿਲਕੁਲ ਮਾਝੇ ਮਾਲਵੇ ਦੀ ਗੱਲ 'ਚ ਨਹੀਂ ਚੱਲਦਾ। ਅੱਜ ਵੀ ਚੰਨੀ ਸਾਹਿਬ ਨੇ ਆਪਣੇ ਪਹਿਲੇ ਭਾਸ਼ਣ 'ਚ ਕਿਹਾ ਸੀਗਾ ਵੀ ਮੈਨੂੰ ਕੁਝ ਸਮਾਂ ਦਿਓ, ਜਿੰਨੇ ਵੀ ਐਡੀਟੇਸ਼ਨਸ ਪੰਜਾਬ 'ਚ ਚੱਲ ਰਹੀਆਂ ਸਾਰੇ ਆਪਣੇ ਕੰਮ 'ਚ ਮੁੜ ਜਾਓ, ਮੈਂ ਸਭ ਦਾ ਕੰਮ ਕਰੂੰਗਾ। ਤੇ ਇਹ ਚੰਨੀ ਸਾਹਿਬ ਦੀ ਸਟੇਟਮੈਂਟ ਤੇ ਪੰਜਾਬ 'ਚ ਚਾਹੇ ਉਹ ਟੀਚਰਸ ਯੂਨੀਅਨ ਸੀਗੀਆਂ, ਚਾਹੇ ਪਟਵਾਰ ਯੂਨੀਅਨ ਸੀਗਾ, ਕੋਈ ਵੀ ਯੂਨੀਅਨ ਸੀਗੀ, ਬਿਜਲੀ ਕਾਮਿਆਂ ਦੇ ਸੀ, ਸਾਰਿਆਂ ਨੇ ਇੱਕ ਵਾਰੀ ਸਮਾਂ ਦਿੱਤਾ ਕਿ 2 ਮਹੀਨਿਆਂ ਦੇ ਵਿੱਚ ਜੇ ਚੰਨੀ ਸਾਹਿਬ ਅੱਜ ਆਪਣੇ ਆਫਿਸ 'ਚ ਬਹਿਣ ਲੱਗ ਗਏ ਕਿ ਇਹ ਲੜਾਈ ਮੰਤਰੀ ਮੰਡਲ ਦੀ ਪੂਰੀ ਕਰਕੇ ਚਾਹੇ 24 ਘੰਟਿਆਂ 'ਚ 24 ਘੰਟੇ ਕੰਮ ਕਰਨ ਤਾਂ ਵੀ ਪੰਜਾਬ ਦੇ ਲੋਕਾਂ ਦਾ ਜਿਹੜਾ ਦਰਦ ਹੈ, ਪੰਜਾਬ ਦੇ ਲੋਕਾਂ ਨੂੰ ਜਿਹੜੇ ਠੁੱਡੇ ਵੱਜੇ ਆ ਪਿਛਲੇ ਸਾਲਾਂ 'ਚ, ਉਹ ਇਹ ਲੋਕ ਪੂਰੇ ਨਹੀਂ ਕਰ ਸਕਦੇ। ਤੇ ਪੰਜਾਬ 'ਚ ਚਾਹੇ ਹਿੰਦੂ ਦੀ ਗੱਲ ਕਰੀਏ, ਬੀਜੇਪੀ ਆਪਣੇ ਗੱਲ ਕਰੀਏ ਉਹਦੇ ਮੰਤਵ 'ਚ ਕਾਮਯਾਬ ਹੁੰਦੀ ਦਿਖ ਰਹੀ ਹੈ। ਸੁਨੀਲ ਜਾਖੜ ਸਾਹਿਬ ਦੀਆਂ ਫੋਟੋਆਂ ਵਾਇਰਲ ਹੋਈਆਂ ਸੀਗੀਆਂ, ਕੁਝ ਮੀਡੀਆ ਚੈਨਲ ਨੇ ਉਹਨੂੰ ਬਹੁਤ ਵੱਡੀਆਂ ਦਰਸਾਈਆਂ ਵੀ ਨਾਲ ਲੈ ਕੇ ਦਿੱਲੀ ਲੈ ਗਏ, ਸਵੇਰ ਤੱਕ ਬੋਲੀ ਗਏ ਵੱਡਾ ਉਹਦਾ ਮਿਲ ਸਕਦਾ, ਫਲਾਣਾ ਕੁਝ ਮਿਲ ਸਕਦਾ ਤੇ ਸ਼ਾਮ ਨੂੰ ਆਉਂਦਿਆਂ ਉਹਨਾਂ ਟੀਵੀ ਚੈਨਲਾਂ ਤੇ ਸੁਨੀਲ ਜਾਖੜ ਸਾਹਿਬ ਦਾ ਕੋਈ ਜ਼ਿਕਰ ਨਹੀਂ ਸੀਗਾ। ਜਿਹੜੇ ਉਹਨਾਂ ਨੂੰ ਮੁੱਖ ਮੰਤਰੀ ਬਣਾਉਂਦੇ ਨਹੀਂ ਥੱਕਦੇ ਸੀਗੇ, ਅੱਜ ਉਹਨਾਂ ਨੂੰ ਕਹਿੰਦੇ ਸੀਗੇ ਵੀ ਵੱਡਾ ਉਹਦਾ ਮਿਲ ਸਕਦਾ। ਮੈਂ
ਇਸ ਗੱਲ 'ਚ ਕੋਈ ਦੋ ਰਾਏ ਨਹੀਂ, ਬਹੁਤ ਵੱਡਾ ਪਰਿਵਾਰ ਹੈ, ਕਾਂਗਰਸੀ ਟਕਸਾਲੀ ਪਰਿਵਾਰ ਹੈ। ਪਰ ਮੈਂ ਤੁਹਾਨੂੰ ਦੱਸ ਦਿਆਂ, ਪੰਜਾਬ ਦੇ ਵਿੱਚ ਜਾਤੀਗਤ ਵੋਟਾਂ ਦੀ ਰਾਜਨੀਤੀ ਹੁੰਦੀ ਹੈ। ਜੇ ਗੱਲ ਸ਼ੁਰੂ ਹੋਈ ਦਲਿਤ ਮੁੱਖ ਮੰਤਰੀ ਤੋਂ, ਵੈਸੇ ਤਾਂ ਰੋਕਿਆ ਵੀ ਦਲਿਤ ਸ਼ਬਦ ਨਹੀਂ ਵਰਤਣਾ, ਉਹਦੇ ਲਈ ਮਾਫੀ, ਦਲਿਤ ਮੁੱਖ ਮੰਤਰੀ ਤੋਂ ਸਾਡੇ ਸੁਖਬੀਰ ਬਾਦਲ ਸਾਹਿਬ ਕਹਿੰਦੇ ਦਲਿਤ ਮੁੱਖ ਮੰਤਰੀ ਬਣਾਵਾਂਗੇ, ਦੂਜੇ ਇੱਕ ਨਾਲ ਕਹਿੰਦਾ ਇੱਕ ਹਿੰਦੂ ਮੁੱਖ ਮੰਤਰੀ ਬਣਾਵਾਂਗੇ, ਤੇ ਦੂਜੇ ਪਾਸੇ ਉਹ ਜਿਹੜੀ ਬੀਜੇਪੀ ਸੀਗੀ ਉਹਨਾਂ ਨੇ ਸਾਂਪਲਾ ਦਲਿਤ ਮੁੱਖ ਮੰਤਰੀ ਸਾਹਿਬ ਨੂੰ ਪ੍ਰੋਜੈਕਟ ਕਰਨ ਦਾ ਜਿਹੜਾ ਹੈਗਾ ਸੋਚ ਰੱਖਿਆ ਸੀਗਾ। ਕਾਂਗਰਸ ਨੇ ਉਹ ਕਾਰਡ ਨੂੰ ਪਹਿਲਾਂ ਡਿਲੀਵਰ ਕਰ ਦਿੱਤਾ ਕਿ ਇਹ ਪੰਜਾਬ ਦੀ ਦਲਿਤ ਰਾਜਨੀਤੀ ਵੀ ਸੁਨੀਲ ਜਾਖੜ ਸਾਹਿਬ ਜਿਹੜੇ ਹੈਗੇ ਆ ਉਹ ਜਾਟ ਕਮਿਊਨਿਟੀ ਤੋਂ ਆਉਂਦੇ ਆ, ਬਾਗੜੀ ਜਾਟ। ਜੇ ਉਹਨਾਂ ਦੀ ਪੰਜਾਬ ਦੀ ਸਾਰੀ ਗਿਣਤੀ ਕਰ ਲਈਏ ਵੋਟਾਂ ਦੀ ਤਾਂ ਸਾਰੇ ਪੰਜਾਬ 'ਚ ਉਹਨਾਂ ਦੀ ਕੁੱਲ ਵੋਟ 50,000 ਦੇ ਕਰੀਬ ਹੀ ਹੈ। ਇਸ ਤੋਂ ਵੱਧ ਹਿੰਦੂ ਜਾਟਾਂ ਦੀ ਵੋਟ ਪੰਜਾਬ ਦੇ ਵਿੱਚ ਨਹੀਂ ਹੈਗੀ। ਉਹ ਵੋਟਾਂ ਸਿਰਫ ਤੇ ਸਿਰਫ ਬੱਲੂਆਣਾ ਹਲਕਾ, ਅਬੋਹਰ ਹਲਕਾ ਤੇ ਫਾਜ਼ਿਲਕਾ ਹਲਕਾ ਦੇ ਵਿੱਚ ਪਿੰਡਾਂ 'ਚ ਰਹਿੰਦੀਆਂ। ਇਸ ਤੋਂ ਬਾਅਦ ਕਿਤੇ ਵੀ ਜਾ ਕੇ ਜਾਟਾਂ ਦੀ ਕਮਿਊਨਿਟੀ ਨਹੀਂ। ਮੈਨੂੰ ਇਹ ਲੱਗਦਾ ਹੈ ਵੀ ਹਿੰਦੂ ਦੇ ਨਾਲ ਨਾਲ ਉਹਨਾਂ ਨੂੰ ਵਿਅਕਤੀਗਤ ਜਾਤੀਗਤ ਸਮੀਕਰਨਾਂ ਕਰਕੇ ਵੀ ਨੁਕਸਾਨ ਹੋਇਆ। ਬੰਦਾ ਕਿਸੇ ਵੀ ਕਮਿਊਨਿਟੀ ਤੋਂ ਆ ਸਕਦਾ, ਸਿਆਣਾ ਹੋ ਸਕਦਾ, ਉਹਨੂੰ ਨੌਲੇਜ ਹੋ ਸਕਦੀ ਹੈ। ਜੇ ਉਹਨਾਂ ਦੀ ਸਿਆਣਪ ਦੇਖੀਏ, ਉਹਨਾਂ ਦਾ ਟ੍ਰੈਂਡ ਦੇਖੀਏ, ਜੇ ਉਹਨਾਂ ਦਾ ਲਹਿਜਾ ਦੇਖੀਏ ਤਾਂ ਮੁੱਖ ਮੰਤਰੀ ਬਣਨ ਨੂੰ ਡਿਜ਼ਰਵ ਕਰਦੇ ਸੀ। ਪਰ ਪੰਜਾਬ ਦੀ ਵੋਟਾਂ ਦੀ ਰਾਜਨੀਤੀ ਨੇ ਉਹਨਾਂ ਨੂੰ ਇਸ ਤੋਂ ਪਿੱਛੇ ਕਰ ਦਿੱਤਾ ਤੇ ਇਸ ਕਰਕੇ ਉਹ ਅੱਜ ਮੁੱਖ ਮੰਤਰੀ ਛੱਡ ਕੇ ਇੱਕ ਮੈਂ ਕਹਿ ਸਕਦਾ ਵੀ ਇੰਨੇ ਕੋ ਝੰਜੋੜੇ ਹੋਏ ਸੀ, ਉਹਨਾਂ ਨੂੰ ਗੁੱਸਾ ਵੀ ਆਪਣਾ ਕੱਢਿਆ। ਗੁੱਸਾ ਕੱਢ ਕੇ ਦੇਖੋ ਭਵਿੱਖ 'ਚ ਕੀ ਹੁੰਦਾ। ਹੋ ਸਕਦਾ CWC ਮੈਂਬਰ ਬਣਾ ਦਿੱਤੇ ਜਾਣ, ਹੋ ਸਕਦਾ 2024 ਵਾਸਤੇ ਵੀ ਉਹਨਾਂ ਨੂੰ ਬੰਦੇ ਚਾਹੀਦੇ ਆ। ਇਸ ਕਰਕੇ ਜਿਹੜੀਆਂ ਅੱਜ ਦੀਆਂ ਹਾਲਾਤਾਂ, ਜਿਵੇਂ ਰਾਣਾ ਸੋਢੀ ਨੇ ਸਿੱਖ ਚਿਹਰਾ ਪ੍ਰੋਜੈਕਟ ਕਰਨ ਵਾਸਤੇ ਅੰਬਿਕਾ ਸੋਨੀ ਦੇ ਮੂੰਹੋਂ ਕਹਾਇਆ ਸੀਗਾ, ਤੇ ਮੈਨੂੰ ਤਾਂ ਇਹਨਾਂ ਲੱਗਦਾ ਵੀ ਆਪਸੀ ਖਿੱਚੋਤਾਣ ਤੇ ਆਪਸੀ ਲੜਾਈ ਦੇ ਵਿੱਚ ਅੱਜ ਸੁਨੀਲ ਜਾਖੜ ਸਾਹਿਬ ਨੇ ਰਾਣਾ ਸੋਢੀ ਨੂੰ ਕੈਬਨਿਟ ਚੋਂ ਬਾਹਰ ਕਰ ਦਿੱਤਾ ਹੈ। ਇਹ ਆਪਸੀ ਲੜਾਈ ਹੀ ਚੱਲਦੀ ਰਹਿਣੀ ਹੈ। ਪੰਜਾਬ ਦਾ ਭਵਿੱਖ ਕੋਈ ਬਾਹਲਾ ਮੈਨੂੰ ਚੰਗੇ ਸੁਨਹਿਰਾ ਵਿੱਚ ਦਿਖਦਾ ਨਹੀਂ ਲੱਗਦਾ। ਜੀ ਠਾਕੁਰ ਜੀ ਸਾਡਾ ਕਾਲਰ ਨੇ ਦਮਨ ਜੀ। ਦਮਨ ਜੀ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ ਠਾਕਰ ਜੀ ਨੂੰ ਤੇ ਬਾਈ ਇੰਦਰਜੀਤ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੇਖੋ ਜੀ, ਆਪਣਾ ਜਿਵੇਂ ਸਾਡੇ ਸਾਰੇ ਬਾਈ ਗੱਲ ਕਰ ਰਹੇ ਨੇ ਵੀ ਜੋ ਵੀ ਪੰਜਾਬ ਦੇ ਵਿੱਚ ਹੁਣ ਵਾਪਰ ਰਿਹਾ ਜੀ, ਚਲੋ ਅਸੀਂ ਤਾਂ ਆਸ ਕਰਦੇ ਹਾਂ ਜੀ ਵੀ ਸਾਡੇ ਭੈਣਾਂ ਭਰਾਵਾਂ ਦਾ ਆਉਣ ਵਾਲਾ ਫਿਊਚਰ ਵਧੀਆ ਹੋਵੇ, ਚਾਹੇ ਕੋਈ ਵੀ ਮੁੱਖ ਮੰਤਰੀ ਹੋਵੇ ਜੀ। ਪਰ ਇੱਕ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਜੀ, ਜਿੱਦਣ ਦੇ ਚੰਨੀ ਜੀ ਨੂੰ ਇਹਨਾਂ ਨੇ ਡਿਕਲੇਅਰ ਕੀਤਾ ਜੀ, ਸਾਰੇ ਪੰਜਾਬ ਦੇ ਵਿੱਚ ਜੀ ਜਾਤੀਵਾਦ ਇੰਨਾ ਹੋ ਚੁੱਕਿਆ ਜੀ। ਪੰਜਾਬ ਇੱਕ ਤਰ੍ਹਾਂ ਦਾ ਐ ਮਹਿਸੂਸ ਹੋ ਰਿਹਾ ਜਿਵੇਂ ਵੱਖੋ-ਵੱਖ ਢਾਣੀਆਂ ਤੋਂ, ਵੱਖੋ-ਵੱਖ ਕਬੀਲਿਆਂ ਤੋਂ ਆਪਾਂ ਆ ਰਹੇ ਹਾਂ। ਮੈਂ ਇੱਕ ਬਹੁਤ ਵੱਡਾ ਪੱਤਰਕਾਰ ਸੀ ਜੀ, ਉਹਦੀ ਵੀ ਮੈਂ ਇੱਕ ਖਬਰ ਪੜ੍ਹੀ ਤੇ ਮੈਨੂੰ ਪੜ੍ਹ ਕੇ ਬੜੀ ਨਿਰਾਸ਼ਾ ਹੋਈ ਜੀ। ਵੀ ਉਸਨੇ ਵੀ ਜ਼ਿਕਰ ਉਸ ਦੇ ਵਿੱਚ ਜਾਤਾਂ ਦੇ ਨਾਲ ਕੀਤਾ, ਬ੍ਰੈਕਟ ਦੇ ਵਿੱਚ ਜਾਤਾਂ ਲਿਖੀਆਂ ਸੀ ਵੀ ਇਸ ਜਾਤ ਦੇ ਇੰਨੇ ਬੰਦੇ, ਇਸ ਧਰਮ ਦੇ ਇੰਨੇ ਬੰਦੇ। ਆਪਾਂ ਤਾਂ ਜੀ ਇਹਨਾਂ ਚੀਜ਼ਾਂ ਤੋਂ ਨਿਕਲਣੇ ਚਾਹੁੰਦੇ ਸੀ ਜੀ, ਤੇ ਆਪਾਂ ਨੂੰ ਪੰਜਾਬ ਦੇ ਵਿੱਚ ਫਿਰ ਇਹਨਾਂ ਨੇ ਪਾੜ ਪਾਤਾ ਜੀ। ਕਿਉਂਕਿ ਤੁਸੀਂ ਦੇਖੋ ਜੀ, ਸਿੱਖੀ ਦੇ ਵਿੱਚ ਤਾਂ ਆਪਣੀ ਤਾਂ ਪਹਿਲੇ 2% ਪਰਸੈਂਟੇਜ ਆ ਜੀ ਸਾਰੇ ਇੰਡੀਆ ਦੇ ਵਿੱਚ, ਤੇ ਜੇ ਆਪਾਂ ਵੀ ਜਾਤਾਂ ਦੇ ਵਿੱਚ ਵੰਡੇ ਗਏ ਜੀ ਫਿਰ ਤਾਂ ਜਮਾਂ ਹੀ ਨਕਾਰੇ ਜਾਵਾਂਗੇ ਆਪਾਂ। ਇਹ ਸਭ ਤੋਂ ਆਪਣਾ ਜਿਹੜਾ ਮਾੜਾ ਇਹਨਾਂ ਨੇ ਸਟੈਪ ਚੱਕਿਆ ਜੀ। ਕਿਉਂਕਿ ਪ੍ਰਸ਼ਾਂਤ ਕਿਸ਼ੋਰ ਜਿਹੜਾ ਹੈਗਾ, ਦੇਖੋ ਜੀ, ਉਹਨੇ ਕੋਈ ਪੰਜਾਬ ਦਾ ਭਲਾ ਨਹੀਂ ਚਾਹੁੰਦਾ, ਨਾ ਕਿਸੇ ਕਬੀਲੇ ਦਾ ਭਲਾ ਚਾਹੁੰਦਾ ਜੀ। ਉਹ ਤਾਂ ਹਾਇਰ ਕੀਤਾ ਗਿਆ, ਪੈਸੇ ਦੇ ਕੇ ਕਰੋੜਾਂ ਰੁਪਈਆ ਲੈ ਕੇ ਜਾਂਦਾ ਸਰਕਾਰ ਬਣਾਉਣ ਲਈ। ਉਹ ਤਾਂ ਅੰਨੇ ਨੂੰ ਵੀ ਦਿੰਦਾ ਜੀ ਵੀ ਉਹ ਸਰਕਾਰ ਬਣਾਉਣ ਲਈ ਆਇਆ। ਉਹਦਾ ਕਿਸੇ ਦੇ ਨਾਲ ਕੋਈ ਕਿਸੇ ਦੀ ਡਿਵੈਲਪਮੈਂਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਤਾਂ ਆਪਣੇ ਲੋਕਾਂ ਨੂੰ ਸਿਆਣਾ ਹੋਣਾ ਪਊਗਾ ਜੀ। ਦੂਜੀ ਗੱਲ ਜੀ, ਅਸੀਂ ਤਾਂ ਫਿਰ ਜਾਣ ਲੱਗੇ ਅਰਦਾਸ ਕਰਦੇ ਹਾਂ ਵੀ ਕੋਈ ਵੀ ਮੰਤਰੀ ਆਵੇ ਜੀ, ਸਾਡਾ ਕੋਈ ਚੰਨੀ ਵੀ ਸਕਾ ਨਹੀਂਗਾ ਤੇ ਕੈਪਟਨ ਨਾਲ ਵੀ ਸਾਡਾ ਕੋਈ ਆਪਣਾ ਰਿਸ਼ਤੇਦਾਰੀ ਨਹੀਂ ਜੀ, ਵੀ ਸਾਡੇ ਜਿਹੜੇ ਲੋਕ ਹੈਗੇ ਉਹਨਾਂ ਦਾ ਭਲਾ ਕਰਨ। ਪਰ ਇੰਨਾ ਸੁਣਨ ਦੇ ਵਿੱਚ ਜ਼ਰੂਰ ਆ ਰਿਹਾ ਜੀ ਵੀ ਜਿਵੇਂ ਬਾਈ ਜੀ ਨੇ ਕਿਹਾ ਵੀ ਕੈਪਟਨ ਸਾਹਿਬ ਪਹਾੜਾਂ ਚਲੇ ਗਏ ਜੀ, ਉਹ ਭੰਗੜਾ ਸਿੱਖਣ ਗਏ ਆ ਜੀ, ਕਹਿੰਦੇ ਚੰਨੀ ਜੀ ਨੂੰ ਭੰਗੜਾ ਆਉਂਦਾ, ਅਖੇ ਮੈਂ ਪਿੱਛੇ ਰਹਿ ਗਿਆ ਤਾਂ ਕਰਕੇ ਗਏ ਆ ਜੀ ਉਹ। ਥੈਂਕ ਯੂ ਜੀ। ਧੰਨਵਾਦ ਜੀ। ਢਿੱਲੋਂ ਸਾਹਿਬ, ਜੇ ਮੈਂ ਗੱਲ ਚੰਨੀ ਜੀ ਨੂੰ ਤੇ ਜੀ ਸੱਪ ਫੜਨਾ ਵੀ ਆਉਂਦਾ, ਮੈਨੂੰ ਲੱਗਦਾ ਕੈਪਟਨ ਸਾਹਿਬ ਉਹ ਵੀ ਪਹਾੜਾਂ 'ਚ ਹੁਣ ਸਿੱਖ ਹੀ ਲੈਣਗੇ। ਦੇਖੋ ਤਾਂ ਕਿਸੇ ਜੋਗੀ ਨੇ, ਕਿਸੇ ਜੋਸ਼ੀ ਨੂੰ ਦੱਸਿਆ ਹੋਣਾ ਵੀ ਸੱਪ ਸੱਪਣੇ ਦਾ ਜੋੜਾ ਛੱਡਣਾ, ਕੋਈ ਕਾਲ ਸਰਪ ਯੋਗ ਦਾ ਕੋਈ ਯੋਗ ਹੋਣਾ। ਪਰ ਮੈਂ ਤੁਹਾਨੂੰ ਇੰਨੀ ਗੱਲ ਕਹਿ ਦਿਆਂ, ਉਹਦੇ ਹਾਥੀ ਦੀ ਸਵਾਰੀ ਕੀਤੀ, ਉਹਦਾ ਚੜ੍ਹਦੇ ਮੂੰਹ ਨੂੰ ਗੇਟ ਦਾ ਮੂੰਹ ਕੱਢਣਾ ਉਹਨੂੰ ਫਲ ਗਿਆ। ਅੱਜ ਉਹ ਮੁੱਖ ਮੰਤਰੀ ਦਾ ਜਿਹੜਾ ਹੈਗਾ ਉਸ ਘੋੜੀ ਚੜ੍ਹ ਗਿਆ। ਭਾਵੇਂ ਪੰਜਾਬ ਦਾ ਭਵਿੱਖ ਸਵਰਦਾ ਨਹੀਂ ਸਵਰਦਾ, ਇਹ ਆਉਣ ਵਾਲਾ ਭਵਿੱਖ ਹੀ ਦੱਸੂਗਾ। ਜੇ ਪੰਜਾਬ ਦੀ ਗੱਲ ਕਰੀਏ, ਕੇਜਰੀਵਾਲ ਨੇ ਕੱਲ ਪੰਜਾਬ ਆਉਣਾ ਸੀਗਾ। ਬਹੁਤ ਵੱਡੀ ਜਿਹੜੀ ਗੱਲ ਉੱਡ ਕੇ ਆ ਰਹੀ ਸੀ ਵੀ ਦੂਜੀ ਗਰੰਟੀ ਦੇਣ ਵਾਸਤੇ ਪੰਜਾਬ 'ਚ ਆਉਣਾ ਸੀ, ਬੇਰੁਜ਼ਗਾਰੀ ਖਤਮ ਕਰਨ ਦੀ ਗਰੰਟੀ, ਰੁਜ਼ਗਾਰ ਦੀ ਗਰੰਟੀ ਦੇਣ ਵਾਸਤੇ। ਪਰ ਪੰਜਾਬ ਦੇ ਕੈਬਨਿਟ ਦਾ
ਜਿਹੜਾ ਹੈਗਾ ਉਹ ਰੀਸ਼ਫਲ ਨੂੰ ਦੇਖਦੇ ਹੋਏ ਕੇਜਰੀਵਾਲ ਨੇ ਆਪਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਡਿਲੇ ਕਰ ਦਿੱਤਾ। ਅੱਜ ਮੈਨੂੰ ਢਿੱਲੋਂ ਸਾਹਿਬ ਗੱਲਾਂ ਤਾਂ ਦੇਖੋ ਲੋਕਾਂ ਦੇ ਮੂੰਹੋਂ ਹੁੰਦੀਆਂ, ਉਹਨੂੰ ਵੀ ਆਪਾਂ ਖਬਰ ਕਹਿ ਦਿੰਦੇ ਆ ਜਾਂ ਕਨਸੋਈ ਕਹਿ ਦਿੰਦੇ ਆ। ਮੈਨੂੰ ਅੱਜ ਇੱਕ ਹੋਰ ਤੁਹਾਡੇ ਵਰਗੇ ਕਿਸੇ ਨਿੱਜੀ ਭਰਾ ਦਾ ਫੋਨ ਆਇਆ, ਮੈਨੂੰ ਕਹਿੰਦਾ ਵੀ ਜਿਹੜਾ ਕਿਸਾਨ ਅੰਦੋਲਨ ਹੈਗਾ ਉਹ ਦੀਵਾਲੀ ਤੋਂ ਪਹਿਲਾਂ ਖਤਮ ਹੋ ਜਾਊਗਾ। ਮੈਨੂੰ ਇਹ ਗੱਲ ਵੈਸੇ ਕਰਨੀ ਤਾਂ ਮੇਰੀ ਨਹੀਂ ਬਣਦੀ, ਕਿਉਂਕਿ ਮੈਂ 27 ਤਰੀਕ ਨੂੰ ਭਾਰਤ ਬੰਦ ਦੇ ਲੈ ਕੇ ਪੂਰਨ ਜ਼ੋਰ ਸ਼ੋਰ ਤੇ ਲੱਗਿਆ ਹੋਇਆ ਵੀ ਥਾਂ ਥਾਂ ਜਿਹੜਾ ਹੈਗਾ ਮੈਂ ਇਹਦਾ ਪ੍ਰਚਾਰ ਕਰ ਰਿਹਾ। ਕਹਿੰਦੇ ਵੀ ਕੈਪਟਨ ਸਾਹਿਬ ਦੀ ਵੱਡੇ ਮੋਟੇ ਸਿਰਾਂ ਨਾਲ ਗੱਲਬਾਤ ਹੋ ਗਈ ਹੈ ਤੇ ਸਾਰਾ ਜੋ ਪੰਜਾਬ ਦਾ ਢਾਂਚਾ ਹੈਗਾ ਉਹ ਕੈਪਟਨ ਸਾਹਿਬ ਫਿੱਟ ਕਰਕੇ ਸਾਰੀ ਵਿਉਂਤਬੰਦੀ ਕਰਕੇ ਤੇ ਮੁੱਖ ਮੰਤਰੀ ਦਾ ਚਿਹਰਾ ਕੈਪਟਨ ਸਾਹਿਬ ਬੀਜੇਪੀ ਵਾਲੇ ਪਾਸੋਂ ਹੋਣਗੇ। ਦੇਖੋ ਗੱਲਾਂ ਕੋਈ ਵੀ ਲੁਕਾਈਆਂ ਨਹੀਂ ਜਾ ਸਕਦੀਆਂ, ਸਿਆਸਤ ਕਿਸੇ ਪਾਸੇ ਵੀ ਮੋੜ ਖਾ ਸਕਦੀ ਹੈ। ਕੈਪਟਨ ਸਾਹਿਬ ਕੋਲੇ ਵੀ ਹੋਰ ਆਪਸ਼ਨ ਨਹੀਂ ਗੀ। ਮੰਤਰੀ ਮੰਡਲ ਤੋਂ ਬਾਹਰ ਜਿਹੜੇ ਉਹ ਚਹੇਤੇ ਕੱਲ ਬਚ ਜਾਣਗੇ, ਬਾਹਰ ਨਿਕਲ ਜਾਣਗੇ। ਯਕੀਨਨ ਤੌਰ ਤੇ ਜਿਹੜੇ ਚਹੇਤੇ ਉਹ ਕੈਪਟਨ ਸਾਹਿਬ ਨਾਲ ਪੰਜਾਬ ਦੀ ਨਵੀਂ ਰਾਜਨੀਤੀ ਉਲੀਕਣਗੇ। ਜੇ ਗੱਲ ਕਰੀਏ ਤਾਂ 23 MLA ਸੁਣਿਆ ਕੈਪਟਨ ਸਾਹਿਬ ਦੇ ਨਾਲ ਅੱਜ ਵੀ ਹੈਗੇ ਆ, ਬਿਲਕੁਲ 23 MLA ਕਹਿੰਦੇ ਵੀ ਉਹਨਾਂ ਦੇ ਨਾਲ ਹੈਗੇ ਅੱਜ ਵੀ। ਜਿਹੜਾ ਤੇ 23 MLA ਕੋਈ ਛੋਟੀ ਗੱਲ ਨਹੀਂ ਹੁੰਦੀ ਕਿਸੇ ਵੀ ਘਰ ਨੂੰ ਢਾਉਣ ਵਾਸਤੇ। ਤੇ ਯਕੀਨਨ ਤੌਰ ਤੇ ਜਿਹੜੀ ਕਾਂਗਰਸ ਦੁਬਾਰਾ ਸੱਤਾ 'ਚ ਆਉਣ ਦੀ ਗੱਲ ਕਰ ਰਹੀ ਸੀ 2022 ਤੇ ਮੈਂ ਢਿੱਲੋਂ ਸਾਹਿਬ ਜੋ ਮੈਨੂੰ ਹਾਲਾਤ ਜਾਂ ਭਵਿੱਖ ਦਿਖ ਰਿਹਾ, ਜਿਵੇਂ ਇਹਨਾਂ ਕੋਲੋਂ ਅੱਜ ਹਫਤਾ 17 ਤਰੀਕ ਤੋਂ ਲੈ ਕੇ ਅੱਜ ਇੱਥੋਂ ਤੱਕ ਦਾ ਸਮਾਂ ਆ ਗਿਆ ਜਿਨ੍ਹਾਂ ਕੋਲੇ ਰਾਜ ਦਾ ਮੁੱਖ DGP ਨਹੀਂ ਲਾਇਆ ਗਿਆ, ਰਾਜ ਦਾ ਮੁੱਖ AG ਨਹੀਂ ਲਾਇਆ ਗਿਆ ਤੇ ਰਾਜ ਦਾ ਜਿਹੜਾ ਸਾਰਾ ਢਾਂਚਾ ਵਿਸਤਾਰ ਨਹੀਂ ਕੀਤਾ ਗਿਆ। ਮੈਨੂੰ ਨਹੀਂ ਲੱਗਦਾ ਵੀ ਇਹ 2 ਮਹੀਨਿਆਂ 'ਚ ਕਿਸ਼ਤੀ ਜਿਹੜੀ ਹੈਗੀ ਹੈ ਪਾਰ ਲਾ ਲੈਣਗੇ। ਰੇਤਾ ਸਸਤਾ ਕਰ ਦੇਣਗੇ, ਉਹਦੀ ਚੋਰ ਬਾਜ਼ਾਰੀ ਬੰਦ ਹੋ ਸਕਦੀ ਹੈ। ਜਿਹੜੇ ਟਰਮੀਨੇਸ਼ਨ ਆਫ ਜਿਹੜੇ ਬਿਜਲੀ ਦੇ ਸਮਝੌਤੇ ਉਹ ਰੱਦ ਹੋ ਸਕਦੇ ਆ। ਦੇਖੋ ਸਿੱਧੂ ਸਾਹਿਬ ਨੇ ਕਿਹਾ ਸੀ ਮੇਰਾ ਰਾਜ ਆਉਣ ਦਿਓ 3 ਰੁਪਏ ਬਿਜਲੀ ਦਊਂਗਾ। ਸਿੱਧੂ ਸਾਹਿਬ ਵਾਸਤੇ ਬਹੁਤ ਵੱਡੀ ਪ੍ਰੀਖਿਆ ਦੀ ਘੜੀ ਹੈ। ਜੇ ਬਿਜਲੀ ਸਮਝੌਤੇ ਰੱਦ ਹੋ ਕੇ 3 ਰੁਪਏ ਜਨਰਲ ਕੈਟਾਗਰੀ ਨੂੰ ਨਾ ਮਿਲੀ ਤਾਂ ਕਾਂਗਰਸ ਦੀਆਂ ਸੀਟਾਂ 10 ਤੋਂ ਥੱਲੇ ਰਹਿ ਜਾਣਗੀਆਂ। ਮੈਂ ਤੁਹਾਨੂੰ ਅੱਜ ਕਹਿ ਦਿਆਂ ਕਾਂਗਰਸ ਵਾਸਤੇ ਬਿਜਲੀ ਸਮਝੌਤੇ ਰੱਦ ਕਰਕੇ ਪ੍ਰੂਵ ਕਰਨਾ ਪਊਗਾ ਵੀ ਜਿਹੜੇ ਪਿਛਲੇ ਬਿੱਲ ਵੀ ਆਏ ਆ ਜਦੋਂ ਦੀ ਕਾਂਗਰਸ ਰਾਜ ਆਇਆ ਕਿਸੇ ਜਨਰਲ ਕੈਟਾਗਰੀ ਦੇ ਮੀਟਰ ਬਿੱਲ ਨਹੀਂ ਪੱਟੇ ਜਾਣਗੇ, ਉਹਨਾਂ ਦੇ ਵੀ 3 ਰੁਪਏ ਹਿਸਾਬ ਨਾਲ ਹਿਸਾਬ ਹੋਊਗਾ ਤੇ ਯਕੀਨਨ ਤੌਰ ਤੇ ਕਾਂਗਰਸ ਵਾਪਸੀ ਕਰ ਸਕਦੀ ਹੈ। ਕਾਂਗਰਸ ਨੇ ਜਿਹੜੇ ਦਲਿਤ ਪਰਿਵਾਰ ਨੇ ਉਹਨਾਂ ਨੂੰ ਬਿਜਲੀ ਫ੍ਰੀ ਕਰਤੀ, ਉਹਨਾਂ ਨੂੰ ਸਾਰਾ ਕੁਝ ਕੱਟੇ ਕਨੈਕਸ਼ਨ ਜੋੜਤੇ, ਪਰ ਜਨਰਲ ਕੈਟਾਗਰੀ 'ਚ ਇਹਦਾ ਰੋਸ਼ ਸੋਸ਼ਲ ਮੀਡੀਆ ਤੇ ਆਉਣ ਲੱਗ ਪਿਆ ਵੀ ਕਿ ਸਾਡੇ ਘਰੇ ਕਰੋਨਾ ਨਹੀਂ ਆਇਆ ਸੀ, ਸਾਡੀਆਂ ਨੌਕਰੀਆਂ ਨਹੀਂ ਗਈਆਂ ਸੀ, ਕਿ ਅਸੀਂ ਆਮ ਲੋਕ ਇਸ ਧਰਤੀ ਤੇ ਇਸ ਸੰਵਿਧਾਨ ਦੇ ਹਿੱਸਾ ਨਹੀਂ ਆ। ਇਹ ਬਹੁਤ ਵੱਡਾ ਜਿਹੜਾ ਹੈਗਾ ਸਵਾਲ ਕਾਂਗਰਸ ਤੇ ਆਉਣ ਵਾਲਾ। ਦੇਖੋ ਪ੍ਰਸ਼ਾਂਤ ਕਿਸ਼ੋਰ ਇਹਨੂੰ ਕਿਵੇਂ ਮੈਨੇਜ ਕਰਦੇ ਆ। ਹਾਲ ਦੀ ਘੜੀ ਸਾਰਾ ਕੁਝ ਕਹਿ ਦਈਏ, ਚਾਹੇ ਅਕਾਲੀ ਦਲ ਹੈ, ਚਾਹੇ ਆਮ ਆਦਮੀ ਹੈ, ਚਾਹੇ BJP ਹੈ, ਉਹ ਕਾਂਗਰਸ ਤੇ ਨਜ਼ਰਾਂ ਟਿਕਾ ਕੇ ਬੈਠੇ ਆ ਵੀ ਆਉਣ ਵਾਲਾ ਕਾਂਗਰਸ ਕਿਸ ਕਰਵਟ ਆਪਣੀ ਸਿਆਸਤ ਕਰਦੀ ਹੈ ਤੇ ਉਸ ਦੇ ਨਾਲ ਅਗਲਾ ਅਸੀਂ ਇਹਦੇ ਤੇ ਕੀ ਵਿਚਾਰ ਕਰਨਾ ਹੈ। ਬਿਲਕੁਲ ਅਜੀ ਕੱਲ ਹੋ ਰਿਹਾ ਜਨਮ ਵਿੱਚ ਹੁਣ ਤੱਕ ਜਿਹੜੇ ਵੀ ਅਸੀਂ ਤਾਂ ਜਾਤਾਂ ਧਰਮਾਂ ਤੋਂ ਬਾਹਰ ਆਉਣਾ ਚਾਹੁੰਦੇ ਸੀ ਤੇ ਇਹ ਫਿਰ ਮੋੜ ਕੇ ਉਸੇ ਰਾਹ ਤੇ ਪਾ ਰਹੇ ਨੇ। ਇਹ ਵੈਸੇ ਆਮ ਲੋਕਾਂ ਦੀ ਗੱਲ ਨਹੀਂ ਜਾਂ ਸਿਰਫ ਕੁਛ ਮੀਡੀਆ ਦੀ ਗੱਲ ਨਹੀਂ। ਇਹ 19 ਤਰੀਕ ਦਾ ਜੇ ਮੈਂ ਟਵੀਟ ਪੜ੍ਹਾ ਤਾਂ 19 ਸਤੰਬਰ ਦਾ ਸਰਦਾਰ ਨਵਜੋਤ ਸਿੰਘ ਸਿੱਧੂ ਹੋਣਾ ਦਾ ਉਹਨਾਂ ਨੇ ਇੱਕ ਟਵੀਟ ਦੇ ਵਿੱਚ ਸਿੱਧੇ ਤੌਰ ਤੇ ਲਿਖਿਆ ਹਿਸਟੋਰਿਕ ਪੰਜਾਬ ਫਸਟ ਦਲਿਤ CM ਡੈਜ਼ਿਗਨੇਟ। ਇਹ ਤੁਸੀਂ ਹੁਣ ਆਪ ਦੇਖੋ ਵੀ ਜਿਹੜੀ ਸਿਆਸਤ ਹੈ ਉਹ ਜਾਤਾਂ ਦੇ ਨਾਂ ਤੇ ਕਿਵੇਂ ਪਲੈਨਿੰਗ ਵੀ ਕਰਦੀ ਹੈ, ਰਣਨੀਤੀ ਵੀ ਬਣਾਉਂਦੀ ਹੈ ਤੇ ਲੋਕਾਂ ਦੇ ਵਿੱਚ ਇੱਕ ਜਾਤ ਆਧਾਰਿਤ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਕਰਦੀ ਹੈ ਤੇ ਦਿੱਤਾ ਵੀ ਗਿਆ। ਤੇ ਹੁਣ ਜਿਹੜੇ ਅਹੁਦੇ ਵੀ ਦਿੱਤੇ ਗਏ ਨੇ, ਮੈਂ ਕਹਾਂਗਾ ਜਿਹੜੇ ਅਹੁਦੇ ਵੀ ਹੁਣ ਦਿੱਤੇ ਜਾ ਰਹੇ ਨੇ ਇਹ ਹੋਣਾ ਤਾਂ ਚਾਹੀਦਾ ਸੀ ਕਾਬਲੀਅਤ ਤੇ ਦਮ ਤੇ ਦਿੱਤੇ ਜਾਣ। ਜਿਵੇਂ ਹੁਣ ਇੰਦਰਜੀਤ ਜੀ ਨੇ ਕਿਹਾ ਬਿਲਕੁਲ ਠੀਕ ਹੈ, ਹੁਣ ਤੱਕ ਸੂਬੇ ਦਾ AG ਨਹੀਂ ਲਾਇਆ ਗਿਆ, ਹੁਣ ਤੱਕ ਸੂਬੇ ਦਾ DGP ਨਹੀਂ ਲਾਇਆ ਗਿਆ ਸੀ। ਅੱਜ ਚੌਹਤਾ ਸਾਹਿਬ ਨੂੰ ਐਡੀਸ਼ਨਲ DGP ਦਾ ਚਾਰਜ ਦਿੱਤਾ ਗਿਆ, ਐਡੀਸ਼ਨਲ ਚਾਰਜ ਦਿੱਤਾ ਗਿਆ, ਵਾਪਸ ਲਓ ਐਡੀਸ਼ਨਲ ਚਾਰਜ DGP ਦਾ ਦਿੱਤਾ ਗਿਆ ਤੇ ਉਹ ਉੱਥੇ ਵੀ ਕਈ ਅਹੁਦਿਆਂ ਤੇ ਅਜਿਹਾ ਦੇਖਣ ਨੂੰ ਜਾਂ ਅਜਿਹਾ ਮਹਿਸੂਸ ਕੀਤਾ ਜਾ ਰਿਹਾ ਵੀ ਕਾਬਲੀਅਤ ਤੋਂ ਜ਼ਿਆਦਾ ਕੁਝ ਹੋਰ ਚੀਜ਼ ਹੈਗੀ ਹੈ ਜਿਸ ਨੂੰ ਤਵੱਜੋ ਦਿੱਤੀ ਜਾ ਰਹੀ ਹੈ। ਹਾਲਾਂਕਿ ਕਾਬਲੀਅਤ ਤੇ ਵੀ ਕੋਈ ਸ਼ੱਕ ਨਹੀਂ, ਪਰ ਕਾਬਲੀਅਤ ਤੋਂ ਵੀ ਜ਼ਿਆਦਾ ਤਵੱਜੋ ਕਿਸੇ ਹੋਰ ਚੀਜ਼ ਨੂੰ ਦਿੱਤੀ ਜਾ ਰਹੀ ਹੈ। ਉਹਨਾਂ ਨਾ ਹੀ ਕਹਾ ਤਾਂ ਮੇਰੇ ਖਿਆਲ ਚ ਜ਼ਿਆਦਾ ਚੰਗਾ ਹੈ ਤੇ ਇਹਨਾਂ ਚੀਜ਼ਾਂ ਤੋਂ ਸਾਨੂੰ ਵਾਕਈ ਬਾਹਰ ਆਉਣ ਦੀ ਲੋੜ ਹੈ। ਜਿਵੇਂ ਇੰਦਰਜੀਤ ਜੀ ਨੇ ਕਿਹਾ ਵੀ ਜਿਹੜਾ ਇੱਕ ਤਬਕੇ ਨੂੰ, ਇੱਕ ਭਾਈਚਾਰੇ ਨੂੰ ਤੁਸੀਂ ਫ੍ਰੀ ਬਿਜਲੀ ਦੀ ਤੁਸੀਂ ਅਨਾਉਂਸਮੈਂਟ ਕਰ ਰਹੇ ਹੋ ਜਾਂ ਦੇ ਰਹੇ ਹੋ, ਜਿਹੜਾ ਇੱਕ ਜਨਰਲ ਕੈਟਾਗਰੀ ਹੈਗਾ ਕਿ ਉਹਦੇ ਸਾਰੇ ਤਨਾਜ਼ਯੋਗ ਨੇ,
ਅੱਜ ਦਾ ਉਹ ਦੌਰ ਹੈ ਜਦੋਂ ਇੱਕ ਬੇਜ਼ਮੀਨਾ ਕਿਸਾਨ ਜਿਹੜਾ ਹੈ ਉਸਦੇ ਬੇਟੇ ਨੂੰ ਵੀ ਸਾਡੇ ਸਮਾਜ 'ਚ ਅਮੀਰ ਸਮਝਿਆ ਜਾਂਦਾ ਹੈ। ਬੇਜ਼ਮੀਨੇ ਕਿਸਾਨ ਦੇ ਬੇਟੇ ਨੂੰ, ਜੇ ਅਸੀਂ ਜਿਹੜਾ ਸਾਡਾ ਇੱਕ ਸਿਸਟਮ ਹੈ ਉਸ ਦੇ ਹਿਸਾਬ ਨਾਲ ਦੇਖੀਏ, ਪਰ ਦੂਜੇ ਪਾਸੇ ਜਿਹੜਾ ਇੱਕ IAS ਦਾ ਬੇਟਾ ਹੈ ਉਸਨੂੰ ਗਰੀਬ ਦੱਸਿਆ ਜਾਂਦਾ ਹੈ। ਇਹ ਮਾਕਰੇ ਦਲਿਤ IAS ਦਾ ਜਿਹੜਾ ਬੇਟਾ ਹੈ SC ਭਾਈਚਾਰੇ ਤੋਂ ਆਵੇ ਉਸਨੂੰ ਗਰੀਬ ਦੱਸਿਆ ਜਾਂਦਾ ਹੈ। ਇਹ ਕਿੱਥੋਂ ਦਾ ਇਨਸਾਫ ਹੈ? ਮਤਲਬ ਕਿਉਂ ਨਾ ਵਿੱਤੀ ਤੌਰ ਤੇ ਜਿਹੜੇ ਕਮਜ਼ੋਰ ਨੇ ਉਹਨਾਂ ਨੂੰ ਬਿਜਲੀ ਮੁਕਤ ਕੀਤੀ ਜਾਵੇ। ਉਹ ਕੋਈ ਵੀ ਹੋਵੇ, ਸਾਰੇ ਬਰਾਬਰ ਨਹੀਂ, ਉਹ ਕੋਈ ਵੀ ਹੋਵੇ। ਕਿਉਂ ਅਸੀਂ ਮੰਡੀਆਂ ਪਾ ਰਹੇ ਹਾਂ? ਇੱਕ ਪਾਸੇ ਅਸੀਂ ਕਹਿ ਰਹੇ ਹਾਂ ਅਸੀਂ ਸੈਕੂਲਰ ਆ, ਸਾਰਿਆਂ ਦਾ ਉਹ ਕਰਦੇ ਹਾਂ, ਅਸੀਂ ਆਜ਼ਾਦ ਧਰਮ ਤੇ ਨਹੀਂ ਜਾਂਦੇ, ਫਿਰ ਅਸੀਂ ਇਹ ਦੇਖ ਕੇ ਲਾ ਰਹੇ ਹਾਂ ਵੀ ਮੁੱਖ ਮੰਤਰੀ ਕੌਣ ਲਾਣਾ, 2022 ਸਾਨੂੰ ਫਾਇਦਾ ਕਿੱਥੋਂ ਹੋਣਾ ਹੈ, ਜਾਂ ਫਿਰ ਕਿਹੜਾ ਬੰਦਾ ਸਾਡੀ ਗੱਲ ਸੁਣੇਗਾ। ਅਸੀਂ ਅੱਜ ਉਹਨੂੰ ਲਾ ਦਈਏ, ਕੱਲ ਨੂੰ ਜੇ ਲਾਲਾ ਵੀ ਪੈ ਜਾਵੇ ਤਾਂ ਸਾਡੀ ਗੱਲ ਸੁਣ ਲਵੇ। ਮਤਲਬ ਇਹ ਚੀਜ਼ਾਂ ਨੂੰ ਸਾਨੂੰ ਮਤਲਬ ਆਮ ਜਿਹੜੇ ਲੋਕ ਨੇ ਪੰਜਾਬ ਦੇ ਜਾਂ ਦੇਸ਼ ਦੇ, ਉਹਨਾਂ ਨੂੰ ਇਸ ਗੱਲ ਨੂੰ ਸੋਚਣਾ ਪੈਣਾ ਕਿ ਕਦੋਂ ਤੱਕ ਅਸੀਂ ਸਿਰਫ ਸਿਆਸੀ ਲੋਕਾਂ ਦੇ ਸਿਆਸੀ ਲਾਹੇ ਦੇ ਲਈ ਆਪਸ ਵਿੱਚ ਲੜਦੇ ਰਹਾਂਗੇ, ਕਦੋਂ ਤੱਕ ਅਸੀਂ ਉਹਨਾਂ ਦੇ ਜਿਹੜੇ ਇੱਕ ਝੂਠੇ ਪ੍ਰੋਪੇਗੈਂਡਾ ਹੈ ਉਹਨਾਂ ਦਾ ਸ਼ਿਕਾਰ ਹੁੰਦੇ ਰਹਾਂਗੇ। ਮੈਂ ਸ਼ਿਕਾਰ ਹੀ ਕਹਾਂਗਾ ਕਿਉਂਕਿ ਮੈਨੂੰ ਲੱਗਦਾ ਕਿ ਇੱਥੇ ਕਿੱਦਾਂ ਪੈਦਾ ਹੋਇਆ ਹੋਣਾ ਹੈ ਉਹਨਾਂ ਦੇ ਕੁਝ ਨਿੱਜੀ ਆਪਣੇ ਚਹੇਤਿਆਂ ਤੋਂ ਇਲਾਵਾ। ਜੀ ਠਾਕੁਰ ਜੀ, ਜੇ ਪੰਜਾਬ ਦੀ ਗੱਲ ਕਰੀਏ ਤਾਂ ਜਿਹੜੇ ਆંકੜੇ ਹੈਗੇ ਆ ਬੇਰੁਜ਼ਗਾਰੀ ਦੇ ਦਿਨ ਬ ਦਿਨ ਵਧੇ ਆ। ਚਾਹੇ ਉਹ ਪੁਲਿਸ ਭਰਤੀ ਦੀ ਗੱਲ ਕਰ ਲਈਏ, ਚਾਹੇ ਪਟਵਾਰੀ ਦੇ ਪੇਪਰ ਗੱਲ ਕਰ ਲਈ, 1100 ਪਟਵਾਰੀ ਰੱਖਣੇ ਆ ਪੰਜਾਬ ਚ ਢਿੱਲੋਂ ਸਾਹਿਬ, ਤੇ 7.5 ਲੱਖ ਬੱਚਿਆਂ ਨੇ ਪੇਪਰ ਦਿੱਤਾ। 7.5 ਲੱਖ ਬੱਚਿਆਂ ਨੇ ਵੀ ਆਪਾਂ ਜੇ ਗੱਲ ਕਰੀਏ ਤਾਂ 1 ਲੱਖ ਦੇ ਮਗਰ 100 ਬੱਚਾ ਵੀ ਨਹੀਂ ਆਉਂਦਾ। ਜੇ ਅੱਜ ਦੇ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਤੇ 99,900 ਬੱਚਾ ਘਰੇ ਮੁੜੂਗਾ। ਪੰਜਾਬ ਕਿਹੜੇ ਪਾਸੇ ਜਾ ਰਿਹਾ? ਪੰਜਾਬ ਦੇ ਕੀ ਹਾਲਾਤ ਬਣ ਰਹੇ ਆ ਬੇਰੁਜ਼ਗਾਰੀ ਨੂੰ ਲੈ ਕੇ? ਕੈਪਟਨ ਸਾਹਿਬ ਪਹਾੜਾਂ ਤੇ ਚੜ੍ਹ ਕੇ, ਸਿੱਧੂ ਸਾਹਿਬ ਪਾਵਰ ਸੈਂਟਰ ਬਣਨ ਨੂੰ ਫਿਰਦੇ ਆ। ਹੋ ਸਕਦਾ ਹੈ ਪੰਜਾਬ ਦੇ ਵਿੱਚ ਦਲਿਤ ਮੁੱਖ ਮੰਤਰੀ ਬਣਾ ਕੇ ਤੇ ਵੋਟਾਂ ਦੀ ਰਾਜਨੀਤੀ ਕਰਕੇ ਪ੍ਰਸ਼ਾਂਤ ਕਿਸ਼ੋਰ ਦੁਬਾਰਾ ਕਾਂਗਰਸ ਨੂੰ ਸਟੈਂਡ ਕਰਨ 'ਚ ਕਾਮਯਾਬ ਹੋ ਜਾਣ। ਕੀ ਪੰਜਾਬ ਦੀ ਇਹ ਸਵਾਲ ਇਸ ਗੱਲ ਦਾ, ਪੰਜਾਬ ਦੇ ਮੁੱਦੇ ਸਵਰੇ, ਪੰਜਾਬ ਦਾ ਕਰਜ਼ਾ ਲੱਥਿਆ, ਪੰਜਾਬ ਦਾ ਕਿਸਾਨ ਖੁਸ਼ਹਾਲ ਹੋਇਆ, ਪੰਜਾਬ ਦੇ ਨੌਜਵਾਨ ਨੌਕਰੀ ਲੱਗੇ, ਕਿ ਪੰਜਾਬ ਦੇ ਆਮ ਘਰ ਸੁਖੀ ਹੋਏ? ਇਹ ਸਵਾਲ ਬਹੁਤ ਵੱਡੇ ਨੇ। ਵੀ ਇਹੀ ਸਵਾਲ 2017 ਚ ਸੀਗੇ ਜਦੋਂ ਕਾਂਗਰਸ ਨੇ ਪਾਵਰ ਚ ਆਉਣਾ ਸੀ, ਇਹੀ ਸਵਾਲ 2022 ਚ ਨੇ। ਚਾਹੇ ਕੈਪਟਨ ਸਾਹਿਬ ਤੇ ਸਾਰਾ ਭਾਂਡਾ ਫੋੜਤਾ ਵੀ ਕੈਪਟਨ ਸਾਹਿਬ ਨਿਕੰਮੇ ਸੀਗੇ, ਇਹਨਾਂ ਨੇ ਕੁਛ ਨਹੀਂ ਕੀਤਾ, ਤੇ ਕੈਪਟਨ ਸਾਹਿਬ ਦਾ ਲਲਕਾਰ ਕੇ ਕਹਿ ਰਹੇ ਆ ਕਰ ਦਿਓ ਮਜੀਠੀਆ ਅੰਦਰ, ਜੇ ਤੁਹਾਡੇ ਕੋਲ ਹੁਣ ਸਰਕਾਰ ਹੈ ਕਰ ਦਿਓ ਬਿਜਲੀ ਦੇ ਬਿੱਲ ਰੱਦ, ਕਿਉਂਕਿ ਕੈਪਟਨ ਸਾਹਿਬ ਵੀ ਐਡੇ ਕਮਲੇ ਨਹੀਂ ਗੇ। ਕੈਪਟਨ ਸਾਹਿਬ ਵੀ ਦੂਨ ਤੋਂ ਪੜ੍ਹ ਕੇ ਆਏ ਹੋਏ ਆ, ਕੈਪਟਨ ਸਾਹਿਬ ਵੀ ਫੌਜ ਚ ਰਹੇ ਆ, ਕੈਪਟਨ ਸਾਹਿਬ ਦੇ ਸਲਾਹਕਾਰ ਇੰਨੇ ਮਾੜੇ ਨਹੀਂ ਹੋ ਸਕਦੇ ਵੀ ਉਹ ਪੰਜਾਬ ਦੇ ਭਵਿੱਖ ਨਾਲ ਖੇਡ ਜਾਣ। ਯਕੀਨਨ ਤੌਰ ਤੇ ਮੈਂ ਕਹਿ ਸਕਦਾ ਉਹਨਾਂ ਜਿਹੜੇ ਟਰਮੀਨੇਸ਼ਨ ਆਫ ਲਾਅ ਨੇ ਉਹਨਾਂ 'ਚ ਕੋਈ ਬਹੁਤ ਵੱਡੀਆਂ ਕਲੌਜ਼ ਹੋਣਗੀਆਂ ਜਿਹੜੀਆਂ ਪੰਜਾਬ ਸਰਕਾਰ ਅੱਜ ਜੇ ਕੈਬਨਿਟ 'ਚ ਫੈਸਲਾ ਕਰ ਵੀ ਦੇਵੇ ਤਾਂ ਉਹ ਸੁਪਰੀਮ ਕੋਰਟ ਜਾਣ ਤੇ ਨਾਲ ਦੇ ਨਾਲ ਉਹ ਫੈਸਲੇ ਸਟੇ ਹੋ ਜਾਣਗੇ। ਯਕੀਨਨ ਤੌਰ ਤੇ ਮੈਂ ਤੁਹਾਨੂੰ ਦੱਸ ਦਿਆਂ ਜਿਹੜਾ ਇੰਨੇ ਏਜੀ ਬਦਲਣ ਦੀ ਪ੍ਰਕਿਰਿਆ ਚੱਲ ਰਹੀ ਹੈ, ਕਾਨੂੰਨਨ ਤੌਰ ਤੇ ਕਿਸੇ ਸਿਆਣੇ ਨੇ ਜਦੋਂ ਫਾਈਲ ਪੜ੍ਹੀ ਹੋਣੀ ਹੈ, ਜੇ ਕੈਬਨਿਟ ਫੈਸਲਾ ਕਰ ਵੀ ਦੇਵੇ ਵੀ ਅਸੀਂ ਬਿਜਲੀ ਸਸਤੀ ਦੇਵਾਂਗੇ, ਅਸੀਂ ਇਹ ਸਮਝੌਤੇ ਰੱਦ ਕਰਦੇ ਹਾਂ, ਤਾਂ ਮੈਂ ਫਾਈਲ ਤਾਂ ਨਹੀਂ ਪੜ੍ਹੀ ਪਰ ਮੈਂ ਕਹਿ ਸਕਦਾ ਵੀ ਜੋ ਕਾਨੂੰਨ ਦੇ ਉਹ ਸਰਕਾਰਾਂ ਨੇ ਉਹ ਜਿਹੜੇ ਸਮਝੌਤੇ ਕੀਤੇ ਹੋਣਗੇ ਉਹ ਯਕੀਨਨ ਤੌਰ ਤੇ ਜਾ ਕੇ ਸੁਪਰੀਮ ਕੋਰਟ ਸਟੇ ਹੋ ਜਾਣਗੇ। ਸਰਕਾਰ ਦਾ ਫੈਸਲਾ, ਜਿਵੇਂ ਉਹ ਪਾਣੀਆਂ ਦੀ ਗੱਲ ਹੋਈ ਸੀ, ਕੈਪਟਨ ਸਾਹਿਬ ਨੇ ਕਿਹਾ ਸੀਗਾ ਵੀ ਮੈਂ ਜਿਹੜਾ ਹੈਗਾ ਰੱਦ ਕਰਦਾ, ਜਿਹੜਾ ਪਾਣੀ ਦਾ ਸਮਝੌਤਾ ਸੀ ਹਰਿਆਣੇ ਨਾਲ, ਉਹ ਸੁਪਰੀਮ ਕੋਰਟ ਜਾ ਕੇ ਫਿਰ ਹਰਿਆਣੇ ਦੇ ਹੱਕ 'ਚ ਹੋਇਆ ਸੀ। ਇਸ ਕਰਕੇ ਬੀਜੇਪੀ ਜਿਹੜੀ ਹੈਗੀ ਹੈ ਉਹ ਭਾਵੇਂ ਇੱਥੋਂ ਜੋ ਮਰਜ਼ੀ ਕਰਨੇ ਕੈਬਨਿਟ ਜਾ ਕੇ ਸੁਪਰੀਮ ਕੋਰਟ 'ਚੋਂ ਫਿਰ ਜਿਹੜੇ ਫੈਸਲੇ ਕੈਬਨਿਟ ਦੇ ਸਟੇ ਹੋ ਜਾਣਗੇ, ਮੈਂ ਤੁਹਾਨੂੰ ਯਕੀਨਨ ਤੌਰ ਤੇ ਕਹਿ ਸਕਦਾ। ਇਸ ਕਰਕੇ ਜਿਹੜੇ ਏਜੀ ਅਤੁਲ ਨੰਦਾ ਸੀਗੇ, ਚਾਹੇ ਉਹ ਰਜੀਮਾ ਹਕੀਮ ਸੀ, ਉਹਨਾਂ ਦੀ ਵਾਈਫ ਪਤਨੀ ਸੀ, ਜਾਂ ਸੀਨੀਅਰ ਲਾਇਰ ਉੱਥੇ ਬਹੁਤ ਐਡੀਸ਼ਨਲ ਏਜੀ ਲੱਗੇ ਹੋਏ ਆ, ਬਾਜਵਾ ਸਾਹਿਬ ਵਰਗੇ, ਮੋਨਿਕਾ ਜਲੋਟਾ ਨੇ, ਸੀਤਾ ਨੇ, ਮੈਨੂੰ ਨਹੀਂ ਲੱਗਦਾ ਵੀ ਇੰਨੀ ਲੀਗਲ ਟੀਮ ਇੰਨੀ ਕਮਲੀ ਹੋਊਗੀ, ਕਿਉਂਕਿ ਸਾਰੇ ਵਧੀਆ ਘਰਾਣਿਆਂ ਤੋਂ ਆਉਂਦੇ ਆ। ਜਿਹੜੇ ਵਾਰ-ਵਾਰ ਏਜੀ ਵੀ ਜਿਹੜਾ ਬੈਠੂਗਾ ਉਹ ਬਹੁਤ ਵੱਡਾ ਮੁੱਖ ਮੰਤਰੀ ਦੇ ਨਾਲ ਬਹੁਤ ਕੰਡਿਆਂ ਦਾ ਤਾਜ ਹੋਊਗਾ, ਕਿਉਂਕਿ ਦੀਵਾਲੀ ਦੀਆਂ ਛੁੱਟੀਆਂ ਆਉਣ ਵਾਲੀਆਂ, ਦਸੰਬਰ ਦੀਆਂ ਛੁੱਟੀਆਂ ਆਉਣ ਵਾਲੀਆਂ। ਜਦੋਂ ਦਸੰਬਰ ਦੀਆਂ ਛੁੱਟੀਆਂ ਮਨਾ ਕੇ ਅਸੀਂ ਦੁਬਾਰਾ ਕੋਰਟ 'ਚ ਜਾਵਾਂਗੇ ਤਾਂ ਯਕੀਨਨ ਤੌਰ ਤੇ ਤੱਕ ਇਲੈਕਸ਼ਨ ਕੋਡ ਲੱਗ ਚੁੱਕਿਆ ਹੋਊਗਾ। ਸਰਕਾਰ ਕੋਲੇ ਜਵਾਬ ਦੇਣ ਦਾ ਕੁਛ ਨਹੀਂ, ਸਮਾਂ ਬਹੁਤ ਘੱਟ ਰਹਿ ਗਿਆ। ਅੱਜ ਸਤੰਬਰ
30 27 ਹੋ ਗਈ 26 ਹੋ ਗਈ, ਸਵੇਰੇ 27 ਹੋ ਜਾਣੀਆਂ। ਆਹ ਮਹੀਨਾ ਤਾਂ ਲੰਘ ਗਿਆ ਵੈਸੇ ਹੀ। ਅਕਤੂਬਰ ਤੇ ਨਵੰਬਰ 2 ਮਹੀਨੇ, 2 ਮਹੀਨੇ ਦੀਵਾਲੀ ਦੀਆਂ ਛੁੱਟੀਆਂ ਆਉਣੀਆਂ ਤੁਹਾਨੂੰ। ਅਕਤੂਬਰ ਦੇ ਮਹੀਨੇ, ਨਵੰਬਰ ਦੇ ਮਹੀਨੇ 'ਚ ਤੁਸੀਂ ਘੱਟੋ ਘੱਟ ਵੀ 15 ਦਿਨ ਛੁੱਟੀਆਂ ਅਲੱਗ-ਅਲੱਗ ਉਹਦੇ ਵਿੱਚ ਫੈਸਟੀਵਲਸ ਨੇ। ਫਿਰ ਦੀਵਾਲੀ ਛੁੱਟੀਆਂ ਵੀਕ ਆਉਂਦੀਆਂ। ਸਿਰਫ 1 ਮਹੀਨੇ ਦਾ ਸਮਾਂ, ਮੇਰੇ ਹਿਸਾਬ ਨਾਲ ਸਿਰਫ 1 ਮਹੀਨੇ ਦਾ ਸਮਾਂ। ਇੱਕ ਹਾਈ ਕੋਰਟ ਵਿਖੇ ਕੋਈ ਕੰਟੀਨਿਊ ਹੀਅਰਿੰਗ ਨਹੀਂ ਪੈਂਦੀ। 1 ਤਰੀਕ ਜਿਹੜੀ ਹੈ ਇਹ ਪਲੀਡ ਕਰਨਗੇ, ਉਹ ਜਾ ਕੇ ਜਨਵਰੀ 'ਚ ਪਊਗੀ। ਜਿਹੜੀਆਂ ਦਸੰਬਰ ਛੁੱਟੀਆਂ ਤੋਂ ਬਾਅਦ ਜਾਂ ਦੀਵਾਲੀ ਤੋਂ ਬਾਅਦ ਪਊਗੀ। ਇਸ ਕਰਕੇ 1 ਤਰੀਕ ਦੇ ਵਿੱਚ ਜਿਹੜੇ ਇਹ ਕੰਮ ਕਰਨਾ ਚਾਹੁੰਦੇ ਆ, ਚਾਹੇ ਉਹ ਉਮਰਾ ਨੰਗਲ ਦਾ ਮੁੱਦਾ ਹੈ, ਚਾਹੇ ਉਹ ਬਰਗਾੜੀ ਕੇਸ ਆ, ਚਾਹੇ ਬਿਕਰਮ ਸਿੰਘ ਮਜੀਠੀ ਜੀ ਡਰੱਗ ਕੇਸ ਦੀਆਂ ਉੱਥੇ ਬੰਦ ਲਿਫਾਫੇ ਪਏ ਆ, 1-2 ਤਰੀਕਾਂ 'ਚ ਕੋਈ ਵੀ ਇਹ ਜੀ ਪੰਜਾਬ ਦਾ ਉਹ ਮਸਲਾ ਹੱਲ ਨਹੀਂ ਕਰ ਸਕੂਗਾ। ਮੈਂ ਯਕੀਨਨ ਤੌਰ ਤੇ ਕਹਿ ਸਕਦਾ। ਹੋ ਸਕਦਾ ਇਹ ਜੀ ਸਾਹਿਬ 2-4 ਮਹੀਨੇ ਵੱਡੀਆਂ ਕੋਠੀਆਂ, ਗਨਮੈਨਾਂ ਦੀਆਂ ਫੈਸਿਲਿਟੀਆਂ ਤੇ ਪੀਏ ਪੂਏ ਲੈ ਕੇ ਤੇ ਤਨਖਾਹ ਦਾ ਲੈ ਜਾਣ, ਪਰ ਪੰਜਾਬ ਦਾ ਭਵਿੱਖ ਮੈਨੂੰ ਨਹੀਂ ਲੱਗਦਾ ਵੀ ਇਸ ਪੁਆਇੰਟ ਤੇ ਆ ਕੇ ਕੋਈ ਪੰਜਾਬ ਦਾ ਭਵਿੱਖ ਸੌਖੇ ਤਰੀਕੇ ਨਾਲ ਸਵਾਰ ਸਕੇਗਾ। ਇਹ ਮੇਰਾ ਆਪਣਾ ਮੰਨਣਾ। ਜੀ ਬਿਲਕੁਲ। ਭਾਜੀ ਇੱਕ ਜਿਹੜੀ ਹੁਣ APS ਗੋਲ ਸਾਹਿਬ ਦੀ ਨੂੰ ਐਡਵੋਕੇਟ ਜਨਰਲ ਲਾਉਣ ਦੀ ਜਿਹੜੀ ਗੱਲ ਚੱਲ ਰਹੀ ਹੈ ਜਾਂ ਕਿਹਾ ਜਾ ਰਿਹਾ ਵੀ ਲਾ ਦਿੱਤਾ ਗਿਆ ਹੈ, ਜਿਹੜੀਆਂ ਗੱਲਾਂ ਹੋ ਰਹੀਆਂ ਨੇ, ਇੱਕ ਭਗਵੰਤ ਮਾਨ ਸਾਹਿਬ ਦਾ ਇੱਕ ਫੈਨ ਕਲੱਬ ਪੇਜ ਹੈਗਾ ਭਗਵੰਤ ਮਾਨ ਫੈਨ ਕਲੱਬ ਕਰਕੇ, ਉਹਨਾਂ ਨੇ ਇੱਕ ਖਾਸ ਤੌਰ ਤੇ ਪੋਸਟ ਵੀ ਸ਼ੇਅਰ ਕੀਤੀ ਹੈ ਤੇ ਲਿਖਿਆ ਹੈ APS ਗੋਲ ਜੋ ਕਿ ਪਿਛਲੇ ਸਮੇਂ ਤੋਂ ਹੀ ਸਰਕਾਰ ਦੇ ਉਲਟ ਬਰਗਾੜੀ ਕੇਸ ਵਿੱਚ ਸੁਮੇਧ ਸੈਣੀ ਦੀ ਮਦਦ ਕਰਦਾ ਰਿਹਾ ਤੇ ਕੋਰਟ ਤੋਂ ਸੁਮੇਧ ਸੈਣੀ ਨੂੰ ਬੇਲ ਕਰਵਾਉਂਦਾ ਰਿਹਾ। ਹੁਣ ਪੰਜਾਬ ਸਰਕਾਰ ਅਜਿਹੇ ਵਿਅਕਤੀ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਲਗਾ ਕੇ ਕੀ ਸਾਬਿਤ ਕਰਨਾ ਚਾਹੁੰਦੀ ਹੈ? ਇਹ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਹੋ ਰਿਹਾ ਹੈ। ਇੱਕ ਪਾਸੇ ਪੰਜਾਬ ਕਾਂਗਰਸ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਬਰਗਾੜੀ ਮਾਮਲੇ ਤੇ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਉਂਦੀ ਹੈ ਤੇ ਦੂਜੇ ਪਾਸੇ ਅਜਿਹੇ ਵਿਅਕਤੀਆਂ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਲਗਾ ਰਹੀ ਹੈ ਜੋ ਉਸ ਬਰਗਾੜੀ ਕਾਂਡ ਦੇ ਮੁੱਖ ਦੋਸ਼ੀ ਸਨ। ਇਹ ਉਸ ਪੇਜ ਨੇ ਆਪ ਦੇ ਵੱਲੋਂ ਪੋਸਟ ਪਾਈ ਹੈ। ਲੇਕਿਨ ਭਾਜੀ ਵੱਡਾ ਸਵਾਲ ਤਾਂ ਖੜਾ ਹੁੰਦਾ ਹੈ, ਜਿਵੇਂ ਇਸ ਪੋਸਟ ਵਿੱਚ ਵੀ ਕਿਹਾ ਤੇ ਅਸੀਂ ਸਾਰੇ ਜਾਣਦੇ ਵੀ ਹਾਂ ਵੀ ਸੀਨੀਅਰ ਐਡਵੋਕੇਟ ਨੇ APS ਦਿਓ ਤੇ ਇਹ ਵੀ ਗੱਲ ਬਿਲਕੁਲ ਜਿਹੜੀ ਹੈਗੀ ਹੈ ਗੌਰ ਕਰਨ ਵਾਲੀ ਹੈ ਕਿ ਮੇਰੇ ਖਿਆਲ 2 ਦਿਨ ਪਹਿਲਾਂ ਹੀ ਇਸ ਮਾਮਲੇ ਦੇ ਜਿਹੜੇ ਮੁਲਜ਼ਮ ਨੇ ਸਾਬਕਾ DGP ਸੁਮੇਧ ਸੈਣੀ ਤੇ ਸਾਬਕਾ IG ਪਰਮਰਾਜ ਸਿੰਘ ਨੰਗਲ ਉਹਨਾਂ ਦੇ ਕੇਸਾਂ ਦੇ ਵਿੱਚ ਉਹ ਵਕੀਲ ਦੇ ਤੌਰ ਤੇ ਪੇਸ਼ ਵੀ ਹੋਏ ਨੇ ਤੇ ਉਹਨਾਂ ਦੇ ਇੱਕ ਪਾਸੇ ਪੇਸ਼ੀ ਉਹਨਾਂ ਦੇ ਬਤੌਰ ਵਕੀਲ ਪੇਸ਼ ਹੋਣਾ, ਦੂਜੇ ਪਾਸੇ ਮਤਲਬ ਕਿ ਉਹਨਾਂ ਦੇ ਵਕੀਲ ਦੇ ਤੌਰ ਤੇ ਪੇਸ਼ ਹੋਣ ਦੇ ਨਾਲੋਂ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੇ ਉਲਟ ਪੇਸ਼ ਹੋਣਾ ਤੇ ਹੁਣ ਪੰਜਾਬ ਸਰਕਾਰ ਜਿਹੜੇ ਸੀਨੀਅਰ ਐਡਵੋਕੇਟ ਉਹਨਾਂ ਦੇ ਖਿਲਾਫ ਪੇਸ਼ ਹੋਏ ਨੇ ਉਹਨਾਂ ਨੂੰ ਉਹ ਇੱਕ ਵੱਡੇ ਅਹੁਦੇ ਦੇ ਨਾਲ ਨਵਾਜ਼ਣ ਜਾ ਰਹੀ ਹੈ। ਇਸ ਮੈਥਮੈਟਿਕਸ ਨੂੰ ਜਾਂ ਇਸ ਫਾਰਮੂਲੇ ਨੂੰ ਕਿਵੇਂ ਸਮਝਿਆ ਜਾਵੇ? ਜੀ ਠਾਕੁਰ ਜੀ, ਮੇਰੇ ਨਾਲ ਕਾਲਰ ਨੇ 2, ਕੁਲਦੀਪ ਜੀ ਔਰ ਵੀਰਪ੍ਰੀਤ ਜੀ। ਕੁਲਦੀਪ ਜੀ ਸਤਿ ਸ਼੍ਰੀ ਅਕਾਲ ਤਿੰਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਠਾਕਰ ਸਾਹਿਬ ਤੇ ਵਕੀਲ ਸਾਹਿਬ ਵੀ ਜਵਾਬ ਦੇਣ ਦੱਸਣ ਮੈਨੂੰ ਮਾੜਾ ਜਿਹਾ। ਜਿੱਦਾਂ ਸੁਮੇਧ ਸੈਣੀ ਤੇ ਹਾਈ ਕੋਰਟ ਨੇ ਇਲੈਕਸ਼ਨਾਂ ਤੱਕ ਰੋਕ ਲਾਤੀ ਗ੍ਰਿਫਤਾਰੀ ਤੇ ਕੀ ਇਹ ਜਿਹੜੀ ਹੁਣ ਗਵਰਨਮੈਂਟ ਹੈ, ਸੈਣੀ ਸਾਹਿਬ ਨੇ ਭਾਵੇਂ ਸਿੱਧੂ ਸਾਹਿਬ ਨੇ, ਤੇ ਕੀ ਇਹ ਮਜੀਠੀਆ ਤੇ ਬਾਦਲ ਪਰਿਵਾਰ ਨੂੰ ਇਹ ਕਾਨੂੰਨੀ ਤੌਰ ਤੇ ਇਹਨਾਂ ਨੂੰ ਕੁਝ ਅਰੈਸਟ ਕਰ ਸਕਦੇ ਨੇ? ਇਹ ਦੱਸਿਓ। ਤੇ ਦੂਸਰਾ, ਇਹ ਸਿੱਧੂ ਤੇ ਚੰਨੀ, ਕਿਉਂਕਿ ਆਪਸ ਚ ਸਿੱਧੂ ਸਾਹਿਬ ਨੇ ਕਦੀ ਲਾ ਕੇ ਤੇ ਕਿਸੇ ਨਾਲ ਖਾਧੀ ਨਹੀਂ, ਤੇ ਕਿੰਨਾ ਕੁ ਟਾਈਮ ਇਹਨਾਂ ਦਾ ਰਿਲੇਸ਼ਨ ਵਧੀਆ ਰਹੇਗਾ? ਮਿਹਰਬਾਨੀ ਜੀ। ਦੂਜਾ ਸਵਾਲ ਬੜਾ ਚੰਗਾ ਕੀਤਾ ਸਰ ਨੇ। ਢਿੱਲੋਂ ਸਾਹਿਬ, ਮੈਂ ਯਕੀਨਨ ਤੌਰ ਤੇ ਕਹਿ ਸਕਦਾ ਅੱਜ ਮੰਤਰੀ ਮੰਡਲ ਨੂੰ ਲੈ ਕੇ ਜਿਹੜਾ ਆਪਸ ਚ ਚੰਨੀ ਤੇ ਸਿੱਧੂ ਦਾ ਪਤਾ ਲੱਗਿਆ, ਆਪਸ ਥੋੜਾ ਜਿਹਾ ਗਰਮਾ ਗਰਮੀ ਹੋਈ ਹੈ। ਮੈਨੂੰ ਲੱਗਦਾ ਨਹੀਂਗਾ ਵੀ ਲੰਮੀ ਜਿਹੜੀ ਕਹਾਣੀ ਰਿਝੂਗੀ ਲੰਮਾ, ਕਿਉਂਕਿ ਮੁੱਖ ਮੰਤਰੀ ਜਦੋਂ ਬਣ ਜਾਂਦਾ ਉਹ ਆਪਦੇ ਫੈਸਲੇ ਲੈਣ ਸੁਤੰਤਰ ਹੁੰਦਾ, ਆਪਦੇ ਇੰਡੀਪੈਂਡੈਂਟ ਹੁੰਦਾ। ਪਰ ਸਿੱਧੂ ਸਾਹਿਬ ਤਾਂ ਕਹਿੰਦੇ ਮੈਂ ਤੈਨੂੰ ਰੱਖਿਆ, ਤੂੰ ਮੇਰੇ ਹਿਸਾਬ ਨਾਲ ਚੱਲਣਾ। ਇਸ ਕਰਕੇ ਯਕੀਨਨ ਤੌਰ ਤੇ ਇਹ ਜੋੜੀ ਲੰਮੀ ਚੱਲਣ ਵਾਲੀ ਨਹੀਂ ਗੀ, ਕਿਉਂਕਿ ਮੁੱਖ ਮੰਤਰੀ ਹੈ, ਪ੍ਰਧਾਨ ਹੈ। ਇਸ ਕਰਕੇ ਮੈਂ ਤੁਹਾਨੂੰ ਕਹਿਦਾ ਵੀ ਇਹਦੇ ਰਿਜ਼ਲਟ ਤਾਂ ਕੈਪਟਨ ਸਾਹਿਬ ਦਾ ਵੇਟ ਹੀ ਇਹ ਕਰ ਰਹੇ ਨੇ ਪਹਾੜਾਂ ਤੇ ਜਾ ਕੇ ਵੀ ਆ ਕੋਈ ਨਹੀਂ, ਮੈਨੂੰ ਤਾਂ ਲਾਹ ਤਾ ਪੁੱਤ, ਤੂੰ ਵੀ ਲੱਥਿਆ। ਇਸ ਕਰਕੇ ਕੈਪਟਨ ਸਾਹਿਬ ਦਾ ਵਧੀਆ ਸਮਾਂ ਗੁਜ਼ਾਰ ਕੇ ਇਹਦੇ 'ਚ ਕੋਈ ਵਧੀਆ ਰਿਜ਼ਲਟ ਆਉਣ ਵਾਲੇ ਨਹੀਂ, ਜਿਹੜੇ ਮੇਰੇ ਕਾਲਰ ਸਾਹਿਬ ਨੇ ਪੁੱਛਿਆ। ਬਾਕੀ ਦੂਜੀ ਗੱਲ ਜਿਹੜੀ ਤੁਸੀਂ ਸੈਣੀ ਸਾਹਿਬ ਵਾਲੀ ਗੱਲ ਕੀਤੀ, ਸੈਣੀ ਸਾਹਿਬ ਦੇ ਹੱਥ ਬਹੁਤ ਲੰਮੇ ਨੇ। ਮੈਨੂੰ ਏਅਰ ਤੇ ਇਹੋ ਜਿਹੀਆਂ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ। ਜਿਹੜਾ ਆਰਡਰ ਉਹਨਾਂ ਨੇ ਕਰਵਾਇਆ
ਉਹ ਬਹੁਤ ਵੱਡੀ ਬੈਕਡੋਰ ਅਪਰੋਚ ਨਾਲ ਹੋਇਆ ਹੋਣਾ, ਨਹੀਂ ਤਾਂ ਮੈਂ ਕਦੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਆਰਡਰ ਨਹੀਂ ਵੇਖਿਆ। ਤੇ ਕਿਉਂਕਿ ਕੈਪਟਨ ਸਾਹਿਬ ਦਾ ਪਹਿਲਾਂ ਹੀ ਬਾਟੀ ਮਾਂਜ ਗਏ, ਉਮਰਾ ਨੰਗਲ ਸਾਹਿਬ ਪਹਿਲਾਂ ਹੀ ਬੇਲ ਤੇ ਬਾਹਰ ਆ ਗਏ, 19 ਜਿਹੜੇ ਬੰਦੇ ਇਹਨਾਂ ਨੇ ਅਰੈਸਟ ਕੀਤੇ ਸੀ ਉਹ ਬਾਹਰ ਆ ਗਏ, 32 ਗਵਾਹ ਬਾਹਰ ਆ ਗਏ, ਔਰ ਜਿਹੜੇ ਕੁੰਵਰ ਵਿਜੇ ਪ੍ਰਤਾਪ ਸੀਗੇ ਉਹ ਜਾ ਕੇ ਉੱਥੇ ਆਮ ਆਦਮੀ ਜੁਆਇਨ ਕਰਕੇ ਵੀ ਮੈਨੂੰ ਕੋਈ ਟਾਰਗੇਟ ਕਰੂਗਾ ਤਾਂ ਮੈਂ ਛਿੱਤਰਾਂ ਤੋਂ ਬਚ ਜੂਗਾ। ਐਸੇ ਕਰਕੇ ਹੁਣ ਤਾਂ ਸਿਰਫ ਗੱਲਾਂ ਦਾ ਕੜਾ, ਜਿੰਨਾ ਮਰਜ਼ੀ ਬਣਾ ਲੈਣੇ, ਜੋ ਮਰਜ਼ੀ ਕਰ ਲੈਣ। ਕੈਪਟਨ ਸਾਹਿਬ ਤਾਂ ਰੋਜ਼-ਰੋਜ਼ ਲਲਕਾਰੇ ਮਾਰਦੇ ਆ ਵੀ ਹੁਣ ਤਾਂ ਇਹਨਾਂ ਕੋਲੇ ਪਾਵਰ ਹੈ, ਮਜੀਠੀਆ ਅੰਦਰ ਕਰ ਲੈਣ। ਉਹ ਜਿਹੜੀ ਬੰਦ ਲਿਫਾਫਾ, ਸੀਲ ਬੰਦ ਲਿਫਾਫਾ ਰਿਪੋਰਟ ਹੈ, ਉਹ ਕਦੋਂ ਖੁੱਲੂਗੀ, ਉਹਦੀ ਕੌਣ ਕਿਹੜਾ ਹੈ ਜੀ ਐਪਲੀਕੇਸ਼ਨ ਲਾਊਗਾ, ਕਦੋਂ ਬੈਂਚ ਤੇ ਸੁਣਵਾਈ ਤੇ ਆਊਗੀ, ਕਦੋਂ ਉਹ ਨੋਟਿਸ ਹੋਊਗਾ, ਕਦੋਂ ਡਿਫੈਂਡ ਹੋਊਗਾ। ਇਸ ਕਰਕੇ ਜਿੰਨੇ ਵੀ ਮੁੱਦੇ ਨੇ ਪੰਜਾਬ ਦੇ, 2 ਮੁੱਦੇ ਹੱਲ ਹੋ ਸਕਦੇ ਆ। ਸਿਰਫ ਰੇਤਾ ਸਸਤਾ ਹੋ ਸਕਦਾ ਹੈ, ਦੂਜਾ ਮੁੱਦਾ ਬਿਜਲੀ ਜਿਹੜੀ ਹੈਗੀ ਹੈ ਉਹ ਆਮ ਪਬਲਿਕ ਨੂੰ ਕਹਿ ਸਕਦੇ ਆ ਵੀ ਅਸੀਂ ਇੰਨੇ ਯੂਨਿਟ ਮਾਫ ਕਰਾਂਗੇ, ਉਸ ਤੋਂ ਬਾਅਦ ਬਿੱਲ ਆਊਗਾ, ਚਲੋ ਬਾਅਦ ਜਿਹੜਾ ਕਰਜ਼ਾ ਪੰਜਾਬ ਦਾ ਜਿਹੜਾ ਚੜੂਗਾ ਦੇਖਿਆ ਜਾਊਗਾ। ਨਾ ਤਾਂ ਹੁਣ PPSC ਥਰੂ ਕੋਈ ਭਰਤੀਆਂ ਹੋ ਸਕਦੀਆਂ, ਨਾ ਕੋਈ ਹੁਣ ਆਪਾਂ ਕਹਿ ਦਈਏ 1 ਲੱਖ ਨੌਕਰੀਆਂ ਦਾ ਵਾਅਦਾ ਕਰਤਾ, 1 ਲੱਖ ਨੌਕਰੀ ਤੁਸੀਂ ਰਿਪੋਰਟ ਕਿਹੜੇ ਡਿਪਾਰਟਮੈਂਟ ਤੋਂ ਮੰਗਾਓਗੇ। ਇਸ ਕਰਕੇ ਸਾਰੇ ਝੂਠ ਦੇ ਪਲੰਦੇ ਨੇ। ਯਕੀਨਨ ਤੌਰ ਤੇ ਮੈਂ ਕਹਿ ਸਕਦਾ ਵੀ ਪੰਜਾਬ ਦਾ ਜਿਹੜੇ ਮੇਨ ਮੁੱਦੇ ਸੀਗੇ, ਬਰਗਾੜੀ ਸੀਗਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੀ ਜਿਹੜੀ ਬੇਦਬੀ ਸੀਗੀ, ਬਿਜਲੀ ਦਾ ਮੁੱਦਾ ਸੀ, ਰੇਤੇ ਦਾ ਮੁੱਦਾ ਸੀ, ਬੇਰੁਜ਼ਗਾਰੀ ਸੀਗੀ ਤੇ ਮਜੀਠੀਆ ਨੂੰ ਅੰਦਰ ਦੇਣਾ, ਮੈਨੂੰ ਨਹੀਂ ਲੱਗਦਾ ਵੀ ਇਹਦੇ ਸਿੱਧੂ ਸਾਹਿਬ ਸਾਰੇ ਕਾਮਯਾਬ ਹੋ ਸਕਣਗੇ। ਜੀ ਮੇਰਾ ਕਾਲਰ ਨੇ ਜੀ ਵਿਰਕ ਜੀ। ਜੀ ਵਿਰਕ ਜੀ। ਹਾਂ ਢਿੱਲੋਂ ਸਾਹਿਬ ਦੇ ਤੁਹਾਡੇ ਦੋਨੋਂ ਜਿਹੜੇ ਸਾਥੀ ਨੇ ਦੋਨੋਂ ਸਤਿ ਸ਼੍ਰੀ ਅਕਾਲ। ਸਰਦਾਰ ਇੰਦਰਜੀਤ ਸਿੰਘ ਜੀ, ਤੁਹਾਡਾ ਮੈਂ ਗੱਲ ਸੁਣਦਾ ਸੀ ਵੀ ਕੈਪਟਨ ਸਾਹਿਬ ਆਹ ਕਰਨਗੇ ਤੇ ਆਹ ਕਰਨਗੇ, ਇਸ ਤਰ੍ਹਾਂ ਕਰਨਗੇ, ਕੱਖ ਨਹੀਂ ਕਰ ਸਕਦੇ, ਇਹਨਾਂ ਨੇ ਆਹ ਕੀਤਾ, ਬੜਾ ਕੁਛ ਕੀਤਾ। ਦੇਖੋ ਪਹਿਲੀ ਟਰਮ ਦੇ ਵਿੱਚ ਇਹਨਾਂ ਨੇ ਬਹੁਤ ਕੰਮ ਕੀਤਾ ਹੈ, ਇਸੇ ਕਰਕੇ 10 ਸਾਲ ਇਹਨਾਂ ਅਕਾਲੀਆਂ ਦੀ ਗਲਤੀ ਨੇ ਜਾਂ ਆਪ ਉਧਰੀ ਨੇ ਉਹਨਾਂ ਨੂੰ ਪਾਵਰ 'ਚ ਲਿਆਂਦਾ ਤੇ ਉਹਨੂੰ ਇੱਕ ਲੀਡਰ ਹੀ ਹੀਰੋ ਮੰਨਿਆ ਗਿਆ। ਇਹ 4.5 ਸਾਲ ਦੇ ਵਿੱਚ ਕੁਛ ਨਹੀਂ ਕੀਤਾ ਕਿ 1.5 ਸਾਲ ਜਾ ਕੇ ਹਾਈ ਕਮਾਂਡ ਨੂੰ ਇਹਨਾਂ ਨੇ ਕਿਹਾ ਵੀ 1.5 ਸਾਲ ਮੈਂ ਕੁਛ ਨਹੀਂ ਕੀਤਾ। ਕੋਈ ਇੱਕ ਮਾਮਲਾ ਜਿਹੜਾ ਹਿੰਦੁਸਤਾਨ ਪੰਜਾਬ ਦੇ ਹੱਕ ਵਿੱਚ ਹੋਵੇ, ਬੇਰੁਜ਼ਗਾਰੀ ਦਾ ਲੈ ਲਓ, ਕਰਪਸ਼ਨ ਦਾ ਲੈ ਲਓ, ਜਾਂ ਮਤਲਬ ਜਿਹੜੇ ਮੇਨ ਮੁੱਦੇ ਸੀਗੇ ਬਰਗਾੜੀ ਦਾ, ਦੂਜੇ ਕੋਈ ਇਹਨਾਂ ਨੇ ਸੋਲਵ ਕੀਤਾ ਹੋਵੇ। ਜਦ ਤੱਕ ਤੁਸੀਂ ਕਿਹਾ ਹੋਵੇ ਜਿਹੜੇ ਦੂਜੇ ਨੇ ਨੰਦਾ ਸਾਹਿਬ ਤੇ ਇਹਨਾਂ ਦੀ ਟੀਮ ਮਾੜੀ ਨਹੀਂ ਸੀ, ਮੈਂ ਕਹਿਣਾ ਉਹਨਾਂ ਨੇ ਸਾਰਿਆਂ ਜਿੰਨੇ ਵੀ ਕੰਮ ਕੀਤੇ ਨੇ, ਜਿੰਨੇ ਵੀ ਕੰਮ ਕਰਵਾਏ ਨੇ, ਇੱਕ ਪਾਸੇ ਲੋਕਾਂ ਨੂੰ ਵਿਖਾਉਂਦੇ ਸੀ ਅਸੀਂ ਕੰਮ ਕਰਨ ਲੱਗੇ ਹਾਂ, ਦੂਜੇ ਪਾਸੇ ਉਸ ਟੀਮ ਨੇ ਮਤਲਬ ਉਸ ਦੇ ਉੱਤੇ ਬਿਲਕੁਲ ਕੰਮ ਹੀ ਨਹੀਂ ਚੱਲਣ ਦਿੱਤਾ। ਜੋ ਕੋਰਟ 'ਚ ਜਾਂਦੇ ਸੀ ਮੂੰਹ ਭਰਨੇ ਡਿੱਗ ਪਏ ਸੀ। ਤੁਸੀਂ ਇੱਕ ਗੱਲ ਦੱਸਿਓ ਮੈਨੂੰ ਵੀ ਜਿਹੜੀ ਬਦਲੀ ਹੈ, ਜੇ 1 2 3 ਕੰਮ ਵੀ ਕਰ ਜਾਂਦੇ ਆ, ਭਾਵੇਂ ਜਿਹੜੇ ਦੂਜੇ ਨੇ ਟਾਈਮ ਬੜਾ ਘੱਟ ਹੈ, ਤੇ ਜਿਹੜੇ ਕੈਪਟਨ ਸਾਹਿਬ ਜਿਹੜੇ 4.5 ਸਾਲ ਨਹੀਂ ਕੁਝ ਕਰ ਸਕੇ, 2-3 ਮਹੀਨੇ 'ਚ ਕੀ ਕਰ ਸਕਦੇ ਸੀ ਹੋਰ। ਜੇ 2-3 ਕੰਮ ਵੀ ਕਰ ਜਾਂਦੇ ਪੰਜਾਬ ਦਾ ਫਿਰ ਵੀ ਫਾਇਦਾ ਹੋ ਸਕਦਾ। ਦੂਜੀ ਗੱਲ ਇਹ ਆ ਵੀ ਜੇ ਤੁਸੀਂ ਕਹਿੰਦੇ ਸੀ ਜਾਖੜ ਸਾਹਿਬ ਜਿਹੜੇ ਨੇ ਉਹ ਦੇਖੋ ਨਾਰਾਜ਼ ਹੋਏ ਸੀ, ਇਹਨਾਂ ਨੂੰ ਤਾਂ ਹੀ ਲੈ ਕੇ ਗਏ ਸੀ ਦਿੱਲੀ ਨਾਲ। ਇਹਨਾਂ ਨੇ ਮੇਰਾ ਖਿਆਲ 2 ਮਿਨਿਸਟਰ ਆਪਣੇ ਜ਼ਬਰਦਸਤੀ ਦਿਖਾਏ ਨੇ ਜਿਹੜੇ ਮਤਲਬ ਕਿ ਸੈਂਟਰ ਗਵਰਨਮੈਂਟ ਮੰਨਦੀ ਨਹੀਂ ਸੀ। ਸ਼ਾਇਦ ਤੁਹਾਨੂੰ ਉਹਨਾਂ ਦਾ ਪਤਾ ਹੋਵੇਗਾ ਪਿੱਛੋਂ, ਤੁਹਾਨੂੰ ਅੰਦਰਲੀ ਗੱਲ ਦਾ, ਕਿਉਂਕਿ ਤੁਸੀਂ ਉੱਥੇ ਰਹਿੰਦੇ ਹੋ, ਤੁਹਾਨੂੰ ਜ਼ਿਆਦਾ ਪਤਾ ਹੈ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਜਿੰਨਾ ਚਿਰ ਇਹਨਾਂ ਦੀ ਕਾਰਗੁਜ਼ਾਰੀ ਨਹੀਂ ਦੇਖਦੇ ਉਹਨਾਂ ਚਿਰ ਆਪਾਂ ਕੁਝ ਨਹੀਂ ਕਹਿ ਸਕਦੇ। ਤੇ ਇਹਨਾਂ ਕੋਲ ਸਮਾਂ ਘੱਟ ਹੈ ਤੇ ਨਾ ਇਹਨਾਂ ਨੂੰ ਕੈਪਟਨ ਸਾਹਿਬ ਨੇ ਕਰਨ ਦੇਣਾ, ਨਾ ਇਹਨਾਂ ਦੀ ਆਪਦੀ ਵਿਗਾੜ ਕਰਕੇ ਕਰ ਸਕਣਾ। ਕੁਛ ਇਨਐਕਸਪੀਰੀਅੰਸਡ ਹੈ, ਇਦੋਂ ਬਾਅਦ ਕਰਕੇ ਕੁਛ ਜਿਵੇਂ ਤੁਸੀਂ ਕਿਹਾ ਇਹਦਾ ਸਿੱਧੂ ਸਾਹਿਬ ਦਾ ਵੀ ਹੈ, ਜਿਵੇਂ ਚੀਫ ਮਿਨਿਸਟਰ ਉਹਨਾਂ ਨੂੰ ਸਮਝਦੇ ਹੀ ਨਹੀਂ, ਜਿਵੇਂ ਬੱਚੇ ਨੂੰ ਨਾਲ ਲਈ ਫਿਰਦਾ, ਕਦੇ ਉਹਦੇ ਮੋਢੇ ਦਾ ਹੱਥ ਰੱਖ ਲੈਂਦਾ ਹੈ, ਕਦੀ ਉਹਦੇ ਗੁੱਟ ਫੜ ਕੇ ਤੁਰ ਪੈਂਦਾ ਹੈ। ਕੋਈ ਡਿਗਨਿਟੀ ਚੀਫ ਮਿਨਿਸਟਰ ਦੀ ਹੋਣੀ ਚਾਹੀਦੀ ਜਿਹੜੀ ਹਾਲੇ ਉਹਨਾਂ ਨੂੰ ਕੁਛ ਪਤਾ ਨਹੀਂ। ਸੋ ਇਹਦੇ ਬਾਰੇ ਕਮੈਂਟ ਕਰਿਓ ਪਲੀਜ਼। ਜੀ ਠਾਕੁਰ ਜੀ ਕਾਲਰ ਹੋਰ ਨੇ, ਮੈਨੂੰ ਆਪਾਂ ਲੈ ਲਈਏ ਫਿਰ ਆਪਾਂ ਦੋਵਾਂ ਦੀ ਇਕੱਠੇ ਲੈ ਲੈਂਦੇ ਹਾਂ। 97 57 ਮੇਰਾ ਖਿਆਲ 66 ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਸੁਣ ਰਿਹਾ ਸੀਗਾ ਵਿਚਾਰ ਜਿਹੜੇ ਕਿਆਸਾਂ ਲਾਈ ਜਾ ਰਹੀਆਂ ਕਿ ਕੈਪਟਨ ਸਾਹਿਬ BJP ਜੁਆਇਨ ਕਰ ਲੈਣਗੇ ਤੇ 21 ਨੂੰ ਵਾਪਸ ਹੋ ਜਾਣਗੇ ਤੇ ਚਿਹਰਾ ਬਣ ਕੇ ਨਿਕਲਣਗੇ। ਤੇ ਭਾਜੀ ਉਹ ਚਲੋ ਮੈਂ ਗਵਰਨਮੈਂਟ ਲਈ ਮੰਨ ਵੀ ਲਵਾਂ ਕਿ ਸਭ ਕੁਝ ਏਦਾਂ ਹੀ ਹੋਵੇਗਾ, ਪਰ ਕੀ ਲੋਕ ਭੁੱਲ ਜਾਣਗੇ ਕਿ BJP ਨੇ ਕੀਤਾ ਕੀ ਕਿਸਾਨਾਂ ਦੇ ਨਾਲ? ਕੀ ਪਿੰਡਾਂ ਦੇ ਪਏ ਹੋਏ ਡੰਡੇ ਭੁੱਲ ਜਾਣਗੇ? ਕੀ ਅੱਤਵਾਦੀ ਆਪਣੇ ਨੂੰ ਘੁਆਣਾ ਭੁੱਲ ਜਾਣਗੇ? ਇਹ ਭੁੱਲ ਜਾਣਗੇ ਫਿਰ ਤੇ ਭਾਜੀ ਲੋਕੀ ਫਿਰ ਬੇਜ਼ੀ ਵੀ ਭੁੱਲ ਜਾਣਗੇ, ਫਿਰ ਤੇ ਅਕਾਲੀ ਦਲ ਵੀ ਜਿੱਤ ਸਕਦੀ ਹੈ। ਫਿਰ ਤੇ ਅਸੀਂ ਇਹ ਵੀ ਸੋਚੀਏ ਵੀ ਜੇ BJP ਨਹੀਂ ਕੈਪਟਨ ਸਾਹਿਬ ਜੁਆਇਨ ਕਰਦੇ ਤੇ ਅਕਾਲੀ ਦਲ ਵੀ ਪਾਵਰ 'ਚ ਆ ਸਕਦੀ ਹੈ। ਤਾਂ ਮੇਰੇ ਖਿਆਲ 'ਚ ਬੜੇ ਵਾਈਲਡ ਡ੍ਰੀਮਸ ਨੇ
ਇਹ ਆਪਾਂ ਫਿਰ ਵੀ ਉਹਨਾਂ ਨੂੰ ਭੁੱਲ ਕੇ ਬੀਜੇਪੀ ਨੂੰ ਵੋਟਾਂ ਪਾ ਦਿਆਂਗੇ ਇਹ ਸੋਚ ਕੇ ਵੀ ਖੇਤੀ ਕਾਨੂੰਨ ਵਾਪਸ ਹੋ ਗਏ ਨੇ ਤੇ ਇਹਦਾ ਸਿਰਾ ਕੈਪਟਨ ਸਾਹਿਬ ਨੂੰ ਦੇ ਦਿਓ ਜਾਂ ਮੋਦੀ ਸਾਹਿਬ ਨੂੰ ਦੇ ਦਿਓ। ਫਿਰ ਤੇ ਭਾਈ ਸਾਨੂੰ ਮੂਰਖ ਹੀ ਸਮਝਦੇ ਨੇ ਵੋਟਾਂ ਪਾਉਣ ਵਾਲਿਆਂ ਨੂੰ, ਹੋਰ ਤੇ ਮੈਂ ਇਸ ਤੋਂ ਇਲਾਵਾ ਕੁਝ ਕਹਿ ਨਹੀਂ ਸਕਦਾ। ਮੈਂ ਤੁਹਾਡੇ ਵਿਚਾਰ ਸੁਣਦਾ। ਥੈਂਕ ਯੂ ਜੀ। ਜੀ ਇੰਦਰਜੀਤ ਜੀ। ਬਾਈ ਜੀ ਬਾਈ ਜੀ ਦੀ ਮੈਂ ਗੱਲ ਨਾਲ ਬਿਲਕੁਲ ਸਹਿਮਤ ਆ ਵੀ ਪੂਰਨ ਤੌਰ ਤੇ ਜਿਹੜੇ ਪੰਜਾਬੀਆਂ ਨੂੰ ਲੀਡਰ ਮੂਰਖ ਹੀ ਸਮਝਦੇ ਆ। ਜੇ ਇਹ ਕਿਸਾਨਾਂ ਦੀ ਜਾਗਰਤੀ ਨਾ ਆਈ ਹੁੰਦੀ ਤਾਂ ਸਾਨੂੰ ਮੂਰਖ ਬਣਾਇਆ ਜਾ ਰਿਹਾ ਕਈ ਸਾਲਾਂ ਤੋਂ। ਕਦੀ ਜਾਤੀ ਦੇ ਨਾਂ ਤੇ, ਮੈਂ ਤਾਂ ਪਹਿਲਾਂ ਵੀ ਕਿੰਨੀ ਵਾਰੀ ਕਹਿ ਕੇ ਹਟਿਆ, 2017 ਚ ਵੀ ਪੰਜਾਬ ਇਹਨਾਂ ਗੱਲਾਂ ਤੇ ਖੜਾ ਸੀਗਾ, 2022 ਚ ਵੀ ਪੰਜਾਬ ਇਹਨਾਂ ਗੱਲਾਂ ਤੇ ਖੜਾ ਤੇ ਅੱਜ ਪੰਜਾਬ ਦੇ ਮੁੱਦੇ ਵੀ ਉਹੀ ਨੇ ਤੇ ਸਿਰਫ ਜਿਹੜੇ ਸਰਕਾਰ ਹੀ ਜਿਹੜੇ ਹੈਗੇ ਬੰਦੇ ਹੀ ਚੇਂਜ ਹੋਏ ਆ। ਤੇ ਬਾਕੀ ਬਾਈ ਜੀ ਨੇ ਗੱਲ ਜਿਹੜੀ ਦੂਜੇ ਮੇਰੇ ਵੀਰ ਸੀਗੇ, ਲੀਗਲ ਟੀਮ ਚਾਹੇ ਉਹ ਕਿਸੇ ਵੀ ਐਂਗਲ ਤੋਂ ਹੋਵੇ, ਜੇ ਸਮਝੌਤਿਆਂ ਦੇ ਵਿੱਚ ਕੋਈ ਜਿਹੜੀ ਹੈ ਕਹਿ ਸਕਦੇ ਆ ਸਟਰੋਂਗ ਵੇ ਨਾਲ ਜਿਹੜੇ ਕੰਪਨੀ ਨੇ ਵੀ ਸਮਝੌਤੇ ਕੀਤੇ ਹੋਣੇ ਆ, ਉਹਦੇ ਬਹੁਤ ਵਧੀਆ ਕਾਰਪੋਰੇਟ ਜਿਹੜੇ ਲਾਇਰ ਹੋਣੇ, ਵਧੀਆ ਲਾਇਰ ਹੋਣੇ ਆ। ਜੇ ਸਮਝੌਤੇ ਕਿਤੇ ਕਿਸੇ ਪੱਖ ਤੋਂ ਕਮਜ਼ੋਰ ਦੇਖਦੇ ਹੁੰਦੇ ਤਾਂ ਮੈਂ ਯਕੀਨਨ ਕਹਿ ਸਕਦਾ ਸੀਗਾ ਵੀ ਉਹ ਸਮਝੌਤੇ ਅੱਜ ਤੱਕ ਰੱਦ ਕੀਤੇ ਜਾ ਸਕਦੇ ਨੇ। ਕੈਪਟਨ ਸਾਹਿਬ ਦਾ ਜਿਹੜਾ ਹੈਗਾ, ਮੈਂ ਦੋ ਗੱਲਾਂ ਨੇ, ਜਾਂ ਤਾਂ ਕੈਪਟਨ ਸਾਹਿਬ ਜਿਹੜਾ ਹੈਗੇ ਪੈਸੇ ਲੈ ਗਏ ਬਹੁਤ ਵੱਡੇ ਮੋਟੇ ਤੌਰ ਤੇ ਪੰਜਾਬ ਨੂੰ ਵੇਚ ਗਏ। ਗੱਲ ਇੱਕ ਆ ਵੀ ਉਹਨਾਂ ਨੇ ਉਸ ਗੱਲ ਦੀ ਵੇਖੋ, ਚੀਫ ਮਿਨਿਸਟਰ ਦੀ ਵਿਲ ਹੋਵੇ ਤਾਂ ਏਜ ਦੀ ਕੀ ਔਕਾਤ ਹੈ ਵੀ ਉਹ ਕੰਮ ਸਟੇਟ ਵਾਸਤੇ ਨਾ ਕਰੇ। ਮੈਂ ਇਸ ਗੱਲ ਨੂੰ ਨਹੀਂ ਮੰਨਦਾ, ਪਰ ਯਕੀਨਨ ਤੌਰ ਤੇ ਉਹ ਕੇਸ ਸਾਰਾ ਗੋ ਥਰੂ ਹੋਇਆ, ਮੈਨੂੰ ਜਿੱਥੇ ਤੱਕ ਪਤਾ ਲੱਗਿਆ। ਪਰ ਉਹਦੇ ਵਿੱਚ ਕੈਪਟਨ ਸਾਹਿਬ ਨੇ ਹੁਣ ਵੀ ਚੈਲੰਜ ਕੀਤਾ ਵੀ ਹੁਣ ਤਾਂ ਤੁਹਾਡੇ ਕੋਲੇ ਪਾਵਰ ਆ ਗਈ, ਹੁਣ ਸਮਝੌਤੇ ਰੱਦ ਕਰ ਦਿਓ, ਤੁਹਾਡੇ ਕੋਲੇ ਪਾਵਰ ਆ ਗਈ, ਹੁਣ ਮਜੀਠੀਆ ਅੰਦਰ ਕਰ ਦਿਓ। ਇਸ ਕਰਕੇ ਗੱਲਾਂ ਦੋ ਨੇ, ਜਾਂ ਤਾਂ ਕੈਪਟਨ ਸਾਹਿਬ ਬਹੁਤ ਵੱਡੇ ਕਰਪਟ ਹੋ ਗਏ ਵੀ ਕਰੋੜਾਂ ਰੁਪਇਆ ਲੈ ਕੇ ਏਜੀ ਨੂੰ ਅਟਰੈਕਟ ਨਹੀਂ ਕੀਤਾ, ਤੇ ਜਾਂ ਮੈਂ ਕਹਿ ਸਕਦਾ ਵੀ ਉਹ ਸਮਝੌਤੇ ਜਿਹੜੇ ਹੈਗੇ ਰੱਦ ਹੋਣ ਜੋਗੇ ਨਹੀਂ ਗਏ। ਇਸ ਕਰਕੇ ਦੋਹਾਂ ਗੱਲਾਂ ਚੋਂ ਇੱਕ ਗੱਲ ਜ਼ਰੂਰ ਹੈਗੀ ਆ, ਪਰ ਪੰਜਾਬ ਦਾ ਨੁਕਸਾਨ ਅੱਜ ਫਿਰ ਉਵੇਂ ਹੀ ਹੋ ਰਿਹਾ। ਆਪਾਂ ਕਹਿ ਦਈਏ ਜਾਖੜ ਸਾਹਿਬ 2 ਮੰਤਰੀ ਦਿਖਾ ਗਏ, ਚਾਹੇ ਭਾਰਤ ਪੂਰਨ ਆਸ਼ੂ, ਉਹਨਾਂ ਨੇ, ਮੈਂ ਯਕੀਨਨ ਤੌਰ ਤੇ ਕਿੰਨਾ ਭਾਰਤ ਪੂਰਨ ਆਸ਼ੂ ਤੇ ਉਹਨਾਂ ਨੇ ਪੈਰਵਾਈ ਕੀਤੀ ਹੈ ਬਿਲਕੁਲ, ਪਰ ਉਹਨਾਂ ਦਾ ਜ਼ਿਆਦਾ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਸੀਗਾ ਵੀ ਰਾਣਾ ਸੋਢੀ ਤੇ ਕਾਂਗੜ ਕਢਾਉਣੇ ਕਿਵੇਂ ਆ। ਦੇਖੋ ਆਪਸ ਦੇ ਵਿੱਚ ਜੇ ਪੰਜਾਬ ਦੀ ਇੰਟਰਨਲ ਪੋਲਿਟਿਕਸ ਦੇ ਵਿੱਚ ਜੇ ਤਕਰਾਰਬਾਜ਼ੀ ਹੈ, ਕਿਹਨੂੰ ਰਖਾਉਣਾ ਕਿਹਨੂੰ ਕਢਾਉਣਾ, ਵਿਜੇਂਦਰ ਸਿੰਗਲੇ ਵਾਸਤੇ ਉਹਨਾਂ ਨੇ ਬਹੁਤ ਪੈਰਵਾਈ ਕੀਤੀ। ਪੂਰਨ ਤੌਰ ਤੇ ਵਿਜੇਂਦਰ ਸਿੰਗਲੇ ਵਾਸਤੇ ਉਹਨਾਂ ਨੇ ਉਹ ਅੜ ਕੇ ਖੜੇ, ਵਿਜੇਂਦਰ ਸਿੰਗਲਾ ਤੇ ਭਾਰਤ ਪੂਰਨ ਆਸ਼ੂ ਬਿਲਕੁਲ ਜਾਖੜ ਸਾਹਿਬ ਦੀ ਰਿਕਮੈਂਡੇਸ਼ਨ ਤੇ ਉੱਥੇ ਕੈਬਨਿਟ ਦੇ ਵਿੱਚ ਉਹਦਾ ਨਾਮ ਬੋਲ ਰਿਹਾ। ਇਸ ਕਰਕੇ ਯਕੀਨਨ ਤੌਰ ਤੇ, ਪਰ ਮੁੱਦਾ ਇਸ ਗੱਲ ਦਾ ਵੀ ਉਹ ਪਾਵਰਫੁਲ ਹੋ ਗਿਆ, ਪੰਜਾਬ ਦਾ ਭਵਿੱਖ ਕੀ ਸਵਰਿਆ। ਇਹ ਸਵਾਲ ਬਹੁਤ ਵੱਡਾ ਹੈਗਾ ਤੇ ਠਾਕੁਰ ਸਾਹਿਬ ਜੇ ਤੁਸੀਂ ਦੱਸ ਸਕਦੇ ਹੋ, ਤੁਸੀਂ ਵੀ ਪੱਤਰਕਾਰਤਾ ਕੀਤੀ, ਡੇਲੀ ਪੋਸਟ ਤੋਂ ਸਟਾਰਟ ਹੋਏ, ਪੰਜਾਬ ਦੇ ਉਹੀ ਮੁੱਦੇ ਨੇ, ਉਹ ਪਾਵਰ ਸੈਂਟਰ ਬਦਲਿਆ, ਪੰਜਾਬ ਦੇ ਲੋਕਾਂ ਦਾ ਭਵਿੱਖ ਹੀ ਬਦਲਿਆ। ਜੀ ਠਾਕੁਰ ਜੀ, ਮੇਰਾ ਕਾਲਰ ਨੇ 6337 ਵਾਲੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਵਧੀਆ ਭਾਜੀ ਵਧੀਆ। ਪਰ ਅੱਜ ਮੈਨੂੰ ਇੰਟਰਵਿਊ ਭਾਜੀ ਇੱਕ ਜਦਾ ਮੈਂ ਕਿਹਾ ਉਹਦੇ ਅੱਜ ਥੋੜੀ ਇਹਨਾਂ ਦੇ ਮੂੰਹ ਤੋਂ ਕੈਪਟਨ ਦੀ ਸਪੋਰਟ ਜਾਗ ਰਹੀ ਲੱਗਦੀ। ਕਿੱਦਾਂ ਜੀ? ਕੈਪਟਨ ਦੀ ਸਪੋਰਟ ਕਰ ਰਹੇ ਅੱਜ ਕੱਲ ਇਹ ਕੌਣ? ਇੰਦਰਜੀਤ ਭਾਜੀ। ਵੀ ਹੁਣੇ 4 ਮਹੀਨਿਆਂ ਚ ਕਰ ਲੈਣ, ਕਿਉਂਕਿ ਭਾਜੀ ਉਹ ਟਾਈਮ ਕਿਉਂ ਦਿੱਤਾ ਇਹਨਾਂ ਨੇ। ਹੁਣ ਕੱਲ ਵੀ ਆਪਾਂ ਨੂੰ ਯਾਦ ਹੋਣਾ ਤੁਹਾਨੂੰ ਕੋਈ ਬੰਦਾ ਬੋਲਦਾ ਸੀ, ਕਹਿੰਦੇ ਜੀ ਉਹ ਕਹਿੰਦੇ ਤੁਸੀਂ ਜੇ ਉਹਨਾਂ ਨੂੰ 20 ਦਿਨਾਂ ਦੇ ਅੰਦਰ ਕਰ ਸਕਦੇ ਆ ਤੇ ਤੁਹਾਨੂੰ ਆਪਾਂ ਨੂੰ ਨਹੀਂ ਆ ਡੀਐਸਪੀ ਦਾ ਜਾਂ ਡੀਜੀਪੀ ਦਾ। ਜੀ ਇੰਦਰਜੀਤ ਭਾਜੀ। ਇੰਦਰਜੀਤ ਭਾਜੀ ਤੋਂ ਪਹਿਲਾਂ ਮੈਂ ਉਹੀ ਗੱਲ ਕਹਿਣ ਲੱਗਾ ਸੀ ਵੀ ਇੰਦਰਜੀਤ ਭਾਜੀ ਕੋਈ ਸਿਰਫ ਇੱਕ ਫੈਕਟ ਦੱਸ ਰਹੇ ਨੇ ਜੋ ਲੱਗਦਾ ਹੈ, ਜੋ ਹੋ ਸਕਦਾ ਹੈ, ਜਿਸ ਦੀ ਪ੍ਰੋਬੇਬਿਲਿਟੀ ਹੈਗੀ ਹੈ। ਇਹਦਾ ਮਤਲਬ ਇਹ ਨਹੀਂ ਕਿ ਉਹ ਸਪੋਰਟ ਕਰ ਰਹੇ ਨੇ। ਇੰਦਰਜੀਤ ਭਾਜੀ, ਮੈਂ ਕੈਪਟਨ ਕਿਹੜਾ ਮੇਰਾ ਰਿਸ਼ਤੇਦਾਰ ਆ, ਨਾਮ ਮੈਂ ਉਹਦੇ ਕੋਲ, ਮੈਨੂੰ ਕਿਹੜਾ ਉਹਨੇ ਕੋਈ ਐਡੀਸ਼ਨਲ ਏਜੀ ਪੰਜਾਬ ਲਾਤਾ ਤੇ ਮੈਂ ਕਿਹੜਾ ਉਹਨੂੰ ਸਪੋਰਟ ਕਰਨੀ। ਮੈਂ ਤਾਂ ਗੱਲ ਇਹੀ ਗੱਲ ਤਾਂ ਮੈਂ ਕਹਿ ਕੇ ਹਟਿਆ ਵੀ ਪੂਰਨ ਤੌਰ ਤੇ ਪੰਜਾਬ 'ਚ ਇੰਨਾ ਗੰਦ ਵੱਜ ਚੁੱਕਿਆ, ਭਾਵੇਂ ਕੋਈ ਮਰਜ਼ੀ ਸਰਕਾਰਾਂ ਆਈ ਜਾਣ, ਜਾਤੀਗਤ ਰਾਜਨੀਤੀਆਂ ਨਹੀਂ ਹੈਗੀਆਂ। ਮੈਂ ਤਾਂ ਕੈਪਟਨ ਸਾਹਿਬ ਨੂੰ ਉਹ ਵੀ ਗੱਲ ਕਿਹਾ ਵੀ ਕੈਪਟਨ ਸਾਹਿਬ ਹੋ ਸਕਦਾ ਪੈਸੇ ਲੈ ਕੇ ਹੁਣ ਬਿਜਲੀ ਸਮਝੌਤੇ ਵੀ ਉਹਨਾਂ ਨੇ ਜਾਣ ਕੇ ਪਲੀਟ ਨਾ ਕੀਤੀ ਹੋਵੇ। ਉਹ ਤਾਂ ਮੈਨੂੰ ਕੱਲ ਕਿਸੇ ਨੇ ਦੱਸਿਆ ਸੀਗਾ ਵੀ 11 ਕੁ ਵਜੇ ਪੋਚਵੀਂ ਪੱਗ ਬੰਨ ਕੇ ਬਾਹਰ ਆਉਂਦੇ ਸੀਗੇ ਤੇ ਸਾਰੇ ਬਾਹਰ ਖੜੇ ਹੁੰਦੇ ਸੀ, ਕਹਿੰਦੇ ਹਾਊ ਇਜ਼ ਮਾਈ ਸਟੇਟ, ਤੇ ਉਹ ਖੂਬੀ ਰਾਮ ਜੀ ਬੋਲਦੇ ਸੀ ਵੈਲ ਸਰ, ਵੈਲ ਡਨ, ਆਲ ਵੈਲ ਸਰ, ਆਲ ਵੈਲ। ਤੇ ਅੱਗੋਂ ਕੈਪਟਨ ਸੰਦੀਪ ਸੰਧੂ ਕਹਿ ਦਿੰਦੇ ਸੀਗੇ ਕੀਪ ਇਟ ਅਪ, ਕੀਪ ਇਟ ਅਪ, ਕੀਪ ਇਟ ਅਪ। ਉਹ ਤਾਂ ਕਹਿੰਦੇ ਵੀ ਕਿਉਂਕਿ ਉਹਨਾਂ ਨੇ ਪੁੱਛਿਆ ਨਹੀਂ ਸੀ। ਅੱਜ ਪੰਜਾਬ ਦੇ ਦਿਨਕਰ ਗੁਪਤਾ ਨੂੰ ਛੱਡ ਕੇ ਪੰਜਾਬ ਦੇ ਵਿੱਚ 23 ਜ਼ਿਲ੍ਹੇ ਆ, ਕਿਸੇ ਐਸਐਸਪੀ ਨੇ 4.5 ਸਾਲਾਂ 'ਚ ਕੈਪਟਨ ਸਾਹਿਬ ਦੀ ਆਵਾਜ਼ ਨਹੀਂ ਸੁਣੀ ਫੋਨ ਤੇ।
ਨਾ ਡੀਸੀ ਨਾਲ ਕਦੀ ਕੈਪਟਨ ਦੀ ਗੱਲ ਹੋਈ। ਕੈਪਟਨ ਦਾ ਇੱਕ ਵਰਕਿੰਗ ਸਟਾਈਲ ਡਿਫਰੈਂਟ ਸੀਗਾ, ਉਹ ਰਾਜਾ ਸਿਸਟਮ ਸੀਗਾ ਵੀ ਚਲੋ ਜਦੋਂ ਕੋਈ ਇਨਸੀਡੈਂਟ ਹੁੰਦਾ ਸੀ ਫਿਰ ਵੇਖਾਂਗੇ ਕੀ ਕਰਨਾ, ਨਹੀਂ ਤਾਂ ਉਹਦਾ ਬਾਹਲਾ ਦਿਮਾਗ ਤੇ ਜਿਹੜਾ ਹੈਗਾ ਸੁਰੇਸ਼ ਕੁਮਾਰ ਨੇ ਸਾਰੇ ਸਰਕਾਰ ਚਲਾਈ ਆ। ਤੇ ਇਹਨਾਂ ਕੋਲੇ ਤਾਂ ਕੋਈ ਸੁਰੇਸ਼ ਕੁਮਾਰ ਵੀ ਬਣਨ ਨੂੰ ਤਿਆਰ ਨਹੀਂਗਾ, ਥਿੰਕ ਟੈਂਕ ਵੀ ਹੈ ਨਹੀਂ, ਤਜਰਬੇਕਾਰ ਵੱਡਾ ਅਫੀਸਰ ਵੀ ਹੈ ਨਹੀਂ ਜਿਹਦੇ ਤੇ ਵਿਸ਼ਵਾਸ ਕਰਕੇ ਸਾਰਾ ਕੁਝ ਕਰ ਸਕਣ, ਤਾਂ ਹੀ ਇਹ ਸਾਰੇ ਕੰਮ ਡਿਲੇ ਹੋ ਰਹੇ ਆ। ਕੈਪਟਨ ਸਾਹਿਬ ਨੇ ਚਲੋ ਇੱਕ ਬੰਦਾ ਤਾਂ ਨਾਲ ਰੱਖਿਆ ਵਿਸ਼ਵਾਸ ਪਾਤਰ ਜਿਹਦੇ ਤੇ ਸਾਰੀ ਸਰਕਾਰ ਚਲਾਉਣ ਦਾ ਦਾਰੋ ਮਾਰ ਸੀਗਾ, ਚਾਹੇ ਐਮਐਲਏ ਨਾਰਾਜ਼ ਹੋ ਸਕਦਾ ਉਹਨੂੰ ਅਫੀਸਰ ਨੂੰ ਲੱਗਦਾ ਹੋਵੇ ਵੀ ਐਮਐਲਏ ਮੇਰੇ ਤੋਂ ਗਲਤ ਕਰਾਉਂਦੇ ਆ ਜਾਂ ਕਿਸੇ ਤਰੀਕੇ ਨਾਲ ਗੱਲ ਕਰਾਉਂਦੇ ਆ। ਅੱਜ ਦੀ ਡੇਟ ਵਿੱਚ ਚੰਨੀ ਸਰਕਾਰ ਵਾਸਤੇ ਸਾਰਿਆਂ ਨਾਲੋਂ ਵੱਡੀ ਇਹ ਪ੍ਰੋਬਲਮ ਰਹੂਗੀ ਵੀ ਇੱਕ ਵਿਸ਼ਵਾਸ ਪਾਤਰ ਵੱਡਾ ਸੀਨੀਅਰ ਆਈਐਸ ਅਫੀਸਰ ਲੱਭਣਾ ਜਿਹਦੇ ਨਾਲ ਸਾਰਾ ਐਡਮਿਨਿਸਟ੍ਰੇਸ਼ਨ ਸਾਰਾ ਸੈਕਟਰੀਏਟ ਚਲਾਇਆ ਜਾ ਸਕਿਆ। ਤੁਸੀਂ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਵੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਕੋਈ ਜ਼ਿਆਦਾ ਵਧੀਆ ਰੋਲ ਨਹੀਂ ਨਿਭਾ ਪਾਉਣਗੇ। ਜੀ ਮੈਨਾਂ ਕਾਲਰ ਨੇ ਜੀ ਵਾਲੇ ਜੀ ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਤਾਂ ਇਹ ਕਹਿਣਾ ਸੀਗਾ, ਇੱਕ ਕਾਲਰ ਆਪਣੇ ਹੁਣੀ ਦੱਸ ਕੇ ਗਏ ਸੀ ਆਪਣੇ ਵਿਚਾਰ ਕਿ ਇਹ ਕਿਵੇਂ ਭੁੱਲਿਆ ਜਾਊਗਾ ਕਿ ਬੀਜੇਪੀ ਨੂੰ ਕੌਣ ਵੋਟ ਪਾ ਦੇਵੇਗਾ। ਅਸੀਂ ਵੀ ਕਿਸਾਨ ਹੈ, ਪਰ ਜਿਹੜੀ ਗੱਲ ਹੈਗੀ ਆ ਜੀ, ਇੱਕ ਤਾਂ ਕਾਨੂੰਨ ਅਜੇ ਵੀ ਕਿਤੇ ਵੀ ਲਾਗੂ ਨਹੀਂ ਹੈਗਾ ਜੀ, ਠੀਕ ਹੈ ਜੀ। ਇਹ ਇੱਕ ਹਾਨਾ ਦਾ ਵੈਰ ਹੈ ਕਿ ਕਿਸਾਨ ਤੇ ਗਵਰਨਮੈਂਟ ਦੇ ਵਿੱਚ ਹਾਨਾ ਦਾ ਪੇਚਾ ਫਸਿਆ ਹੈ। ਉਹ ਕਹਿੰਦੇ ਨੇ ਤੁਸੀਂ ਅਮੈਂਡ ਕਰਾ ਲਓ, ਇਹ ਕਹਿੰਦੇ ਨਹੀਂ ਤੁਸੀਂ ਪਹਿਲਾਂ ਵਾਪਸ ਕਰੋ ਫਿਰ ਗੱਲ ਕਰਾਂਗੇ, ਹੈ ਨਾ। ਸੋ ਇਸ ਕਰਕੇ ਇਹ ਕੋਈ ਬਿੱਲ ਹੈ ਜਿਹੜਾ ਕੋਈ ਅਜੇ ਲਾਗੂ ਨਹੀਂ ਹੋਇਆ ਹੈਗਾ ਜੀ। ਇਸ ਤੇ ਕੋਈ ਜ਼ਿਆਦਾ ਅਜੇ ਆਪਾਂ ਕਹਿ ਨਹੀਂ ਸਕਦੇ ਕਿਸਾਨਾਂ ਲਈ ਮਾੜਾ ਹੋਵੇਗਾ। ਤੇ ਦੂਜੀ ਗੱਲ ਇਹ ਸੀਗੀ ਜੀ, ਜਿਹੜਾ ਆਪਾਂ ਕਹਿੰਦੇ ਆ ਕਿ ਬੀਜੇਪੀ ਨੂੰ ਤਾਂ ਹੁਣ ਕਿਸੇ ਨੇ ਵੋਟ ਨਹੀਂ ਪਾਣੀ ਹੈਗੀ। ਤੁਸੀਂ ਦੇਖੋ 84 ਚ ਜਦੋਂ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਜੀ, ਉਦੋਂ ਵੀ ਇਹ ਕਹਿੰਦੇ ਹੁੰਦੇ ਸੀ ਕਿ ਕਾਂਗਰਸ ਨੂੰ ਤਾਂ ਹੁਣ ਤੋਂ ਬਾਅਦ ਵੋਟ ਨਹੀਂ ਪਾਉਣੀ, ਪਰ ਤੁਸੀਂ ਦੇਖੋ ਕਾਂਗਰਸ ਨੇ ਉਦੋਂ ਬਾਅਦ ਵੀ ਰੂਲ ਕੀਤਾ ਜੀ। ਸੋ ਇਸ ਕਰਕੇ ਲੋਕਾਂ ਨੂੰ ਐਡਾ ਨਹੀਂ ਮਸਲਾ ਹੈਗਾ ਕਿ ਅਸੀਂ ਬੀਜੇਪੀ ਨੂੰ ਵੋਟ ਨਹੀਂ ਪਾਉਣੀ ਹੈਗੀ। ਜੇ ਬੀਜੇਪੀ ਦਾ ਮਸਲਾ ਕੈਪਟਨ ਅਮਰਿੰਦਰ ਕਿਤੇ ਹੱਲ ਕਰਾ ਗਏ ਜੀ ਕਿਸਾਨਾਂ ਦੇ ਨਾਲ, ਤਾਂ ਨਾਲੇ ਤੱਕ ਬੀਜੇਪੀ ਦੀ ਬੱਲੇ ਬੱਲੇ ਹੋ ਜਾਣਾ ਤੇ ਨਾਲੇ ਅਮਰਿੰਦਰ ਸਿੰਘ ਦੀ ਹੋ ਜਾਣੀ ਹੈ ਜੀ। ਮੈਨੂੰ ਲੱਗਦਾ ਕਿ ਇਹ ਹੋਏਗੀ ਏਦਾਂ ਜੀ ਕਿ ਫੇਸ ਬਣਨਗੇ ਅਮਰਿੰਦਰ ਸਿੰਘ ਜੇ ਕਿਸਾਨਾਂ ਦੇ ਨਾਲ ਜੋ ਮਸਲਾ ਹੱਲ ਕਰਵਾਉਣਾ ਜੀ ਗਵਰਨਮੈਂਟ ਦੇ ਨਾਲ ਇਹ ਕਰਵਾ ਦੇਣਗੇ। ਥੈਂਕ ਯੂ ਭਾਜੀ। ਥੈਂਕ ਯੂ ਜੀ। ਭਾਜੀ ਨੇ ਬਹੁਤ ਡੂੰਘੀ ਗੱਲ ਕੀਤੀ ਹੈ ਤੇ ਮੇਰੇ ਖਿਆਲ ਜਿਹੜੇ ਪਿਛਲੇ ਕਾਲਰ ਸਾਡੇ ਸੀਗੇ ਉਹਨਾਂ ਦੇ ਸਵਾਲ ਦਾ ਜਵਾਬ ਵੀ ਹੋ ਗਿਆ ਤੇ ਭਾਜੀ ਨੇ ਆਪਣਾ ਕਰਕੇ ਵੀ ਬੜੇ ਬਖੂਬੀ ਤਰੀਕੇ ਨਾਲ ਦਿੱਤਾ। ਇਹਦੇ ਭਾਜੀ ਵਿਰਕ ਅੰਕਲ ਜੀ ਇੱਕ ਸਵਾਲ ਪੁੱਛ ਕੇ ਗਏ ਸੀ ਵੀ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਜੋ ਨੇ ਉਹ ਕਦੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਾਹਿਬ ਦੇ ਮੋਢੇ ਤੇ ਹੱਥ ਰੱਖਦੇ ਨੇ, ਕਦੇ ਬਾਈ ਜੀ ਕਰਦੇ ਨੇ, ਜਿਹੜਾ ਡੈਕੋਰਮ ਹੈਗਾ ਪ੍ਰੋਟੋਕੋਲ ਉਹ ਫਾਲੋ ਕਰਨ ਦੀ ਲੋੜ ਹੈਗੀ ਹੈ। ਬਿਲਕੁਲ, ਸੀਐਮ ਦਾ ਇੱਕ ਪ੍ਰੋਟੋਕੋਲ ਹੁੰਦਾ, ਸੀਐਮ ਦਾ ਇੱਕ ਡੈਕੋਰਮ ਹੁੰਦਾ, ਚਾਹੇ ਤੁਸੀਂ ਪ੍ਰਧਾਨ ਹੋ, ਤੁਸੀਂ ਉਹਨੂੰ ਉਹਦੀ ਬਣਦੀ ਰਿਸਪੈਕਟ ਉਹਦੀ ਥਾਂ ਦੇਣੀ ਚਾਹੀਦੀ ਹੈ। ਤੁਸੀਂ ਉਹਨੂੰ ਕਦੀ ਗੁੱਟ ਚਲੋ ਮੰਨਿਆ, ਤੁਸੀਂ ਉਹਨੂੰ ਉਹਦੀ ਪੈਰਵਾਈ ਕੀਤੀ ਆ, ਉਹਨੂੰ ਸੀਐਮ ਬਣਾਉਣ 'ਚ ਪੂਰਾ ਯੋਗਦਾਨ ਪਾਇਆ। ਤੁਸੀਂ ਖੇਤ ਸਿਰੀ ਤਾਂ ਨਹੀਂ ਲਵਾ ਲਿਆ, ਤੁਸੀਂ ਤਾਂ ਐਂ ਕਹਿੰਦੇ ਵੀ ਫਲਾਣੇ ਕਿਆਰੇ ਨੂੰ ਰੇਹ ਪਾਈ ਫਲਾਣੇ ਨੂੰ ਰਹਿਣ ਦੇ ਇਹ ਕੁਛ ਜਿਹੜਾ ਹੈਗਾ। ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ, ਆਉਣ ਵਾਲੇ ਤੁਸੀਂ ਕੱਲ ਸਾਰੇ ਕੈਬਨਿਟ ਦੀ ਸਹੁੰ ਚੱਕ ਜਾਣ ਦਿਓ, ਕੈਬਨਿਟ ਬਣ ਜਾਣ ਦਿਓ, ਇੱਕ ਅੱਧੀ ਕੈਬਨਿਟ ਦੀ ਮੀਟਿੰਗ ਹੋ ਜਾਣ ਦਿਓ। ਸਿੱਧੂ ਸਾਹਿਬ ਚੰਨੀ ਸਾਹਿਬ ਦਾ ਗੁੱਟ ਨਹੀਂ ਫੜ ਸਕਣਗੇ। ਜਿਵੇਂ ਜਿਵੇਂ ਬੰਦੇ ਦੀ ਤਾਕਤ ਵਧੂਗੀ, ਜਿਵੇਂ ਜਿਵੇਂ ਬੰਦੇ ਦਾ ਹੌਸਲਾ ਵਧੂਗਾ, ਇਹੀ ਮੈਂ ਤੁਹਾਨੂੰ ਜਿਹੜਾ ਹੈਗਾ ਭਾਂਡੇ ਖੜਕਦੇ ਵਿਖਾਊਂਗਾ। ਚੰਨੀ ਬਾਈ ਕਹਿੰਦਾ ਮੈਂ ਸੌਰੀ ਟੂ ਸੇ ਉਹ ਵਰਡ ਯੂਜ਼ ਨਹੀਂ ਕਰਨਾ ਚਾਹੁੰਦਾ, ਆਮ ਧਾਰਨਾ ਇਹੀ ਚੰਨੀ ਸਾਹਿਬ ਉਹਨਾਂ ਵਾਸਤੇ ਦੁਸ਼ਮਣ ਬਣ ਜਾਣਗੇ। ਇਹ 2022 ਚ ਜੇ ਮੁੱਖ ਮੰਤਰੀ ਦਾ ਚਿਹਰਾ ਕਹਿਣਗੇ ਸਿੱਧੂ ਹੋਊਗਾ ਤਾਂ ਉਹ ਵੀ ਪੋਸੀਬਿਲਿਟੀ ਨਹੀਂ ਹੈਗੀ। ਯਕੀਨਨ ਤੌਰ ਤੇ ਚੰਨੀ ਸਾਹਿਬ ਦਾ ਚਿਹਰਾ ਰੱਖ ਕੇ ਜੇ ਲੋਕ ਵੋਟ ਪਾਉਣਗੇ, ਜੇ ਕਿਤੇ ਗਲਤੀ ਨਾਲ ਕਾਂਗਰਸ ਪਾਵਰ ਚ ਆ ਗਈ ਤੇ ਚੰਨੀ ਸਾਹਿਬ ਹੀ ਮੁੱਖ ਮੰਤਰੀ ਹੋਣਗੇ। ਸਿੱਧੂ ਸਾਹਿਬ ਨੂੰ ਫਿਰ ਉਹ ਨਾਲ ਵਾਲੀ ਸੀਟ ਤੇ ਬਹਿਣਾ ਪਊਗਾ ਜਿਹੜਾ ਉਹ ਲੋਕਲ ਬਾਡੀ ਮੰਤਰੀਪੁਣਾ ਲੈ ਕੇ। ਇਸ ਕਰਕੇ ਸਿੱਧੂ ਸਾਹਿਬ ਦੀ ਜਿਹੜੀ ਹੈਗੀ ਆ, ਮੈਨੂੰ ਲੱਗਦਾ ਨਹੀਂ ਵੀ ਚਾਹੇ ਜਿੰਨੇ ਮਰਜ਼ੀ ਜੋਸ਼ੀਆਂ ਕੋਲੇ ਜਾਂਦੇ ਹੋ, ਬੜਾ ਲੰਮਾ ਚੌੜਾ ਰਾਜ ਭਾਗ ਲਿਖਿਆ ਹੋਇਆ। ਇਸ ਕਰਕੇ ਯਕੀਨਨ ਤੌਰ ਤੇ ਮੈਂ ਕਹਿ ਸਕਦਾ ਚੰਨੀ ਸਾਹਿਬ ਨੂੰ ਹਟਾਉਣਾ ਸਿੱਧੂ ਸਾਹਿਬ ਵਾਸਤੇ ਮੈਂ ਕਹਿੰਦਾ ਬਹੁਤ ਔਖਾ ਹੋਊਗਾ ਤੇ ਇਹੋ ਜਿਹੀ ਜਿਹੜੀ ਹੈਗੀ ਆ ਉਹ ਕਾਰਵਾਈ ਨਹੀਂ ਕਰ ਪਾਉਣਗੇ। ਜੀ ਨਾਲੇ ਜੀ ਭਾਜੀ ਨਾਲੇ ਇੱਕ ਗੱਲ ਹੋ ਰਹੀ, ਕਾਲਰ ਨੇ ਇੱਕ ਸਾਡੇ ਕਾਲਰ ਹੋਰ ਪੁੱਛ ਕੇ ਗਏ ਸੀ ਵੀ ਕੀ ਬਿਕਰਮ ਸਿੰਘ ਮਜੀਠੀਆ ਨੂੰ ਜਾਂ ਬਾਦਲ ਪਰਿਵਾਰ ਨੂੰ ਹੁਣ ਜਿਹੜਾ ਰਹਿੰਦਾ ਸਮਾਂ ਸਰਕਾਰ ਦਾ ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕੇ ਕਿ ਅੰਦਰ ਕਰ ਸਕਣਗੇ। ਮੇਰੇ ਖਿਆਲ ਤੁਸੀਂ ਇਸਦਾ ਜਵਾਬ ਕਲੀਅਰ ਵੀ ਕੀਤਾ ਸੀ ਤੇ ਕੈਪਟਨ ਸਾਹਿਬ ਵੀ ਇਹ ਗੱਲ ਜਾਂਦੇ ਕਹਿ ਕੇ ਗਏ ਨੇ ਜਾਂ
ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਕਈ ਇੰਟਰਵਿਊ ਦੇ ਵਿੱਚ ਵੀ ਗੱਲ ਕਹੀ ਹੈ ਮੀਡੀਆ ਦੇ ਸਾਹਮਣੇ ਕਿ ਮੈਂ ਆਊਟ ਆਫ ਦ ਵੇ ਜਾ ਕੇ ਜਾਂ ਇਲੀਗਲੀ ਕਿਸੇ ਨੂੰ ਮੈਂ ਐਵੇਂ ਨਹੀਂ ਘਰੋਂ ਚੁਕਾ ਕੇ ਅੰਦਰ ਕਰ ਦੇਵਾਂ। ਲੀਗਲੀ ਜਿਹੜਾ ਪ੍ਰੋਸੈਸ ਹੈਗਾ ਆਈ ਟਰਾਈਡ ਮਾਈ ਲੈਵਲ ਬੈਸਟ, ਜੋ ਕਰ ਸਕਦੇ ਹਾਂ ਅਸੀਂ ਠੀਕ ਹੈ। ਤੇ ਮੇਰੇ ਖਿਆਲ 'ਚ ਇਹ ਗੱਲ ਚੰਨੀ ਸਾਹਿਬ ਵੀ ਸਮਝਦੇ ਨੇ, ਆਊਟ ਆਫ ਦ ਵੇ ਜਾ ਕੇ ਤਾਂ ਗੱਲ ਨਹੀਂ ਹੋਣੀ। ਦੇਖੋ ਸਿਆਣੇ ਕਹਿੰਦੇ ਆ ਵੀ ਕਿੱਡੇ ਕਿੱਡੇ ਵਾਲ ਲਾਈਆ, ਕਿੱਡੇ ਕਿੱਡੇ ਵਾਲ ਕੋਲ ਹੁਣੇ ਖੜ ਜਾ 10 ਮਿੰਟ ਤੇਰੇ ਸਾਹਮਣੇ ਆ ਜਾਣੇ। ਤੇ ਆ ਤੁਸੀਂ ਠਾਕੁਰ ਜੀ ਬਿਲਕੁਲ ਵੀ ਕਿਹਦੇ ਪੱਲੇ ਕੀ ਹੈ, ਸਮੇਂ ਨਾਲ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਣਾ। ਪਰ ਮੇਰੀ ਸੋਚ ਦੇ ਮੁਤਾਬਕ ਜਿਹੜਾ ਹੈਗਾ ਵੀ ਇਹ ਅਕਾਲੀ ਦਲ ਦਾ ਜੇ ਹੁਣ ਇਸ ਸਟੇਜ ਤੇ ਕੋਈ ਉਹਦਾ ਵੰਡੈਟਾ ਕਰਕੇ ਹੁਣ ਲੋਕ ਵੰਡੈਟਾ ਕਹਿਣਗੇ, ਹੁਣ ਲੋਕ ਕਹਿਣਗੇ ਇਹ ਨੁਕਸਾਨ ਕਰ ਰਹੇ ਆ ਜਾਣ ਕੇ, ਉਹਨਾਂ ਨੂੰ ਇੱਕ ਪੋਲੀਟੀਕਲ ਹੀ ਮੁੱਦਾ ਮਿਲੂਗਾ ਵੀ ਇਹ ਜਾਣ ਕੇ ਹੁਣ ਸਿੱਧੂ ਧੱਕਾ ਕਰ ਰਿਹਾ। ਇਸ ਕਰਕੇ ਸਿੰਪਥੀ ਵੀ ਹੋ ਸਕਦੀ ਹੈ। ਪੋਲੀਟਿਕਸ ਜਿਵੇਂ ਪੰਜਾਬ 'ਚ ਦਲਿਤ ਵਰਸੀ ਜਨਰਲ ਦੀ ਬਣ ਚੁੱਕੀ ਆ, ਯਕੀਨਨ ਤੌਰ ਤੇ ਹੁਣ ਸਿੱਧੂ ਸਾਹਿਬ ਵਾਸਤੇ ਵੀ ਕੋਈ ਸੌਖਾ ਰਾਹ ਨਹੀਂਗਾ। ਜੇ ਚੰਨੀ ਸਾਹਿਬ ਨੂੰ ਲਾਤਾ ਮੁੱਖ ਮੰਤਰੀਸ਼ਿਪ ਤੋਂ, ਕਹਿਣਗੇ ਵੀ ਇਹ ਦਲਿਤ ਸੀ ਤਾਂ ਲਾਤਾ, ਉਹਨਾਂ ਦਲਿਤਾਂ ਦੀਆਂ ਵੋਟਾਂ ਲੈ ਕੇ ਆਪ ਮੁੱਖ ਮੰਤਰੀ ਬਣ ਗਿਆ। ਇਸ ਕਰਕੇ ਬੜੇ ਐਂਗਲ ਤੋਂ ਸੋਚਣ ਵਾਲੀ ਗੱਲ ਹੈ। ਜਿਵੇਂ ਅੱਜ ਗਿਲਜੀਆ ਸਾਹਿਬ ਨੂੰ ਥਾਂ ਦੇਤੀ OBC ਦੇ ਵਿੱਚ, ਵੇਰਕਾ ਸਾਹਿਬ ਨੂੰ ਥਾਂ ਦੇਤੀ, ਸਾਰਾ ਬੈਲੈਂਸ ਕਰਕੇ ਹਿੰਦੂ OBC ਰਿਜ਼ਰਵ ਕੈਟਾਗਰੀ ਜੱਟ ਸਿੱਖ ਸਾਰੀ ਕੈਬਨਿਟ ਬਣ ਰਹੀ ਹੈ। ਸਾਰਾ ਕੁਝ ਵੋਟਾਂ ਦੀ ਜਿਹੜੀ ਰਾਜਨੀਤੀ ਹੈਗੀ ਆ ਉਹ ਕਾਸਟਿਜ਼ਮ ਬੇਸ ਤੇ ਹੈਗੀ ਆ, ਨਾ ਕਿ ਪੰਜਾਬ ਦੇ ਭਵਿੱਖ ਵਾਸਤੇ ਹੈਗੀ। ਮਤਲਬ ਇੱਕ ਗੱਲ ਹੋਰ ਇਹਨਾਂ ਨੇ ਮੇਰੇ ਖਿਆਲ 'ਚ ਕੀਤੀ ਹੈ ਵੀ ਕਾਂਗਰਸ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਗਿਲਜੀਆ ਸਾਹਿਬ ਨੂੰ ਵੀ ਕੈਬਨਿਟ ਦੇ ਵਿੱਚ ਜਗ੍ਹਾ ਨਾਗਰਾ ਸਾਹਿਬ ਹੋ ਗਏ ਜਾਂ ਪ੍ਰਗਟ ਸਿੰਘ ਜੀ ਹੋ ਗਏ, ਤਿੰਨਾਂ ਨੂੰ ਹਨਾ। ਤੇ ਉਸ ਤੋਂ ਇਲਾਵਾ ਇਹਨਾਂ ਨੇ ਕਿਹਾ ਵੀ ਇੱਕ ਬੰਦੇ ਕੋਲ ਇੱਕ ਹੀ ਅਹੁਦਾ ਰਹੇਗਾ। ਇਸ ਫਾਰਮੂਲੇ ਤੇ ਕਾਂਗਰਸ ਕੰਮ ਕਰਨ ਲੱਗੀ ਹੈ। ਮਤਲਬ ਜੇ ਗਿਲਜੀਆ ਸਾਹਿਬ ਜਾਂ ਪ੍ਰਗਟ ਸਿੰਘ ਜੀ ਨੂੰ ਕੱਲ੍ਹ ਨੂੰ ਕੈਬਨਿਟ ਦੇ ਵਿੱਚ ਮੰਤਰੀ ਬਣਾਇਆ ਜਾਂਦਾ ਹੈ ਤਾਂ ਨਾਲ ਦੇ ਨਾਲ ਇਹਨਾਂ ਦੇ ਕੋਲ ਜਿਹੜੇ ਅਹੁਦੇ ਨੇ ਸੰਗਠਨ ਦੇ ਉਹ ਖੁਸ਼ ਵੀ ਸਕਦੇ ਨੇ। ਜੀ ਠਾकुर जी, मेरा नाम सुखदेव सिंह पट्टल ने कॉलर जी। सुखदेव जी हाँ जी, सत श्री अकाल जी। जी सत श्री अकाल जी। सारे सत श्री अकाल। मेरा थोड़ा एक सेकेंड ही लाऊंगा मैं, ते मेरी गल तुहानूं चंगी नहीं लगनी हैगी। जिस ढंग नाल इस वेले पंजाब दा माहौल बनाया जा रहा है उस दे मुताबक जे असीं ये कह दईए भी साडे कोल, मैं भी एक जट सिख हाँ, मेरे कोल भी जमीन आ, जे असीं कह दईए भी साडीआं किसानां दीआं वोटां दे नाल पंजाब दे विच मुख मंत्री बन जूगा, होर बिल्कुल नहीं बन सकदा। मुख मंत्री बनना BJP दा बनना वा ਉਹ ਸ਼ਹਿਰੀ ਵੋਟਾਂ ਦੇ ਨਾਲ ਬਣਨਾ। ਤੇ ਮੈਂ ਇਹਦੇ ਵਿੱਚ ਕੋਈ ਕੈਪਟਨ ਸਾਹਿਬ ਦੀ ਨਹੀਂ ਮੈਂ ਕਹਿੰਦਾ ਹੈਗਾ ਵੀ ਉਹ ਜ਼ਰੂਰ ਆਉਣ, ਪਰ ਮੈਂ ਇੰਨੀ ਜ਼ਰੂਰ ਕਹੂੰਗਾ ਵੀ ਜਿਹੜਾ ਸਾਡਾ ਰੰਗਲਾਊਪੁਣਾ ਨਾ ਅਸੀਂ ਕੱਪੜੇ ਪਾੜਦੇ ਤੇ ਫਲਾਨਾ, BJP ਸਹੀ ਬੈਠੀ ਆ। ਜਿਵੇਂ ਨਾ ਇੱਕ ਸੱਪ ਜਿਹੜਾ ਹੁੰਦਾ ਉਹ ਹੇਠਾਂ ਨੂੰ ਕਰਿਆ ਹੁੰਦਾ ਫਣ, ਇਹ ਜਦੋਂ ਆ ਗਈਆਂ ਵੋਟਾਂ ਤੁਸੀਂ ਦੇਖਿਓ ਉਹਨਾਂ ਨੇ ਜਿੱਤਣਾ ਵਾ। ਧੰਨਵਾਦ। मेरा कॉलर हो नहीं 2 40 26 वाले ते 32 30 वाले, फिर आप इकट्ठे जवाब दे देने ठाकुर जी। जी 40 26। हेलो जी अंकल जी। ठाकुर जी एक बेनती कही जाने भी और चन्नी ते ਉਹਦੇ ਸਿੱਧੂ ਦੇ ਵਿੱਚ ਰੌਲਾ ਪੈ ਜਾਊਗਾ। ਪਹਿਲਾਂ ਵਾਲਾ ਇਹ ਸੋਚੋ ਵੀ ਪਹਿਲਾਂ ਕਾਂਗਰਸ ਜਿੱਤੂਗੀ, ਕਾਂਗਰਸ ਨੇ ਜਿੱਤਣਾ ਹੀ ਨਹੀਂ, ਤੁਸੀਂ ਦੇਖ ਲਿਓ, ਕਿਉਂਕਿ ਜਦੋਂ ਕੈਪਟਨ ਅੱਡ ਹੋ ਗਿਆ ਇਹਨਾਂ ਦੇ ਵਿੱਚ ਆਪਸੀ ਲੜਾਈ ਹੋ ਗਈ, ਇਹਨਾਂ ਨੇ ਨਹੀਂ ਜਿੱਤਣਾ। ਮੈਂ ਆਉਣ ਦੀ ਸੁਣਦਾ, ਤੁਸੀਂ ਇਹਦਾ ਜਵਾਬ ਦਿਓ ਪਲੀਜ਼ ਜੀ। ਹੁਣ ਆਪਣੇ ਕੋਲੇ 72 50 ਵਾਲੇ 30 ਵਾਲੇ ਨੇ ਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਲੱਗਦਾ ਜੀ ਜੋ ਕਿ ਲੱਗਦਾ ਵੀ ਨਵੰਬਰ ਜਾਂ ਦਸੰਬਰ ਦੇ ਤੱਕ ਕਿਸਾਨਾਂ ਦਾ ਕੋਈ ਨਾ ਕੋਈ ਫੈਸਲਾ ਹੋਊਗਾ ਤੇ ਫਿਰ ਉਦੋਂ ਅਗਲੀ ਪਲਾਨ ਹੋਊਗੀ ਆਪਣੇ ਇਲੈਕਸ਼ਨ ਦੀ। ਤੇ ਕੈਪਟਨ ਸਾਹਿਬ ਨੂੰ BJP ਅੱਗੇ ਲੈ ਕੇ ਆਊਗੀ, ਚਾਹੇ ਉਹ BJP 'ਚ ਸਿੱਧਾ ਆ ਜਾਣ ਜਾਂ ਸਿੱਧੇ ਤਰੀਕੇ ਨਾਲ ਆ ਜਾਣ, ਵੀ ਆਪਣੀ ਪਾਰਟੀ ਬਣਾ ਕੇ ਇੱਦਾਂ ਦਾ ਕੁਛ ਨਾ ਕੁਛ ਹੋਊਗਾ ਜੀ। ਤੇ ਜੇ ਇਸ 2022 ਇਲੈਕਸ਼ਨ 'ਚ ਨਾ ਕੁਝ ਹੋਇਆ ਤਾਂ ਅਗਲੀ ਦੇ ਵਿੱਚ ਤਾਂ 100% ਹੈ ਜੀ BJP gonna be gain in Punjab, they gonna be win in Punjab ਜੀ। ਤੇ ਮੈਨੂੰ ਦੱਸਿਓ ਜੀ ਇਹਦੇ ਬਾਰੇ ਵੀ। ਥੈਂਕ ਯੂ ਜੀ। ਜੀ ਢਿੱਲੋਂ ਸਾਹਿਬ, ਕਈ ਗੱਲਾਂ ਏਅਰ ਤੇ ਮੇਰੇ ਕਹਿਣੀਆਂ ਨਹੀਂ ਬਣਦੀਆਂ, ਪਰ ਮੈਂ ਜੋ ਪੰਜਾਬ ਦਾ ਪਿਛਲੇ ਦਿਨਾਂ 'ਚ ਸਿਆਸੀ ਸਿਨੈਰੀਓ ਬਣਿਆ ਤੇ ਮੈਂ ਇੱਕ ਬਿਲਕੁਲ ਕਿਸਾਨੀ ਲਹਿਰ ਨਾਲ ਜੁੜਿਆ, ਕਿਸਾਨ ਮੂਵਮੈਂਟ ਨਾਲ ਜੁੜਿਆ,
ਪਰ ਬੀਜੇਪੀ ਆਪਦੇ ਏਜੰਡੇ 'ਚ ਕਾਮਯਾਬ ਹੋਈ ਹੈ। ਉਹਨਾਂ ਨੇ ਜਿਹੜਾ ਹਿੰਦੂ ਸਿੱਖ ਦਾ ਵਖਰੇਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਜਾਖੜ ਸਾਹਿਬ ਨੂੰ ਭਾਵੇਂ ਪਿੱਛੇ ਕਰਤਾ, ਪਰ ਉਹ ਹਿੰਦੂਆਂ ਦੇ ਮਨ 'ਚ ਘਰ ਕਰਨ ਦੇ ਵਿੱਚ ਕਾਮਯਾਬ ਹੋ ਗਈ। ਮੇਰਾ ਇਲਾਕਾ ਬਿਲਕੁਲ ਜਾਖੜ ਸਾਹਿਬ ਦਾ ਇਲਾਕਾ ਹੈ। ਸਾਡੇ ਇਲਾਕੇ ਦੇ ਵਿੱਚ ਵੀ ਇਹ ਸੋਸ਼ਲ ਮੀਡੀਆ ਤੇ ਬਹੁਤ ਵੱਡਾ ਟਰੋਲ ਚੱਲਿਆ ਵੀ ਜਾਖੜ ਨੂੰ ਸਿੱਖ ਨਾ ਹੋਣ ਦੀ ਕੀ ਨਾਮ ਸਜ਼ਾ ਮਿਲੀ ਹੈ, ਮੁੱਖ ਮੰਤਰੀ ਨਹੀਂ ਬਣ ਸਕਿਆ। ਲੁਧਿਆਣੇ ਦੇ ਵਿੱਚ ਉਹ ਸ਼ਿਵ ਸੈਨਾ ਵਾਲੇ ਜਿਹੜੇ ਕੱਟੜ ਵਿਰੋਧੀ ਨੇ ਕਾਂਗਰਸ ਦੇ, ਜਿਹੜੇ ਕੱਟੜ ਵਿਰੋਧੀ ਨੇ ਅਮਿਤ ਦਵਾਨ ਹੈਗੇ ਆ, ਉਹਨਾਂ ਨੇ ਪੂਰਨ ਤੌਰ 'ਚ ਜਾਖੜ ਦੇ ਹੱਕ ਦੇ ਵਿੱਚ ਉੱਥੇ ਨਾਅਰੇ ਮਾਰੇ। ਉਹਨਾਂ ਨੇ ਕਿਹਾ ਸੀ ਸ਼ਹਿਰ ਸ਼ਹਿਰ ਜਾਵਾਂਗੇ ਹਿੰਦੂ ਵੋਟਰਾਂ ਨੂੰ ਜਿਤਾਉਣ ਵਾਸਤੇ। ਪੰਜਾਬ ਦੇ ਵਿੱਚ ਕਾਂਗਰਸ ਦੀ ਇਸ ਪੱਤੇ ਤੋਂ ਬਾਅਦ ਜਾਤੀ ਵਖਰੇਵਾਂ ਤਾਂ ਹੋਇਆ, ਕਿਉਂਕਿ ਪੰਜਾਬ 'ਚ ਕਦੀ ਇੱਕ ਗੁਰੂਆਂ ਪੀਰਾਂ ਦੀ ਧਰਤੀ ਸੀ, ਇੱਥੇ ਕਦੀ ਵੀ ਸਾਰੀਆਂ ਧਰਮ ਇੱਕ ਬਰਾਬਰ ਰਹਿੰਦੇ ਸੀ, ਪਰ ਇਸ ਪੱਤੇ ਤੋਂ ਬਾਅਦ ਸਾਰਾ ਜਿਹੜਾ ਹੈਗਾ ਜਾਤੀਗਤ ਸਮੀਕਰਨ ਪੰਜਾਬ ਦੇ ਵਿੱਚ ਵਿਗੜਿਆ। ਇੱਕ ਬਾਈ ਨੇ ਕਿਹਾ ਵੀ ਬੀਜੇਪੀ ਗੇਨ ਕਰੂਗੀ, ਤੇ ਮੈਂ ਉਹਦੀ ਗੱਲ ਨਾਲ ਕਿਤੇ ਨਾ ਕਿਤੇ ਸਹਿਮਤ ਹਾਂ। ਮੈਂ ਉਸ ਗੱਲ ਨੂੰ, ਕਿਉਂਕਿ ਜਿਹੜਾ 6000 ਰੁਪਈਆ ਹੁੰਦਾ ਸੀ ਜੱਟਾਂ ਨੂੰ, ਉਹ 12000 ਕਰਤਾ, ਉਹਦੀ ਹੁਣ 4,000 ਦੀ ਕਿਸ਼ਤ ਆਇਆ ਕਰੂਗੀ। ਫਿਰ ਕਰਜ਼ਾ ਬੈਂਕ ਜਿਹੜੇ ਹੈਗੇ ਆ OTS ਸਕੀਮ ਲਿਆ ਰਹੇ ਆ ਵੀ ਜੱਟ ਜਿਹੜੀ ਹੈਗੇ ਆ ਜਿੰਨੀ ਵਿਆਜ ਭਰਤੀ ਉਹਨੂੰ ਵਿੱਚ ਗਿਣ ਕੇ ਸਾਰਾ ਵਿਆਜ ਛੱਡ ਕੇ ਤੇ 6 ਕਿਸ਼ਤਾਂ 'ਚ ਮੂਲ ਭਰ ਦਿਓ, ਕੁਰਕੀ ਨਹੀਂ ਹੋਊਗੀ। ਇਸ ਕਰਕੇ ਮੋਦੀ ਸਾਹਿਬ ਕੋਲੇ ਪਾਵਰ ਆ, ਪੈਸੇ ਆ। ਅੱਜ ਦੀ ਡੇਟ 'ਚ ਪੰਜਾਬ ਦਾ ਜਿਹੜਾ ਜ਼ਿਮੀਂਦਾਰ ਹੈਗਾ ਕਰਜ਼ੇ 'ਚ ਫਸਿਆ ਹੋਇਆ। ਸਾਰਿਆਂ ਨਾਲੋਂ ਵੱਡੀ ਸਮੱਸਿਆ ਜੇ ਕਰਜ਼ਾ ਉਤਰ ਜੇ ਸਾਰੇ ਰੋਟੀਆਂ ਸੌਖੇ ਹੋ ਜਾਣਗੇ। ਸਾਨੂੰ ਤਾਂ ਕਰਜ਼ੇ ਦੀ ਲੀਕ ਜਿਹੜੀ ਹੈਗੀ ਆ, ਮੈਂ ਕਹਿ ਦਿੰਦਾ ਵੀ ਕਰਜ਼ੇ ਨਾਲ ਅੱਗੇ ਡਿਵੈਲਪਮੈਂਟ ਨਹੀਂ ਹੋਣੀ। ਜੇ ਕਰਜ਼ਾ ਉਤਰ ਜੇ, ਅਸੀਂ ਫੁਕਰਪਣੇ ਤੋਂ ਹਟ ਜਾਈਏ, ਵੱਡੀਆਂ ਗੱਡੀਆਂ ਦਾ ਖਹਿੜਾ ਛੱਡ ਦਈਏ, ਦੁਬਾਰਾ ਕਰਜ਼ਾ ਨਾ ਲਈਏ, ਤਾਂ ਸਾਡਾ ਪੰਜਾਬ ਰੋਟੀਆਂ ਸਿਰਫ ਫਿਰ ਹੋ ਜਾਊਗਾ। ਇੱਕ ਬਹੁਤ ਵੱਡੀ ਗੱਲ ਆ। ਬਾਕੀ ਸਿੱਧੂ ਸਾਹਿਬ ਨੇ 4 ਬੰਦੇ ਚੂਜ਼ ਕੀਤੇ ਸੀਗੇ ਆਪਦੇ ਸਲਾਹਕਾਰ। ਮਾਲੀ ਨੂੰ ਚੂਜ਼ ਕੀਤਾ ਸੀ, ਉਹ ਛੱਡ ਗਿਆ। ਫਿਰ ਉਸ ਤੋਂ ਬਾਅਦ ਪਿਆਰੇ ਲਾਲ ਗਰਗ ਨੂੰ ਚੂਜ਼ ਕੀਤਾ ਸੀ, ਉਹ ਵੀ ਅਸਤੀਫਾ ਦੇ ਗਏ। ਜੇ ਉਹਨਾਂ ਨੂੰ ਕਿਤੇ ਲੱਗਦਾ ਹੋਣਾ ਵੀ ਸਿੱਧੂ ਉਹਨਾਂ ਦੀ ਗੱਲਾਂ ਨਹੀਂ ਸਮਝ ਸਕਦਾ, ਤਾਂ ਹੀ ਉਹਦੇ ਸਲਾਹਕਾਰ ਵੀ ਅਸਤੀਫੇ ਦੇਈ ਜਾਂਦੇ ਆ। ਇਸ ਕਰਕੇ ਮੈਂ ਯਕੀਨਨ ਤੌਰ ਤੇ ਕਹਿ ਸਕਦਾ ਵੀ ਕਾਂਗਰਸ 2022 ਚ ਪਾਵਰ 'ਚ ਨਹੀਂ ਆਊਗੀ। ਤੇ ਕੈਪਟਨ ਸਾਹਿਬ ਦਾ ਅੱਡ ਹੋਣ ਦਾ ਮਾਲਵਾ ਕਹਿ ਸਕਦਾ, ਬਾਈਆ ਕਹਿ ਸਕਦਾ। ਅੱਜ ਵੀ ਮਹਾਰਾਜੇ ਨੂੰ ਪੁੱਛਦਾ, ਬਾਈ ਕਹਿੰਦਾ ਤੁਸੀਂ ਫੇਵਰ 'ਚ ਬੋਲਦੇ ਹੋ, ਫੇਵਰ 'ਚ ਨਹੀਂ ਬੋਲਦੇ। ਮਹਾਰਾਜੇ ਪਰਿਵਾਰ ਦਾ ਅੱਜ ਵੀ ਸਾਡੇ ਬਠਿੰਡੇ ਇਲਾਕੇ, ਸਾਡੇ ਪਟਿਆਲੇ ਇਲਾਕੇ ਸਤਿਕਾਰ ਹੈ। ਲੋਕ ਬਰਾਬਰ ਕੁਰਸੀ ਤੇ ਨਹੀਂ ਬਹਿੰਦੇ। ਜੀ ਇੰਦਰਜੀਤ ਜੀ ਠਾकुर ਜੀ ਜੀ ਭਾਈ ਬਿਲਕੁਲ ਠੀਕ ਹੈ। ਆਪਾਂ ਜਿਹਦੇ ਨਾਲ ਵੀ ਸਾਡੇ ਕਾਲਰ ਹੁਣ ਕਹਿ ਵੀ ਗਏ ਸੀ, ਉਹਨੇ ਇਹ ਵੀ ਗੱਲ ਕਹੀ, ਸ਼ਾਇਦ ਮੇਰੀ ਗੱਲ ਚੰਗੀ ਨਾ ਲੱਗੀ। ਇਹ ਉਹਨਾਂ ਨੇ ਇੱਕ ਫੈਕਟ ਦੱਸਿਆ, ਜੋ ਫੈਕਟ ਇਸ ਵੇਲੇ ਤੁਸੀਂ ਕਹਿੰਦੇ ਸੋਸਾਇਟੀ ਦੇ ਵਿੱਚ ਵੀ ਚੱਲਦਾ ਪਿਆ ਹੈ। ਇਹ ਗੱਲਾਂ ਚੱਲ ਰਹੀਆਂ ਨੇ। ਤੇ ਦੂਜੀ ਗੱਲ, ਇੱਕ ਸਾਡੇ ਇਹ ਵੀ ਕਹਿ ਕੇ ਗਏ ਨੇ ਕਾਲਰ ਵੀ, ਜੇ ਆਪਾਂ ਇਹ ਦੇਖੀਏ ਵੀ ਪਹਿਲਾਂ ਕਿਸਾਨਾਂ ਦੇ ਸਿਰਾ ਕੋਈ ਸਰਕਾਰ ਬਣਨੀ ਹੈ ਜਾਂ ਚੀਫ ਮਿਨਿਸਟਰ ਬਣਨਾ ਹੈ, ਉਹ ਗਲਤ ਹੈ। ਬਿਲਕੁਲ ਗੱਲ ਉਹਨਾਂ ਨੇ ਠੀਕ ਕਹੀ ਹੈ। ਇਹ ਤੱਥਾਂ ਦੇ ਆਧਾਰ ਤੇ ਗੱਲ ਹੈਗੀ ਹੈ। ਮੈਂ ਕਿਸੇ ਹੋਰ ਦੀ ਗੱਲ ਨਹੀਂ ਕਰਦਾ। ਕਾਂਗਰਸ ਦੇ ਵਿੱਚ ਉਹ ਜਰਜੀਆ ਸਾਹਿਬ ਕਹਿੰਦੇ ਨੇ ਵੀ 30% ਸਾਡੀ ਵੋਟ ਬੈਂਕ ਹੈਗੀ ਹੈ OBC ਦਾ। ਜੇ OBC ਨੂੰ ਕੈਬਨਿਟ ਦੇ ਵਿੱਚ ਕੁਛ ਨਹੀਂ ਦਿੱਤਾ ਗਿਆ ਤਾਂ 2022 ਦੇ ਵਿੱਚ ਨੁਕਸਾਨ ਹੋ ਸਕਦਾ ਹੈ ਕਾਂਗਰਸ ਨੂੰ। ਦੂਜੇ ਪਾਸੇ ਧੀਮਾਨ ਸਾਹਿਬ ਕਹਿੰਦੇ ਨੇ ਕਿ ਅਸੀਂ BC ਤੋਂ ਆਉਂਦੇ ਹਾਂ, ਜੇ BC ਵਾਲਿਆਂ ਦੀ ਨੁਮਾਇੰਦਗੀ ਨਾ ਰੱਖੀ ਗਈ ਤਾਂ ਨੁਕਸਾਨ ਹੋ ਸਕਦਾ ਹੈ। ਤੇ ਇੱਕ 34% ਹੋ ਗਿਆ, 31% ਹੋ ਗਿਆ, ਇਹ ਇੱਕ ਆਪਣੀ ਪਰਸੈਂਟੇਜ ਲਾ ਕੇ ਦੱਸ ਰਹੇ ਨੇ। ਤੇ ਮਤਲਬ ਤੁਸੀਂ ਹੁਣ ਖੁਦ ਦੇਖੋ ਵੀ ਜਿਹੜੀ ਵੋਟ ਸ਼ੇਅਰ ਹੈਗਾ ਉਹ ਕਿਹਦੇ ਵਾਲੇ ਪਾਸੇ ਕਿੰਨਾ ਹੈਗਾ, ਤਾਂ ਉਹ ਵੀ ਉਹੀ ਮਤਲਬ ਹੁਣ ਖਿਚੜੀ ਪੱਕੀ ਹੋਈ ਹੈ ਵੀ ਇੱਕ ਇਕੱਲੇ ਵੋਟ ਬੈਂਕ ਨਾਲ, ਇੱਕ ਸ਼ੇਅਰ ਨਾਲ, ਇੱਕ ਕਮਿਊਨਿਟੀ ਨਾਲ ਨਹੀਂ ਸਰਦਾ। ਜਦੋਂ ਤੱਕ ਅਸੀਂ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਪਾਵਰ ਨਹੀਂ ਆਉਂਦਾ। ਜੀ ਇੱਕ ਕਾਲਰ ਹੋਰ ਨੇ, ਫਿਰ ਆਪਾਂ ਇਜਾਜ਼ਤ ਲਵਾਂਗੇ ਦੋਵਾਂ ਵੀਰਾਂ ਕੋ। 6048 ਵਾਲੇ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ, ਇਹ ਵੀ ਚਾਂਸ ਹੈ ਕਿ ਵੀ BJP ਦਾ ਚਿਹਰਾ ਕੈਪਟਨ ਹੋਣ ਤੇ ਜੇ ਉਹ ਨਾ ਉਹ ਸਰਕਾਰ ਬਣੇ ਤੇ ਇੱਧਰੋਂ ਕਾਂਗਰਸ ਦੀ ਬਣ ਜੇ, ਸਿੱਧੂ ਆ ਜਾਵੇ ਤੇ ਉਹ ਆਪਣੇ ਕੈਪਟਨ ਨੂੰ ਗਵਰਨਰ ਵੀ ਲਾ ਸਕਦੇ ਨੇ ਤੇ ਖਿੱਚੋ ਤਾਂ ਹੋਰ ਵਧਾ ਦੇਣ ਉਹਨੂੰ ਗਵਰਨਰ ਲਾ ਕੇ ਪੰਜਾਬ ਦਾ। ਜੀ ਇੰਦਰਜੀਤ ਜੀ। ਦੇਖੋ ਜ਼ਿਆਦਾ ਚਿਰ ਬਾਈ ਜੀ, ਜਿੱਥੋਂ ਜਿਹੜੀ ਸਟੇਟ ਤੋਂ ਬੰਦਾ ਹੁੰਦਾ ਉਸ ਸਟੇਟ 'ਚ ਗਵਰਨਰ ਘੱਟ ਲਾਉਂਦਾ, ਘੱਟ ਹੀ ਚਾਂਸ ਹੁੰਦੇ ਆ। ਤੇ ਬਾਈ ਨੇ ਸਵਾਲ ਕੀਤਾ ਵੀ 2022 ਚ ਕਾਂਗਰਸ ਆਉਣ ਦੇ, ਮੈਂ ਤੁਹਾਨੂੰ ਚਿੱਟੇ ਕਾਗਜ਼ ਤੇ ਲਿਖ ਕੇ ਦੇ ਸਕਦਾ, ਕਾਂਗਰਸ ਪੰਜਾਬ ਦੇ ਵਿੱਚ ਨਹੀਂ ਆਊਗੀ। ਜੀ
ਫੁੱਲ ਫਲੈਜ ਕੋਈ ਵੀ ਪਾਰਟੀ ਪਾਵਰ 'ਚ ਨਹੀਂ ਆਊਗੀ। ਕਾਂਗਰਸ ਜੋ ਕਾਂਗਰਸ ਦੇ ਹਾਲਾਤ ਹੋ ਗਏ, ਕਾਂਗਰਸ ਦੇ ਜਿਹੜੇ ਹਾਈ ਤੱਕ ਤੁਸੀਂ ਕੱਲ ਦੇਖਿਓ, ਕੱਲ ਸ਼ਾਮ ਤੱਕ ਵਜ਼ਾਰਤ ਬਣ ਜਾਣ ਦਿਓ, ਕਿਉਂਕਿ ਜਿਹੜੇ ਮੰਤਰੀ ਸਿੱਧੂ ਸਾਹਿਬ ਕੱਢ ਦੇਣਗੇ ਉਹ ਦੁਬਾਰਾ ਐਮਐਲਏ ਜ਼ਰੂਰ ਭਾਵੇਂ ਬਣ ਜਾਣ, ਉਹਨਾਂ ਜੀ ਨਹੀਂ ਕਰੂਗਾ ਵੀ ਉਹਨਾਂ ਨੂੰ ਪਤਾ ਵੀ ਅਸੀਂ ਤੇਰੀ ਮੰਤਰੀ ਤਾਂ ਬਣਨਾ ਨਹੀਂ, ਕਿਉਂਕਿ ਸਿੱਧੂ ਨੇ ਬਣਾਉਣਾ ਨਹੀਂਗਾ। ਕਾਂਗਰਸ ਦਾ ਬਿਲਕੁਲ ਕੱਲ ਵਾਲੀ ਕੈਬਨਿਟ ਤੋਂ ਬਾਅਦ ਜੋ ਆਉਣ ਵਾਲਾ ਹਫ਼ਤਾ ਹੋਊਗਾ, ਮੈਂ ਤੁਹਾਨੂੰ ਦੱਸ ਦਿਆਂ ਵੀ ਕਾਂਗਰਸ ਦੇ 4 ਹਿੱਸੇ ਹੋਣਗੇ। ਕਾਂਗਰਸ ਜਿਹੜੀ ਹੈਗੀ ਹੈ ਦੁਬਾਰਾ ਪਾਵਰ 'ਚ ਆਉਣ ਬਾਰੇ 2022 ਨਹੀਂ ਸੋਚ ਸਕਦੀ, ਤੇ ਯਕੀਨਨ ਤੌਰ ਤੇ ਅਕਾਲੀ ਵਧੀਆ ਪੋਜੀਸ਼ਨ 'ਚ ਨਹੀਂ ਗਏ। ਆਮ ਆਦਮੀ ਬਿਲਕੁਲ ਉਹ ਜਿਹੜੇ ਕੇਜਰੀਵਾਲ ਸਾਹਿਬ ਨੇ ਉਹ ਬਿਲਕੁਲ ਘਾਗ ਲਾ ਕੇ ਵੇਖੀ ਜਾਂਦੇ ਵੀ ਕੀ ਕੁਛ ਕਰਦੇ ਆ, ਤੇ ਕੈਪਟਨ ਸਾਹਿਬ ਦੇ ਜਿਹੜੀਆਂ ਹੈਗੀਆਂ ਬਹੁਤ ਵੱਡੀਆਂ ਨਜ਼ਰਾਂ ਨੇ। ਕੈਪਟਨ ਸਾਹਿਬ ਨੂੰ ਤੁਸੀਂ ਛੋਟਾ ਨਾ ਮੰਨੋ, ਮੈਂ ਫਿਰ ਕਹਿੰਦਾ ਕੈਪਟਨ ਜੀ ਮੈਂ ਫੇਵਰ ਨਹੀਂ ਕਰਦਾ। ਉਹ 52 ਸਾਲ ਸਿਆਸਤ ਕੀਤੀ ਹੈ, ਬਿਲਕੁਲ ਚੇਲੇ ਵਾਲ ਕੇ ਬਹੁਤ ਹੁੰਦੇ ਆ। ਜੇ ਉਹ ਪੰਜਾਬ ਦੀ 2% ਵੋਟ ਵੀ ਖਾ ਜਾਣ ਤਾਂ ਵੀ ਕਈ ਸੀਟਾਂ ਹਰਾ ਜਿਤਾ ਸਕਦੇ ਆ। ਜੀ ਜੀ ਬਿਲਕੁਲ ਜੀ। ਔਰ ਠਾकुर ਜੀ ਔਰ ਇੰਦਰਜੀਤ ਵੀਰ ਜੀ, ਆਪਾਂ ਇੱਥੇ ਲਵਾਂਗੇ ਤੁਹਾਡੇ ਕੋਲੋਂ ਇਜਾਜ਼ਤ, ਔਰ ਅਗਲੇ ਹਫਤੇ ਫਿਰ ਤੁਹਾਡੇ ਨਾਲ ਗੱਲਬਾਤ ਜਾਰੀ ਰਹੇਗੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਦੋਵੇਂ ਵੀਰਾਂ ਦਾ ਜੀ। ਧੰਨਵਾਦ ਸਰ ਠਾकुर ਜੀ, ਬਹੁਤ ਬਹੁਤ ਧੰਨਵਾਦ। ਔਰ ਆਪਾਂ ਮੰਡੇ ਨੂੰ ਮਿਲਦੇ ਹਾਂ ਜੀ। ਮੰਡੇ ਤੱਕ ਤੁਹਾਡਾ ਸਾਡਾ ਰੱਬ ਰਾਖਾ ਜੀ। ਜੀ ਬਹੁਤ ਬਹੁਤ ਧੰਨਵਾਦ ਭਾਜੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਜੀ ਤੁਸੀਂ ਸੁਣਿਆ ਪ੍ਰੋਗਰਾਮ ਕੈਨੇਡੀਅਨ ਸਾਥ 12 ਵਜੇ ਤੋਂ ਲੈ ਕੇ 2 ਵਜੇ ਤੱਕ। ਉਮੀਦ ਕਰਦੇ ਹਾਂ ਜੀ ਸਾਡੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਮੰਡੇ ਨੂੰ ਆਪਾਂ ਫਿਰ ਕੈਨੇਡੀਅਨ ਆਪਣੇ ਮੁੱਦੇ ਲੈ ਕੇ ਹਾਜ਼ਰ ਹੋਵਾਂਗੇ ਔਰ ਤੁਹਾਡੇ ਨਾਲ ਸਾਂਝੇ ਕਰਾਂਗੇ, ਔਰ ਜਿਹੜੀ ਸਾਡੀ ਲਿਬਰਲ ਦੀ ਸਰਕਾਰ ਬਣੀ ਆ ਉਹ ਕਿਸ ਤਰ੍ਹਾਂ ਕੰਮ ਕਰਦੀ ਹੈ ਇਹਦੇ ਉੱਪਰ ਗੱਲਬਾਤ ਕਰਾਂਗੇ। ਜਿਹੜੇ ਆਪਣੇ ਮੁੱਦੇ ਪੁਰਾਣੇ ਕਮਿਊਨਿਟੀ ਦੇ ਚੱਲੇ ਆ ਰਹੇ ਨੇ, ਚਾਹੇ ਇੰਸ਼ੋਰੈਂਸ ਦਾ ਮੁੱਦਾ ਵਾ, ਕ੍ਰਾਈਮ ਦਾ ਮੁੱਦਾ ਵਾ, ਜਾਂ ਸਿਟੀ ਦਾ ਵਿੱਚ ਡੇਵਿਡ ਬੈਰੇਕਰ ਦਾ ਮੁੱਦਾ ਚੱਲੀ ਜਾ ਰਿਹਾ ਵਾ, ਇਸ ਸਾਰੇ ਮੁੱਦਿਆਂ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ, ਵਿਚਾਰ ਕਰਾਂਗੇ। ਟਰੱਕ ਵਾਲੇ ਵੀਰ ਜਿਹੜੇ ਨੇ ਉਹਨਾਂ ਦੀ ਐਸੋਸੀਏਸ਼ਨ ਜਿਹੜੀ ਆ ਉਹਨਾਂ ਦਾ ਕੰਮ ਕਰ ਕਿੱਥੋਂ ਤੱਕ ਪਹੁੰਚਿਆ ਵਾ ਉਹਦੇ ਉੱਪਰ ਗੱਲਬਾਤ ਕਰਾਂਗੇ, ਕਿਉਂਕਿ ਇਲੈਕਸ਼ਨ ਦੇ ਦਿਨਾਂ 'ਚ ਬਾਹਲੀ ਗੱਲਬਾਤ ਹੋ ਨਹੀਂ ਪਾਈ ਉਹਨਾਂ ਨਾਲ। ਸੋ ਉਹਨਾਂ ਦੀ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਸਮੱਸਿਆ ਵਾ, ਔਰ ਜਿਹੜੇ ਆਪਾਂ ਹੁਣ ਪ੍ਰੋਟੈਸਟ ਜਿਹੜੇ ਨੇ ਉਹ ਲਿਖਣੇ ਨੇ, ਸੋ ਉਹ ਜਲਦ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਤੁਹਾਡੇ ਵਿਚਾਰ ਵੀ ਲਵਾਂਗੇ। ਸੋ ਚੜ੍ਹਦੀ ਕਲਾ ਵਿੱਚ ਰਿਹਾ ਕਰੋ, ਜੁੜੇ ਰਿਹਾ ਕਰੋ ਕੈਨੇਡੀਅਨ ਸਾਥ ਦੇ ਨਾਲ, ਆਪਣੇ ਵਿਚਾਰ ਜਿਹੜੇ ਆ ਉਹ ਦਿੰਦੇ ਰਿਹਾ ਕਰੋ। ਔਰ ਬਹੁਤ ਸਾਰੇ ਜਿਹੜੇ ਲੋਕ ਨੇ ਸਾਡੇ ਵੀਰ ਫੇਸਬੁੱਕੀ ਭਗਤ ਜਿਨ੍ਹਾਂ ਦੀ ਸੋਚ ਬਾਹਲੀ ਕੋਈ ਲੰਬੀ ਨਹੀਂ ਹੈਗੀ ਸਿਆਸਤ ਦੇ ਵਿੱਚ, ਉਹ ਮੰਨਦੇ ਨੇ ਇਸ ਗੱਲ ਨੂੰ ਵੀ ਅਸੀਂ ਜੇ 4 ਲੇਖ ਲਿਖ ਲਏ ਉਹਨਾਂ ਨੂੰ ਸਿਆਸਤ ਬਿਲਕੁਲ ਨਹੀਂ ਆਉਂਦੀ, ਕਿਉਂਕਿ ਹਾਰ ਤੇ ਜੇ ਤੇ ਇੱਕ ਪਾਰਟੀ ਨੇ ਜਿੱਤਣਾ ਹੁੰਦਾ ਵਾ, ਇੱਕ ਨੇ ਹਾਰਨਾ ਹੁੰਦਾ ਵਾ। ਲਿਬਰਲ ਦੇ ਪੋਲਸ ਉੱਪਰ ਸੀਗੇ, ਅਸੀਂ ਹਮੇਸ਼ਾ ਅਨਾਉਂਸ ਕਰਦੇ ਹੀ ਰਹੇ ਕਿ ਲਿਬਰਲ ਜਿਹੜੀ ਆ ਉਹਦੇ ਚਾਂਸ ਬਰੈਂਪਟਨ 'ਚ ਬਹੁਤ ਜ਼ਿਆਦਾ ਨੇ ਜਿੱਤਣ ਦੇ, ਉਹ ਜਿੱਤੇ ਵੀ ਨੇ ਉਹ। ਸੋ ਪਰ ਤੁਹਾਡਾ ਪਾਰਟੀ ਦੇ ਵਿੱਚ ਕੀ ਅਸਰੋ ਸਲੂਕ ਹੈ, ਤੁਸੀਂ ਸਮਾਜ ਲਈ ਕੀ ਕਰ ਸਕਦੇ ਹੋ, ਗੱਲ ਇਹ ਮਾਇਨੇ ਰੱਖਦੀ ਆ। ਜੇ ਹੁਣ ਸਰਕਾਰ ਤੁਹਾਡੀ ਬਣ ਗਈ ਆ, ਸਾਡੀ ਨਹੀਂ ਬਣੀ, ਅਸੀਂ ਆਪਣੀ ਪਾਰਟੀ ਦਾ ਪ੍ਰਚਾਰ ਕਰਨਾ ਹੀ ਸੀਗਾ ਔਰ ਕੀਤਾ ਵੀ ਆ ਠੋਕ ਕੇ, ਔਰ ਕਰਦੇ ਰਵਾਂਗੇ। ਅਸੀਂ ਹਮੇਸ਼ਾ, ਜੇ ਅੱਜ ਵੀ ਵੋਟਾਂ ਪੈਂਦੀਆਂ ਨੇ, ਅਸੀਂ ਹਮੇਸ਼ਾ ਇਹੋ ਹੀ ਕਵਾਂਗੇ ਕਿ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹ ਵਧੀਆ ਪਾਰਟੀ ਆ, ਵਧੀਆ ਪਾਲਿਸੀਜ਼ ਵਾਲੀ ਪਾਰਟੀ ਆ, ਔਰ ਜੇ ਕਦੇ ਵੀ ਕਿਤੇ ਵੀ VOTING ਹੁੰਦੀ ਹੈ ਤੇ ਕੰਜ਼ਰਵੇਟਿਵ ਪਾਰਟੀ ਨੂੰ ਆਪਣਾ ਵੋਟ ਜਿਹੜਾ ਵਾ ਉਹ ਜ਼ਰੂਰ ਦਿਓ। ਮੈਂਬਰ ਕੰਜ਼ਰਵੇਟਿਵ ਪਾਰਟੀ ਦੇ ਵੱਧ ਤੋਂ ਵੱਧ ਬਣੋ। ਤੁਹਾਡੇ ਨਿਆਣੇ, ਤੁਹਾਡੇ ਬੱਚੇ, ਤੁਹਾਡੇ ਫਿਊਚਰ ਵਾਸਤੇ ਪਾਰਟੀ ਇਹ ਵਧੀਆ ਵਾ। ਪਰ ਹੁਣ ਤੁਹਾਡੀ ਪਾਰਟੀ ਬਣੀ ਹੈ, ਤੁਸੀਂ ਕਿੰਨਾ ਕੁ ਕੰਮ ਕਮਿਊਨਿਟੀ ਦਾ ਕਰਵਾ ਕੇ ਦਿੰਦੇ ਹੋ, ਇਹਦਾ ਲੇਖਾ ਜੋਖਾ ਪਤਾ ਲੱਗ ਜਾਏਗਾ। ਚੜ੍ਹਦੀ ਕਲਾ ਵਿੱਚ ਰਹੋ, ਹੱਸਦੇ ਵਸਦੇ ਰਹੋ, ਆਬਾਦ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।